सतनाम श्री वाहिगुरु साहिब जीओ। धन गुरु गरीब निवास। डंडाउत बंदन अनिक बार, सर्व कला समरथ। डोलन ते राखो प्रभु, नानक दे कर हथ। कबीर मरता मरता जगमुआ, मर भी ना जानिया कोई। ऐसी मरनी जो मरै, बहुर ना मरना होई। कबीर जिस मरने ते जग डरै, मेरे मन आनंद। मरने ही ते पाइयै, पूरन परमानंद। कछु न जाना मत मेरी थोरी, बिनवंत नानक ओट प्रभ तोरी। गरीब निवास। वालिए कुल आलम, दो जहान दे पातशाह, लोक परलोक दे रखे, साहिबे कमाल, साहिबे जलाल, साहिबे बरकत, दसां पातशाहियां, प्रमाणिक भगतां, सत्कारत भट्टां ते गुरसिखां दे सरूप, चबर छतर तख्त ते मालक, हाजर नाजर सतगुरु, जागत जोत समर्थ गुरुदेव शब्द गुरु, धन 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 सतगुरु साहिब श्री गुरु ग्रंथ साहिब जी महाराज, जिन्हां दी पावन पाक मुकद्दस मुबारक हजूरी अंदर रेल कोच फैक्ट्री कपूरथला दे बने हुए सोहने बहुत ही सोहने गुरु घर दी इमारत अंदर, गुरु दरबार अंदर संध्या वेलियां दे विशेष दीवान, जो कि चार साहिबजादे बहुत ही महान ते प्यारे गुरु के सिख ते सत्कारयोग माता गुजरी जी, जिन्हां दियां महान शहादतां समुचे सिख जगत वास्ते ते हर इंसाफ पसंद इंसान वास्ते बहुत ही वड्डी प्रेरणा स्रोत हैं। उन्हां शहादतां नूं सजदा करन लई, प्रेरणा लैण हित ते गुरु दरबार दे अंदर पहुंच के गुरु चरनां विच जुड़दे हुए गुरु कीआं हर कीआं बाबाणियां कहानियां नूं सुणन समझण ते मन विच वसाउण लई गुरु दरबार अंदर जुड़मिल बैठे सतसंगी जनों, वडभागे हां सतगुरु जी ने अपार किरपा कीती है। सत संगत दा ये समा सानू बख्शिया है, जिस अंदर जुड़ के आपां अपने विरसे नूं ते उन्हां महान शहीदां नूं याद करना है। कल दे दीवान अंदर आपां सतगुरु जी की कृपा बख्शिश मेहर दा सदका साका चमकौर साहिब दे महान शहीदां नूं याद कीता है। किवें उन्हां ने 40 की गिणती होने के बावजूद भी 10 लाख का दलेरी नाल मुकाबला किया, जबकि उन्हां दे सामने एक मौका भी सी जान बचाउण दा। पर यह शहीदियां सानू ये दसदियां ने कि जदों इंसान दे अंदर धर्म पैदा हुंदा है, वो सच नूं प्यार करदा है, उहनूं रब दा दीदार हो जाए, गुरु दा मिलाप हो जाए, फिर अपने गुरु लई, धर्म लई, सच लई सब कुछ कुर्बान कर दिंदा है। उन्होंने सब कुछ ऊणा जापदा है, थोड़ा जापदा है, होछा जापदा है। बस यही एक तड़प है, एक प्यार है, एक अग है, एक जुनून है।
ਜੋ ਸਿੱਖ ਨੂੰ ਸਿੱਖੀ ਨਾਲ ਜੋੜਦਾ ਹੈ। ਉਹ ਸ਼ਹਾਦਤਾਂ ਹੋਈਆਂ 22 ਦਸੰਬਰ 1704 ਦਾ ਦਿਨ, ਜਿਹਨੂੰ ਕਿ ਜੇ ਅਸੀਂ ਸੰਸਾਰਿਕ ਤੌਰ ਤੇ ਵੇਖੀਏ, ਵਿਗਿਆਨ ਦੇ ਮੁਤਾਬਿਕ 22 ਦਸੰਬਰ ਦਾ ਦਿਨ ਪੂਰੇ ਸਾਲ ਦਾ ਸਭ ਤੋਂ ਛੋਟਾ ਦਿਨ ਹੈ। ਤੁਸੀਂ ਬਹੁਤ ਵਾਰੀ ਇਹ ਗੱਲ ਪੜ੍ਹੀ ਸੁਣੀ ਹੋਣੀ ਹੈ। ਪੂਰੇ ਸਾਲ ਦਾ ਸਭ ਤੋਂ ਜਿਹੜਾ ਛੋਟਾ ਦਿਨ ਹੈ ਉਹ 22 ਦਸੰਬਰ ਹੈ। ਪਰ ਸਿੱਖ ਜਗਤ ਅੰਦਰ ਇਹ ਦਿਨ ਸਭ ਤੋਂ ਵੱਡਾ ਦਿਨ ਹੈ, ਕਿਉਂਕਿ ਇੱਕ ਪਿਤਾ ਨੇ ਆਪਣੇ ਪੁੱਤਰ ਲੱਖਾਂ ਪੁੱਤਰਾਂ ਨੂੰ ਬਚਾਉਣ ਵਾਸਤੇ ਕੁਰਬਾਨ ਕੀਤੇ ਨੇ। ਇਹ ਤੋਂ ਵੱਡਾ ਦਿਨ ਸਿੱਖਾਂ ਵਾਸਤੇ ਕੀ ਹੋਏਗਾ। ਦੂਜੀ ਬੇਨਤੀ ਮੈਂ ਕੱਲ ਕੀਤੀ ਸੀ, ਕੇਵਲ ਦੁਹਰਾ ਰਿਹਾ, ਸਮਝ ਆ ਜਾਏ। 22 ਦਸੰਬਰ 1666 ਈਸਵੀ ਦਸ਼ਮੇਸ਼ ਪਿਤਾ ਦਾ ਆਗਮਨ ਹੈ ਅੰਗਰੇਜ਼ੀ ਤਰੀਕ ਦੇ ਮੁਤਾਬਿਕ, ਤੇ 22 ਦਸੰਬਰ 1704 ਨੂੰ ਦਸ਼ਮੇਸ਼ ਪਿਤਾ ਦੇ ਪੁੱਤਰਾਂ ਦਾ ਸ਼ਹੀਦੀ ਦਿਵਸ ਹੈ। ਇਹ ਕੁਝ ਕੌਤਕ ਨੇ ਉਸ ਅਕਾਲ ਪੁਰਖ ਦੀਆਂ ਰੱਬੀ ਖੇਡਾਂ। ਤੇ ਇਹਦੇ ਨਾਲ ਜਿਹੜਾ ਦੂਜਾ ਭਾਣਾ ਵਾਪਰਦਾ, ਦੂਜਾ ਸਾਕਾ ਹੈ, ਉਹ ਹੈ ਸਾਕਾ ਸਰਹੰਦ, ਜਿੱਥੇ ਗੁਰੂ ਸਾਹਿਬ ਜੀ ਦੇ ਦੋ ਛੋਟੇ ਫਰਜ਼ੰਦ ਲਖਤੇ ਜ਼ਿਗਰ, ਸਾਡੇ ਲਾਲ, ਸਾਡੇ ਸਾਹਿਬਜ਼ਾਦੇ, ਮਾਤਾ ਗੁਜਰੀ ਦੇ ਲਾਲ, ਸਾਡੇ ਵਡੇਰੇ, ਸਾਡੇ ਬਾਬੇ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਆਪਣੀ ਦਾਦੀ ਮਾਂ ਦੇ ਨਾਲ ਸਰਹੰਦ ਦੀ ਧਰਤੀ ਤੇ ਸ਼ਹਾਦਤਾਂ ਦਾ ਜਾਮ ਪੀਂਦੇ ਨੇ। ਨਿੱਕੀਆਂ ਉਮਰਾਂ ਦੇ ਵਿੱਚ ਬਹੁਤ ਵੱਡਾ ਸਾਕਾ ਸਾਧ ਸੰਗਤ, ਜੋ ਰਹਿੰਦੀ ਦੁਨੀਆ ਤੱਕ ਸੰਸਾਰ ਨੂੰ ਪ੍ਰੇਰਨਾ ਦੇਗਾ। ਇਹ ਸਾਕਾ ਕਿਉਂ ਵਾਪਰਦਾ ਹੈ, ਕਾਰਨ ਕੀ ਨੇ? ਬਹੁਤ ਕੁਝ ਅਸੀਂ ਤਕਰੀਬਨ ਹਰ ਸਾਲ ਪੜ੍ਹਦੇ, ਸੁਣਦੇ, ਵਿਚਾਰਦੇ ਹਾਂ, ਪਰ ਹਰ ਵਾਰ ਸੰਗਤ ਵਿੱਚ ਕੁਝ ਨਵੇਂ ਸੱਜਣ ਹੁੰਦੇ ਨੇ, ਕੁਝ ਬੱਚੇ ਹੁੰਦੇ ਨੇ ਜਿਨ੍ਹਾਂ ਦੀ ਅਕਲ, ਮਤ, ਬੁੱਧ ਥੋੜੀ ਜਿਹੀ ਰੌਸ਼ਨ ਹੁੰਦੀ ਹੈ। ਉਹਨਾਂ ਵਾਸਤੇ ਬਿਲਕੁਲ ਨਵੀਂ ਗੱਲ ਵੀ ਹੁੰਦੀ ਹੈ। ਉਹਨਾਂ ਵਾਸਤੇ ਤੇ ਅਸੀਂ ਆਪਣੇ ਮਨਾਂ 'ਚ ਉਸ ਸ਼ਹਾਦਤ ਨੂੰ, ਉਸ ਡੁੱਲੇ ਹੋਏ ਖੂਨ ਨੂੰ ਪਿਆਰ ਕਰਨ ਹਿੱਤ ਤੇ ਹੋਰ ਦ੍ਰਿੜ ਕਰਨ ਹਿੱਤ, ਆਪਣੇ ਅੰਦਰ ਦੀ ਇਮਾਰਤ ਨੂੰ, ਮਨ ਦੀ ਇਮਾਰਤ ਨੂੰ, ਮਨ ਰੂਪੀ ਘਰ ਨੂੰ ਹੋਰ ਪਕੇਰਿਆਂ ਕਰਨ ਲਈ ਅਸੀਂ ਇਹਨਾਂ ਅੱਜ ਸ਼ਹੀਦਾਂ ਨੂੰ ਯਾਦ ਕਰਨਾ ਹੈ, ਸਜਦੇ ਕਰਨੇ ਨੇ ਤੇ ਪ੍ਰੇਰਣਾ ਲੈਣੀ ਹੈ। ਦਾਤਾ ਮਿਹਰ ਕਰੇ, ਸਤਿਗੁਰੂ ਗੁਰੂ ਗਰੀਬ ਨਿਵਾਸ ਸਾਡੇ ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਇਹ ਮਹਾਨ ਸਾਕੇ ਨੂੰ ਕਹਿਣ, ਸੁਣਨ, ਸਮਝਣ ਦੀ ਤੌਫੀਕ ਬਖਸ਼ਣ, ਸਬੁੱਧ ਬਖਸ਼ਿਸ਼ ਕਰਨ। ਸਮੂਹ ਸੰਗਤ ਸਤਿਗੁਰਾਂ ਦੇ ਚਰਨਾਂ ਅੰਦਰ ਇਕਾਗਰਤਾ ਬਣਾਉਂਦੇ ਹੋਏ ਗਰੀਬ ਨਿਵਾਸ ਪਾਤਸ਼ਾਹ ਦੇ ਚਰਨਾਂ ਅੰਦਰ ਝੁਕਾਓ ਸੀਸ। ਦਾਸ ਨੂੰ ਬਖਸ਼ੋ ਅਸੀਸ। ਬੁਲੰਦ ਆਵਾਜ਼ ਵਿੱਚ ਇੱਕੋ ਵਾਰ ਕਹਿਣ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜਿਹੜਾ 7 ਮਹੀਨੇ ਦਾ ਘੇਰਾ ਪਿਆ ਸੀ, ਦਸ਼ਮੇਸ਼ ਪਿਤਾ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰ ਸੱਚੇ ਪਾਤਸ਼ਾਹ ਨੇ ਅਗਾਊਂ ਆਉਣ ਵਾਲੇ ਸਮੇਂ ਦਾ ਆਭਾਸ ਕਰ ਲਿਆ ਸੀ। ਤਿਆਰੀ ਤੇ ਉਦੋਂ ਤੋਂ ਹੀ ਸ਼ੁਰੂ ਹੋ ਗਈ ਸੀ ਵੀ ਸਮਾਂ ਜਿਹੜਾ ਹੈ ਹੁਣ ਬਹੁਤੀ ਛੇਤੀ ਸਾਡੇ ਹੱਕ ਤੇ ਸਾਡੇ ਵਸ ਵਿੱਚ ਰਹਿਣ ਵਾਲਾ ਨਹੀਂ ਹੈ। ਸਮੇਂ ਨੇ ਬਦਲਣਾ ਹੈ, ਸਮੇਂ ਨੇ ਕਰਵਟ ਲੈਣੀ ਹੈ, ਤੇ ਸਮੇਂ ਦੇ ਨਾਲ ਨਾਲ ਸਾਨੂੰ ਵੀ ਬਦਲਣਾ ਪੈਣਾ ਹੈ। ਭਾਵ ਜਿਹੋ ਜਿਹੇ ਹਾਲਾਤ ਬਣਨੇ ਨੇ ਉਹਦੀ ਤਿਆਰੀ ਅੱਜ ਕਰਾਂਗੇ, ਸੌਖੇ ਰਵਾਂਗੇ, ਪਰ ਇਹ ਨਾ ਹੋਵੇ ਕਿ ਅਚਾਨਕ ਸਮਾਂ ਇੱਕਦਮ ਪਲਟੀ ਮਾਰ ਜਾਏ ਤੇ ਅਸੀਂ ਅਵਿਸਲੇ ਹੋ ਜਾਈਏ ਤੇ ਕੌਮ ਆਪਣੇ ਬਹੁਤ ਵੱਡੇ ਵਿਰਸੇ ਤੋਂ ਅਣਜਾਣ ਰਹਿ ਜਾਏ। ਕਹਿਣ ਤੋਂ ਮੁਰਾਦ ਵੀ ਜਿਹੜੇ ਇਹ ਸਾਕੇ ਵਾਪਰੇ, ਗਰੀਬ ਨਵਾਜ਼ ਪਾਤਸ਼ਾਹ ਦਾ ਜਦੋਂ ਵੀ ਦੀਵਾਨ ਸਜਦਾ, ਅੰਮ੍ਰਿਤ ਵੇਲੇ ਦਾ ਦੀਵਾਨ, ਦਿਨ ਦੇ ਵਿੱਚ ਇਹਦੇ ਤੋਂ ਇਲਾਵਾ 1704 ਈਸਵੀ ਤੱਕ ਕਹਿ ਲੋ, ਘੇਰਾ ਪੈਣ ਤੋਂ ਪਹਿਲਾਂ ਤੱਕ ਦੀਆਂ ਗੱਲਾਂ ਕਰੀਏ, ਰੋਜ਼ਾਨਾ ਦਿਨ ਵਿੱਚ ਵੀ ਦੀਵਾਨ ਲੱਗਦਾ ਹੈ। ਬਹੁਤ ਸਾਰੇ ਗੁਰੂ ਕੇ ਕਵੀ, ਗੁਰੂ ਕੇ ਕੀਰਤਨੀਏ, ਢਾਡੀ, ਪ੍ਰਚਾਰਕ, ਉਹ ਆਪਣੀ ਕਲਾ ਦਾ ਸਤਿਗੁਰੂ ਦੇ ਦਰਬਾਰ ਵਿੱਚ ਆ ਕੇ ਗੁਰੂ ਸਾਹਿਬ ਨੂੰ ਕਲਾ ਨਾਲ, ਆਪਣੀ ਬਾਣੀ ਨਾਲ, ਆਪਣੇ ਬੋਲਾਂ ਨਾਲ, ਆਪਣੀ ਆਵਾਜ਼ ਨਾਲ, ਆਪਣੇ ਕੀਰਤਨ ਨਾਲ, ਆਪਣੇ ਢੱਡ ਵਾਰਾਂ ਦੇ ਨਾਲ ਖੁਸ਼ ਕਰਦੇ ਨੇ, ਸੰਗਤ ਨੂੰ ਨਿਹਾਲ ਕਰਦੇ ਨੇ। ਪਰ ਮਹਾਰਾਜ ਨੇ ਇੱਕਦਮ ਅਧਿਆਇ ਚੇਂਜ ਕੀਤਾ। ਸਤਿਗੁਰੂ ਕਹਿੰਦੇ ਹੁਣ ਇੱਥੇ ਬਾਣੀ ਉਹ ਪੜ੍ਹੀ ਜਾਏਗੀ, ਸ਼ਬਦ ਉਹ ਗਾਵੇ ਜਾਣਗੇ, ਇਤਿਹਾਸ ਉਹ ਸੁਣਾਇਆ ਜਾਏਗਾ, ਵਿਚਾਰ ਉਹ ਕੀਤੀ ਜਾਏਗੀ ਜੋ ਸਾਨੂੰ ਆਤਮਿਕ ਸ਼ਕਤੀ ਦੇਵੇ, ਜੋ ਸਾਡੀ ਆਤਮਾ ਦੀ ਖੁਰਾਕ ਬਣੇ, ਸਾਡੇ ਮਨ ਦੀ ਤਾਕਤ ਬਣੇ। ਹੁਣ ਮੈਂ ਬੇਨਤੀ ਕਰਾਂ, 2 ਜੰਗਾਂ ਲੱਗੀਆਂ ਜੀ,
ਇੱਕ ਚਮਕੌਰ ਦੀ ਜੰਗ ਹੈ ਤੇ ਇੱਕ ਸਰਹੰਦ ਦੀ ਜੰਗ ਹੈ। ਹੁਣ ਆਪਾਂ ਕਹਾਂਗੇ ਵੀ ਸਰਹੰਦ ਵਿੱਚ ਤੇ ਜੰਗ ਹੋਈ ਨਹੀਂ, ਬਿਲਕੁਲ ਨਹੀਂ ਹੋਈ, ਪਰ ਜੋ ਉੱਥੇ ਵਾਪਰਿਆ ਉਹ ਜੰਗ ਤੋਂ ਘੱਟ ਵੀ ਨਹੀਂ ਹੈ। ਚਮਕੌਰ ਵਿੱਚ ਲੜਨ ਵਾਲੀ ਜੰਗ ਹਥਿਆਰਾਂ ਨਾਲ ਲੜੀ ਗਈ ਹੈ, ਸਰਹੰਦ ਵਾਲੀ ਜੰਗ ਵਿਚਾਰਾਂ ਨਾਲ ਲੜੀ ਗਈ ਹੈ। ਅਸਲ 'ਚ ਜੰਗ ਹੁੰਦੀ ਕਦੋਂ ਹੈ? ਜਦੋਂ ਵਿਚਾਰ ਟਕਰਾ ਜਾਣ, ਵਿਚਾਰ ਆਪਸ ਵਿੱਚ ਨਾ ਮਿਲਣ, ਮਤਭੇਦ ਹੋ ਜਾਏ, ਬਾਹਰੀ ਤੌਰ ਤੇ ਕਈ ਵਾਰੀ ਲੜਾਈ ਝਗੜੇ ਦਾ ਕਾਰਨ ਬਣ ਜਾਂਦਾ ਹੈ। ਕਿਸੇ ਵੀ ਲੜਾਈ ਦਾ, ਕਿਸੇ ਵੀ, ਤੁਸੀਂ ਘਰੇਲੂ ਲੈ ਲਓ, ਭਰਾਵਾਂ ਦੀ ਲੈ ਲਓ, ਪਤੀ ਪਤਨੀ, ਮਾਂ ਬਾਪ, ਆਂਢ ਗੁਆਂਢ, ਕੋਈ ਪੋਲਿਟਿਕਸ ਹੈ, ਕੋਈ ਰਾਜਨੀਤੀ, ਧਰਮ, ਝਗੜਾ ਕਿਤੇ ਵੀ ਹੋਏਗਾ, ਉਹਦਾ ਮੁੱਖ ਕਾਰਨ ਵਿਚਾਰਾਂ ਦਾ ਟਕਰਾਅ ਹੈ। ਵਿਚਾਰ ਨਹੀਂ ਮਿਲੇ, ਸ਼ਾਂਤ ਸੁਭਾਅ ਦੇ ਲੋਕ ਚੁੱਪ ਕਰਕੇ ਪਾਸੇ ਹੋ ਜਾਂਦੇ ਨੇ, ਪਰ ਜਿੱਥੇ ਮਨ ਦੇ ਅੰਦਰ ਵਿਕਾਰਾਂ ਦੀ ਅੱਗ ਬਹੁਤ ਜ਼ਿਆਦਾ ਬਲਦੀ ਹੈ, ਉੱਥੇ ਇਹ ਕਲੇਸ਼ ਤੇ ਝਗੜੇ ਦਾ ਰੂਪ ਧਾਰਨ ਕਰ ਜਾਂਦੇ। ਚਮਕੌਰ ਦੀ ਜੰਗ ਲੱਗੀ, ਉਹਦੇ ਵਿੱਚ ਗੁਰੂ ਕੇ ਲਾਲਾ ਨੇ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ, ਤੇ ਸਰਹੰਦ ਦੇ ਦਰਬਾਰ ਅੰਦਰ ਗੁਰੂ ਕੇ ਲਾਲਾ ਨੇ ਖੜ ਕੇ ਸ਼ਹੀਦੀ ਪ੍ਰਾਪਤ ਕੀਤੀ। ਉੱਥੇ ਦੀਵਾਰਾਂ 'ਚ ਖੜੇ ਔਰ ਅਡੋਲ ਖੜੇ। ਖੜਨ ਦਾ ਅਰਥ ਇਹ ਨਹੀਂ ਵੀ ਸੁੱਚੇ ਇਦਾਂ ਖੜੇ ਆ ਅਸੀਂ ਸਟੈਂਡ ਅਪ, ਨਹੀਂ, ਖੜਨ ਦਾ ਅਰਥ ਹੈ ਅੰਦਰ ਦੀ ਅਡੋਲਤਾ। ਤੇ ਸਤਿਗੁਰੂ ਜੀ ਦੀ ਜਿਹੜੀ ਬਾਣੀ ਹੈ ਪਿਆਰਿਓ, ਉਹ ਸਾਨੂੰ ਇਸ ਗੱਲ ਵਿੱਚ ਬਹੁਤ ਪਰਪੱਕ ਕਰਦੀ ਹੈ ਵੀ ਸਿੱਖਾ, ਤਨ ਦੀ ਗੱਲ ਛੱਡ ਦੇ, ਤਨ ਦੀ ਪਰਵਾਹ ਛੱਡ ਦੇ, ਆਪਣੇ ਮਨ ਨੂੰ ਐਸੀ ਖੁਰਾਕ ਦੇ, ਐਸਾ ਭੋਜਨ ਦੇ, ਤੇਰਾ ਮਨ ਅਡੋਲ ਹੋ ਜਾਏ। ਮਨ ਡੋਲ ਜਾਏ, ਵੱਡੇ ਤੋਂ ਵੱਡੇ ਰਾਜੇ ਦਾ ਸਿੰਘਾਸਨ ਖਤਮ ਹੋ ਜਾਂਦਾ ਹੈ। ਮਨ ਅਡੋਲ ਹੈ ਤੇ ਇੱਕ ਸਾਧੂ ਕੱਖਾਂ ਦੀ ਕੁੱਲੀ 'ਚ ਰਹਿ ਕੇ ਵੀ ਰਾਜ ਭਾਗ ਤੋਂ ਉੱਪਰ ਦਾ ਆਨੰਦ ਮਾਣਦਾ। ਖੇਡ ਸਾਰੀ ਮਨ ਦੀ ਹੈ। ਬਾਬਾ ਕਬੀਰ ਜੀ ਨੇ ਕਿਹਾ, ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਜ ਤਤ ਕੋ ਜੀ। ਅਸਲ 'ਚ ਤੁਸੀਂ ਆਪਣੀ ਵੀ ਅਸੀਂ ਗੱਲ ਕਰੋ, ਕਿਸੇ ਦੀ ਗੱਲ ਕਰੋ, ਸਾਡੇ ਮਨ ਦੀ ਗੱਲ ਹੈ, ਬੌਧਿਕ ਲੈਵਲ ਦੀ ਗੱਲ ਹੋ ਰਹੀ ਹੈ। ਸਾਡਾ ਬੌਧਿਕ ਜਿਹੜਾ ਗਿਆਨ ਹੈ ਉਹ ਕਿੰਨਾ ਕੁ ਹੈ, ਅਸੀਂ ਕਿਸੇ ਗੱਲ ਨੂੰ ਕਿੰਨੀ ਬਰੀਕੀ ਨਾਲ ਸਮਝਦੇ ਹਾਂ, ਕਿੰਨੀ ਬਰੀਕੀ ਨਾਲ ਜਾਣਦੇ ਹਾਂ, ਕਿੰਨੀ ਤੀਬਰਤਾ ਨਾਲ ਮੰਨਦੇ ਹਾਂ, ਕਿਸੇ ਦੀ ਗੱਲ ਦਾ ਕੈਸਾ ਜਵਾਬ ਦਿੰਦੇ ਹਾਂ, ਕਿੰਨੀ ਸਾਨੂੰ ਸਮਝ ਹੈ, ਕਿਤਨੀ ਸਾਡੀ ਪਕੜ ਹੈ, ਕਿਤਨੇ ਅਸੀਂ ਦਲੇਰ ਹਾਂ, ਕਿਤਨੇ ਬੁੱਧੀਮਾਨ ਹਾਂ, ਕਿਤਨੇ ਸਿਆਣੇ ਹਾਂ, ਕਿੰਨੇ ਮੂਰਖ ਹਾਂ। ਇਹ ਸਾਰਾ ਕੁਝ ਕਿਸ ਤੇ ਡਿਪੈਂਡ ਕਰਦਾ ਹੈ? ਇਹ ਨਾ ਕੱਪੜਿਆਂ ਤੇ ਕਰਦਾ ਹੈ, ਨਾ ਚਿਹਰੇ ਤੇ ਕਰਦਾ ਹੈ, ਨਾ ਅਮੀਰੀ ਨਾਲ ਕਰਦਾ ਹੈ। ਇਹ ਸਾਰਾ ਕੁਝ ਡਿਪੈਂਡ ਤੁਹਾਡੀ ਬੁੱਧੀ ਤੇ ਕਰਦਾ ਹੈ। ਜਦੋਂ ਅਸੀਂ ਕਹਿੰਦੇ ਵੀ ਫਲਾਣੇ ਬਜ਼ੁਰਗ ਦੀ ਜਾ ਕੇ ਸਲਾਹ ਲਓ, ਉੱਥੇ ਅਸੀਂ ਇਹ ਨਹੀਂ ਪੁੱਛਦੇ ਵੀ ਕਿਹੜੀ ਕੋਠੀ 'ਚ ਰਹਿ ਰਿਹਾ, ਕਿਹੜੀ ਗੱਡੀ 'ਚ ਰਹਿ ਰਿਹਾ, ਉਹਦਾ ਬੈਂਕ ਬੈਲੈਂਸ ਕਿੰਨਾ, ਉਹਦੀ ਜ਼ਮੀਨ ਕਿੰਨੀ ਹੈ। ਅਸੀਂ ਇਸ ਕਰਕੇ ਸਲਾਹ ਲੈਂਦੇ ਵੀ ਸਿਆਣਾ ਬਹੁਤ ਹੈ, ਉਹਦਾ ਬੌਧਿਕ ਲੈਵਲ ਬਹੁਤ ਜ਼ਿਆਦਾ ਹੈ, ਉਹ ਬੜੀ ਗਹਿਰੀ ਸੋਚ ਰੱਖਦਾ, ਬੜੀ ਦੂਰ ਦੀ ਸੋਚ ਰੱਖਦਾ ਹੈ। ਦਸ਼ਮੇਸ਼ ਪਿਤਾ ਨਾਲ ਝਗੜਾ ਕਿਸ ਗੱਲ ਦਾ ਹੈ? ਪਹਾੜੀਆਂ ਦਾ ਤੇ ਮੁਗਲਾਂ ਦਾ। ਕਿਉਂਕਿ ਸਤਿਗੁਰੂ ਜੀ ਦਾ ਬੌਧਿਕ ਪੱਧਰ, ਬੌਧਿਕ ਗਿਆਨ ਅਸਮਾਨ ਦੀਆਂ ਬੁਲੰਦੀਆਂ ਛੂ ਰਿਹਾ, ਤੇ ਇਹ ਲੋਕ ਕੇਵਲ ਜ਼ਮੀਨ ਦੇ ਉੱਪਰ ਹੀ ਰੇਂਗ ਰਹੇ ਨੇ। ਉਹ ਬਰਦਾਸ਼ਤ ਨਹੀਂ ਹੋ ਰਿਹਾ। ਦੇਖੋ ਜੀ, ਜਦੋਂ ਸੂਰਜ ਚਮਕਦਾ ਨਾ, ਬਹੁਤ ਜ਼ਿਆਦਾ ਚਮਕ ਹੋਵੇ, ਕਹਿੰਦੇ ਨੇ ਵੀ ਚਾਨਣ ਜਦੋਂ ਬਹੁਤ ਜ਼ਿਆਦਾ ਹੋ ਜਾਏ ਨਾ, ਉਹ ਧਰਤੀ ਤੇ ਮਾਲਕ ਨੇ ਕੁਝ ਐਸੇ ਜੀਵ ਵੀ ਬਣਾਏ ਨੇ, ਮਨੁੱਖ ਵੀ ਬਣਾਏ ਨੇ, ਜਿਹੜੇ ਚਾਨਣ ਪਸੰਦ ਨਹੀਂ ਕਰਦੇ। ਮਨੁੱਖਾਂ ਵਿੱਚ ਚੋਰ, ਵਿਭਚਾਰੀ, ਇਹ ਹਮੇਸ਼ਾ ਹਨੇਰਾ ਭਾਲਦੇ ਨੇ, ਇਹ ਹਨੇਰਾ ਭਾਲਣਗੇ, ਇਹਨਾਂ ਨੂੰ ਚਾਨਣ ਪਸੰਦ ਨਹੀਂ ਹੁੰਦਾ। ਚੋਰ ਜਦੋਂ ਚੋਰੀ ਕਰੇਗਾ ਉਹ ਹਨੇਰੇ ਵਿੱਚ ਕਰੇਗਾ, ਲਾਈਟਾਂ ਜਗਦਿਆਂ ਵੀ ਹੋਣਗੀਆਂ ਬੰਦ ਕਰੇਗਾ। ਹੁਣ ਅਜੋਕੇ ਸਮੇਂ 'ਚ ਕੈਮਰੇ ਲੱਗਦੇ ਨੇ, ਕਈ ਵਾਰੀ ਕੈਮਰਿਆਂ ਤੇ ਵੀ ਪਰ ਉਹਨੂੰ ਚਾਨਣ ਪਸੰਦ ਹੀ ਨਹੀਂ, ਉਹਦੀ ਚਾਨਣ ਨਾਲ ਨਹੀਂ ਬਣਦੀ। ਇੱਕ ਉੱਲੂ ਵੀ ਹੈ ਪੰਛੀਆਂ ਵਿੱਚ, ਉੱਲੂ ਦੀ ਵੀ ਚਾਨਣ ਨਾਲ ਨਹੀਂ ਬਣਦੀ। ਤੇ ਹੁਣ ਗੁਰੂ ਕੀ ਹੈ? ਗੁਰੂ ਗਿਆਨ ਦਾ ਸੂਰਜ ਹੈ, ਗੁਰੂ ਵਤ ਪਖ ਦਾ ਜਲੌ ਹੈ, ਉਹਦਾ ਚਾਨਣ, ਉਹਦੀ ਚਕਾਚੌਂਧ ਨੂੰ ਕੋਈ ਭਾਗਾਂ ਵਾਲਾ ਬਰਦਾਸ਼ਤ ਕਰ ਸਕਦਾ। ਚੋਰ, ਉਚੱਕੇ, ਡਾਕੂ, ਲੁਟੇਰੇ, ਉੱਲੂ ਇਸ ਰੋਸ਼ਨੀ ਨੂੰ ਬਰਦਾਸ਼ਤ ਹੀ ਕੋਈ ਨਹੀਂ ਕਰ ਪਾਉਂਦੇ। ਨਤੀਜਾ ਝਗੜਾ ਪਾ ਕੇ ਬਹਿ ਜਾਂਦੇ ਨੇ। ਲੜਾਈ ਚਾਨਣ ਤੇ ਹਨੇਰੇ ਦੀ ਹੈ, ਝੂਠ ਤੇ ਸੱਚ ਦੀ ਹੈ, ਅੰਮ੍ਰਿਤ ਤੇ ਜ਼ਹਿਰ ਦੀ ਹੈ। ਔਰ ਇਹ ਲੜਾਈ ਅੱਜ ਦੀ ਨਹੀਂ, 300 ਸਾਲ ਪਹਿਲਾਂ ਦੀ ਨਹੀਂ, ਇਹ ਲੜਾਈ ਜਦੋਂ ਦਾ ਸੰਸਾਰ ਬਣਿਆ ਉਦੋਂ ਦੀ ਚੱਲਦੀ ਆ ਰਹੀ ਹੈ। ਹੁਣ ਧਿਆਨ ਦਿਓ, ਸਰਹੰਦ ਦਾ ਵਿਰਸਾ ਜੀ ਸਾਡੇ ਸਾਹਮਣੇ ਹੁਣ ਦੋ ਰੂਹਾਂ ਖੜੀਆਂ ਨੇ, ਜਿਨ੍ਹਾਂ ਦੀ ਸਰੀਰਕ ਆਰਬਲਾ 6 ਸਾਲ ਤੇ 8 ਸਾਲ ਹੈ। ਮੈਂ ਬੇਨਤੀ ਕਰ ਰਿਹਾ, ਤੁਸੀਂ ਬੇਸ਼ੱਕ ਕਿਤਾਬ ਵੀ ਸ਼੍ਰੋਮਣੀ ਕਮੇਟੀ ਦੀ ਛਪੀ, ਉਹਦੇ 'ਚ ਇਹੀ ਉਮਰਾਂ ਨੇ, ਪ੍ਰਚਲਿਤ ਜ਼ਿਆਦਾ 7 ਤੇ 9 ਦੀ ਗੱਲ ਹੁੰਦੀ ਹੈ, ਇਹ ਵੀ ਤੁਹਾਨੂੰ ਪਤਾ ਹੋਣਾ। ਪਰ ਦਸੰਬਰ 1698 ਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ,
ਜਿਹੜਾ ਅਸੀਂ ਹੁਣ 14 ਤਰੀਕ ਨੂੰ ਮਨਾਇਆ। ਦਸੰਬਰ 1698 ਤੇ ਦਸੰਬਰ 1704 ਪੂਰੇ 6 ਸਾਲ ਬਣਦੇ ਨੇ। ਕੁਝ ਵਿਦਵਾਨਾਂ ਨੇ ਫੱਗਣ ਮਹੀਨੇ 1699 ਦਾ ਵੀ ਜਨਮ ਮੰਨਿਆ ਵੀ ਵਿਸਾਖੀ ਤੋਂ 1 ਮਹੀਨਾ ਪਹਿਲਾਂ, 1699 ਦੀ ਵਿਸਾਖੀ ਤੋਂ 1 ਜਾਂ 1.5 ਮਹੀਨਾ ਪਹਿਲਾਂ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਤੇ ਉਸ ਮੁਤਾਬਿਕ ਉਹਨਾਂ ਦੀ ਉਮਰ ਕੇਵਲ ਪੌਣੇ 6 ਸਾਲ ਬਣਦੀ ਹੈ। 7 ਤੇ 9 ਕਿਵੇਂ ਹੋ ਗਈ ਨਹੀਂ ਪਤਾ, ਅਸਲ ਵਿੱਚ ਇਹ ਉਮਰ ਹੈ 6 ਸਾਲ 8 ਜਾਂ ਪੌਣੇ 6 ਤੇ ਪੌਣੇ 8। ਗੁਰੂ ਮਿਹਰ ਕਰੇ ਚਲੋ ਅਸੀਂ ਉਮਰ ਦੇ ਵੀ ਵਿਵਾਦ ਵਿੱਚ ਨਹੀਂ ਪੈਣਾ। ਉਹ 7-9 ਦੇ ਹੁੰਦੇ, ਉਹ 10-12 ਦੇ ਹੁੰਦੇ, 15-17 ਦੇ ਹੁੰਦੇ, 4-6 ਦੇ ਹੁੰਦੇ, ਪਾਣਾ ਫਿਰ ਵੀ ਇਹੀ ਵਾਪਰਨਾ ਸੀ। ਜਵਾਬ ਫਿਰ ਵੀ ਵਜੀਦੇ ਨੂੰ ਹੀ ਦੇਣੇ ਸੀ, ਫਿਰ ਵੀ ਉਹ ਦੀਵਾਰਾਂ ਵਿੱਚ ਖੜੇ ਹੀ ਰਹਿੰਦੇ। ਕਿਉਂ? ਅੰਦਰ ਦੀ ਅਡੋਲਤਾ ਉਮਰਾਂ ਨਾਲ ਸੰਬੰਧ ਨਹੀਂ ਰੱਖਦੀ। ਮਨ ਦੀ ਸ਼ਕਤੀ, ਗਿਆਨ ਦੀ ਸ਼ਕਤੀ, ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਇਹ ਉਮਰਾਂ ਵੇਖ ਕੇ ਨਹੀਂ ਹੁੰਦੀ। ਥੋੜੀ ਜਿਹੀ ਗੱਲ ਮੈਂ ਬਚਪਨੇ ਦੀ ਕਰਾਂ, ਕਿਉਂਕਿ ਦੇਖੋ ਇਹ ਜਿਹੜੀਆਂ ਉਮਰਾਂ ਨੇ, ਉਮਰਾਂ ਕਰਕੇ ਬੇਨਤੀ ਕਰਨ ਲੱਗਿਆ, ਅੰਦਰ ਦੀ ਅਵਸਥਾ ਨੂੰ ਤੇ ਅਸੀਂ ਨਾਪ ਹੀ ਨਹੀਂ ਨਾ ਸਕਦੇ। ਕਿਉਂਕਿ ਜਦੋਂ ਅਸੀਂ ਹੁਣ ਜਿਹੜੇ ਸਾਡੇ ਸਾਹਮਣੇ ਸਰੀਰ ਆਣੇ ਨੇ, ਜੋ ਅਸੀਂ ਅਲਫਾਜ਼ ਵਰਤਦੇ ਹਾਂ, ਛੋਟੇ ਸਾਹਿਬਜ਼ਾਦੇ, ਉਹ ਛੋਟੇ ਭਰਾਵਾਂ ਵਿੱਚੋਂ ਛੋਟੇ ਨੇ, ਨਿੱਕੀਆਂ ਜੰਦਾਂ ਉਮਰ ਕਰਕੇ ਪਰ ਸਾਕੇ ਵੱਡੇ ਕਰਦੀਆਂ ਨੇ। ਇਹ ਜੋ ਨਿੱਕੀ ਉਮਰ ਦੇ ਵਿੱਚ ਇਤਨੀ ਵੱਡੀ ਘਟਨਾ ਨੂੰ ਸਰ ਅੰਜਾਮ ਦੇਣਾ, इतना ਵੱਡਾ ਅਕੀਦਾ, कितना ਵੱਡਾ ਸਿਦਕ ਹੈ, कितना ਸਿਰੜ ਹੈ, कितनी ਦਲੇਰੀ ਹੈ, कितना ਸਾਹਸ ਹੈ। ਵੀ ਕਮਾਲ ਦੀ ਗੱਲ, ਇਹ ਵੱਡੇ ਵੱਡੇ ਯੋਧਿਆਂ ਜਰਨੈਲਾਂ ਵਿੱਚ ਵੀ ਨਹੀਂ ਹੁੰਦਾ। ਪਰ ਇਹਦੀ ਪ੍ਰੇਰਣਾ, ਇਹਦੀ ਆਰੰਭਤਾ ਇਹ ਸਤਜੁਗ ਤੋਂ ਹੀ ਹੋ ਗਈ ਸੀ। ਗੁਰੂ ਸਾਹਿਬ ਜੀ ਦੀ ਜਦੋਂ ਬਾਣੀ ਪੜ੍ਹਦੇ ਹਾਂ, ਬਾਬਾ ਕਬੀਰ ਜੀ ਨੇ ਗੱਲ ਆਰੰਭ ਕੀਤੀ, ਉਹਨਾਂ ਨੇ ਉਦਾਹਰਣ ਦਿੱਤੀ। ਕਮਾਲ ਦੀ ਗੱਲ, ਉਦਾਹਰਣ ਦੇਖੋ ਬਾਣੀ 'ਚ 2 ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਜੀ। ਇੱਕ ਤੇ ਹੁੰਦੀ ਹੈ ਵੀ ਕਿਸੇ ਨੂੰ ਮੰਨੋ, ਰੱਬ ਨੂੰ ਮੰਨੋ, ਰੱਬ ਦੀ ਭਗਤੀ ਕਰੋ, ਰੱਬ ਦੀ ਬੰਦਗੀ ਕਰੋ, ਰੱਬ ਨਾਲ ਜੁੜੋ, ਪਰਮੇਸ਼ਰ ਦੇ ਰਾਹ ਤੇ ਚੱਲੋ। ਬੰਦਾ ਸੋਚਦਾ ਹੈ, ਸਵਾਲ ਕਰਦਾ ਜੀ ਕਿਵੇਂ ਚੱਲੀਏ। ਫਿਰ ਦੂਜੀ ਗੱਲ ਆਉਂਦੀ ਹੈ ਐਗਜ਼ਾਮਪਲ, ਉਦਾਹਰਣ ਵੀ ਐਵੇਂ ਚੱਲੋ। ਉਦਾਹਰਣ ਆ ਜਾਂਦੀ ਹੈ ਨਾ, ਉਹ ਸ਼ਬਦ ਕੀ ਹੈ। ਬਾਬਾ ਕਬੀਰ ਜੀ ਇੱਕ ਗੱਲ ਦੱਸਦੇ ਨੇ, ਨਾਲ ਫਿਰ ਉਦਾਹਰਣ ਵੀ ਦਿੰਦੇ ਨੇ। ਕਹਿੰਦੇ ਤੈਨੂੰ ਕੋਈ ਸਮੱਸਿਆ ਨਾ ਆ ਜਾਏ, ਰਾਮ ਜਪੋ ਜੀ ਐਸੇ ਐਸੇ। ਹੁਣ ਅੱਗੇ ਉਦਾਹਰਣ ਹੈ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿੱਥੇ ਸ਼ਬਦ ਜੈਸੇ ਆ ਜਾਏ, ਜਿਉਂ ਆ ਜਾਏ, ਉਦਾਹਰਣ ਹੁੰਦਾ ਹੈ। ਜੈਸੇ ਦਾ ਅਰਥ ਹੈ ਜਿਵੇਂ। ਜਿਵੇਂ ਧਰੂ ਤੇ ਪ੍ਰਹਿਲਾਦ ਨੇ ਜਪਿਆ ਹੈ, ਸਿੱਖਾ ਤੂੰ ਉਵੇਂ ਰਾਮ ਨਾਲ ਜੁੜ। ਜਿੰਨਾ ਗਿਆਨ ਧਰੂ ਪ੍ਰਹਿਲਾਦ ਕੋਲ ਹੈ, ਜਿਤਨੀ ਸਮਝ ਉਹਨਾਂ ਕੋਲ ਹੈ, ਜਿਤਨਾ ਅਕੀਦਾ ਉਹਨਾਂ ਦਾ ਵੱਡਾ ਹੈ, ਜਿਤਨੀ ਵਿਸ਼ਾਲ ਸੋਚ ਉਹਨਾਂ 'ਚ ਹੈ, ਜਿਤਨਾ ਬੌਧਿਕ ਲੈਵਲ ਦਾ ਗਿਆਨ ਪ੍ਰਕਾਸ਼ ਚਾਨਣ ਉਹਨਾਂ ਦੇ ਅੰਦਰ ਹੈ, ਸਿੱਖਾ ਤੇਰੇ ਅੰਦਰ ਵੀ ਉਨਾ ਹੀ ਹੋਣਾ ਚਾਹੀਦਾ। ਤੂੰ ਉਹਨਾਂ ਵਰਗਾ ਬਣ। ਹੁਣ ਉਹਨਾਂ ਨੇ ਇਹ ਨਹੀਂ ਕਿਹਾ ਫਲਾਣੇ ਬ੍ਰਹਮ ਗਿਆਨੀ ਦੀ ਤਰ੍ਹਾਂ ਜਪੋ, ਫਲਾਣੇ ਬਾਬੇ ਦੀ ਤਰ੍ਹਾਂ ਜਪੋ, ਫਲਾਣੇ ਤਪਸਵੀ ਦੀ ਤਰ੍ਹਾਂ ਜਪੋ। ਧਰੂ ਤੇ ਪ੍ਰਹਿਲਾਦ 5 ਤੇ 7 ਸਾਲ ਦੀਆਂ ਨਿੱਕੀਆਂ ਉਮਰਾਂ ਦੇ ਦੋ ਬਾਲ ਨੇ। ਕੋਈ 70-80 ਸਾਲ ਦੀਆਂ ਜਟਾਂ ਵਧਾਉਣ ਵਾਲੇ, ਕੋਈ ਸਮਾਧੀਆਂ ਲਾਉਣ ਵਾਲੇ, ਕੋਈ ਤਪਸਵੀ ਨਹੀਂ ਹਨ। ਨਿੱਕੀਆਂ ਉਮਰਾਂ ਦੇ ਬਾਲ ਨੇ। ਸਿਆਣੇ ਬੰਦੇ ਨੂੰ ਗੱਲ ਸਮਝਾਉਣ ਲਈ ਜਦੋਂ ਉਦਾਹਰਣ ਬੱਚੇ ਦੀ ਨਿੱਕੀ ਉਮਰ ਦੀ ਦੇਣੀ ਪੈ ਜਾਏ, ਯਕੀਨਨ ਸੱਚ ਹੈ ਕਿ ਉਹ ਨਿੱਕੀ ਉਮਰ ਨਿੱਕੀ ਹੈ, ਪਰ ਉਹਦੀ ਸੋਚ ਅਸਮਾਨ ਦੀਆਂ ਬੁਲੰਦੀਆਂ ਛੂ ਰਹੀ ਹੈ। ਇਹ ਤੋਂ ਬਾਅਦ ਅੱਗੇ ਆ ਜਾਓ। ਗੁਰੂ ਦਰਬਾਰ ਅੰਦਰ ਬਚਪਨੇ ਦੀ ਬੜੀ ਵੱਡੀ ਮਾਨਤਾ ਜੀ। ਬਚਪਨੇ ਨੇ ਬਹੁਤ ਰੰਗ ਦਿਖਾਏ ਨੇ ਸੰਸਾਰ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਰਤਾਰਪੁਰ ਦੀ ਧਰਤੀ ਤੇ ਵਿਚਰਦੇ ਇੱਕ ਨਿੱਕੇ ਬਾਲਕ ਨੂੰ ਕਿਹਾ ਵੀ ਬੇਟਾ ਤੂੰ ਸੇਵਾ ਬਹੁਤ ਕਰਦਾ, ਬੜੀ ਭਾਵਨਾ ਨਾਲ ਕਰਦਾ, ਅਸੀਂ ਬੜੇ ਪ੍ਰਸੰਨ ਹਾਂ, ਤੇ ਬੋਲ ਤੇਰੀ ਕੀ ਇੱਛਾ, ਤੇਰੀ ਮੰਗ ਪੂਰੀ ਕਰੀਏ। ਤੇ ਉਦੋਂ 12 ਸਾਲ ਦੀ ਉਮਰ ਹੈ ਜੀ। ਹੁਣ 12 ਸਾਲ ਤੱਕ ਗੁਰਬਾਣੀ ਦੇ ਮੁਤਾਬਿਕ ਬਚਪਨ ਦਾ ਸਮਾਂ ਹੁੰਦਾ। 12 ਬਰਸ बालपन बीते, 20 बरस कछ तप न कियो, 30 बरस कछ देव न पूजा, फिर पछताना बिरद पयो। 12 बरस बालपन बीते। कहने लगे बाबा इच्छा कोई नहीं, एक भय है मन दे अंदर कि मन दे अंदर मौत दा डर मुक जाए। सतगुरु कहने लगे भी जे तू गल करदा है बच्चे दी नहीं, उम्र तेरी बच्चे दी है, पर तेरी गल, तेरा सवाल बुजुर्ग दा है, एक बुढ़े दा है, जो जिंदगी दे अंतले पड़ाव ते खलोता है। वो कौन है? वो है वो महान आत्मा जिन्हों संसार ने नाम दिता धन धन बाबा बुढ़ा जी। 12 साल दी उम्र दे अंदर उन्हां दा मन किन्ना जागया है,
ਉਹਨਾਂ ਦੀ ਬੋਲ ਬਾਣੀ, ਉਹਨਾਂ ਦੇ ਸਵਾਲ, ਉਹਨਾਂ ਦੀਆਂ ਗੱਲਾਂ ਤੋਂ ਪ੍ਰਗਟ ਹੋਇਆ। 6ਵੇਂ ਪਾਤਸ਼ਾਹ 11 ਸਾਲ ਦੀ ਉਮਰ 'ਚ ਗੁਰਤਾ ਗੱਦੀ ਤੇ ਬਿਰਾਜਮਾਨ। ਦਸ਼ਮੇਸ਼ ਪਿਤਾ 9 ਸਾਲ ਦੀ ਉਮਰ 'ਚ ਗੁਰਤਾ ਗੱਦੀ ਤੇ ਬਿਰਾਜਮਾਨ। ਔਰ ਕਮਾਲ ਹੋ ਗਈ, ਸੰਸਾਰ ਨੇ ਪਹਿਲੀ ਵਾਰੇ ਨਜ਼ਾਰਾ ਤੱਕਿਆ ਜਦੋਂ 5.25 ਸਾਲ ਦੀ ਉਮਰ 'ਚ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ। 5.25 ਸਾਲ, ਸੋਚ ਕੇ ਦੇਖੋ, ਦਿਮਾਗ ਚਕਰਾ ਜਾਂਦਾ ਹੈ, ਅਕਲ ਸੋਚਣ ਤੇ ਮਜਬੂਰ ਹੋ ਜਾਂਦੀ ਹੈ ਵੀ ਇਹ ਹੋ ਕਿਵੇਂ ਸਕਦਾ ਹੈ। 5.25 ਸਾਲ ਦਾ ਸੰਸਾਰ ਦੇ ਵਿੱਚ ਬੱਚਾ ਹੋਵੇ, ਉਹਨੂੰ ਆਪਣੀ ਸੁੱਧ ਬੁੱਧ ਨਹੀਂ ਹੁੰਦੀ, ਉਹਦੀ ਸੋਚ ਖਾਣ ਪੀਣ ਖੇਡਣ ਤੋਂ ਪਰੇ ਨਹੀਂ ਜਾਂਦੀ। ਪਰ ਕਮਾਲ ਦੀ ਗੱਲ, ਗੁਰੂ ਨਾਨਕ ਦੇ ਘਰ ਨੇ 5.25 ਸਾਲ ਦੀ ਉਮਰ ਦੇ ਉੱਪਰ ਪੂਰੀ ਕੌਮ ਦਾ ਭਾਰ ਪਾਇਆ, ਔਰ ਉਹਨਾਂ ਨੇ ਉਹ ਭਾਰ ਆਪਣੇ ਮੋਢਿਆਂ ਤੇ ਚੁੱਕਿਆ ਤੇ ਨਿਭਾਇਆ ਵੀ ਹੈ। ਰਾਜਨੀਤੀ ਵਿੱਚ ਦੇਖ ਲਓ, 90 ਸਾਲ ਦਾ ਬੰਦਾ ਹੋ ਜਾਂਦਾ, 95-100 ਸਾਲ ਦਾ, ਲੱਤਾਂ ਕਬਰ 'ਚ ਪਈਆਂ ਨੇ, ਉਹ ਸਾਰੀ ਕੌਮ ਵੇਚ ਕੇ ਖਾ ਜਾਂਦਾ। ਉਹਦੇ ਤੋਂ ਕੋਈ ਭਲੇ ਦੀ ਆਸ ਨਹੀਂ ਹੁੰਦੀ, ਕਿਸੇ ਦਾ ਭਲਾ ਨਹੀਂ ਕਰਦਾ, ਸਮਾਜ, ਕੌਮ, ਦੇਸ਼ ਸਭ ਨੂੰ ਬਰਬਾਦ ਕਰ ਦਿੰਦਾ ਹੈ, ਕਿਸੇ ਨੂੰ ਜ਼ਿੰਦਗੀ ਨਹੀਂ ਦਿੰਦਾ, ਮੌਤ ਵੰਡਦਾ। ਪਰ 5.25 ਸਾਲਾਂ ਦੇ ਬਾਲਾ ਪ੍ਰੀਤਮ ਨੇ 7.25 ਸਾਲ ਤੱਕ ਪਹੁੰਚਦੇ ਆ। 2.5 ਸਾਲ ਗੁਰਤਾ ਗੱਦੀ ਹੈ ਕੇਵਲ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ। 8 ਸਾਲ ਵੀ ਪੂਰੇ ਨਹੀਂ, 7.25 ਸਾਲ ਵੀ ਜੋਤੀ ਜੋਤ ਸਮਾ ਗਏ, ਬਚਪਨੇ ਨੂੰ ਅਮਰ ਕਰ ਗਏ। ਬਚਪਨਾ ਰੁਸ਼ਨਾ ਦਿੱਤਾ। ਬਚਪਨੇ ਦੀ ਮਹਾਨਤਾ ਕਿੱਡੀ ਵੱਡੀ ਆ ਗਈ। ਬਚਪਨਾ ਬਹੁਤ ਕੋਮਲ ਹੈ। ਔਰ ਗੁਰੂ ਸਾਹਿਬ ਨੇ ਕਮਾਲ ਕੀਤੀ, ਕਹਿੰਦੇ ਜੇਕਰ ਕਿਸੇ ਨੇ ਰੱਬ ਨੂੰ ਪਾ ਲਿਆ ਨਾ, ਛੇਤੀ ਪਾਉਣਾ, ਛੇਤੀ ਪਾ ਸਕਦੇ ਤੇ ਬਚਪਨੇ ਦੀ ਉਮਰ 'ਚ ਪਾ ਸਕਦੇ। ਬਾਬਾ ਕਬੀਰ ਜੀ ਨੇ ਫੇਰ ਗੱਲ ਕੀਤੀ, ਕਹਿੰਦੇ ਕਹੋ ਕਬੀਰ ਭਗਤੀ ਕਰ ਪਾਇਆ, ਭੋਲੇ ਪਾਏ ਮਿਲੇ ਰਘੁਰਾਇਆ। ਭੋਲਾ ਪਾਓ ਬੱਚੇ ਦਾ ਸੁਭਾਅ, ਕਿਉਂ? ਬੱਚੇ ਦਾ ਮਨ ਬਹੁਤ ਭੋਲਾ ਹੈ। ਅਸਲ ਵਿੱਚ ਜਿਹੜੀ ਸਾਡੀ ਸਾਧਨ ਹੈ ਨਾ, ਸਾਡੀ ਤਪੱਸਿਆ, ਸਾਡੀ ਕਮਾਈ, ਸਾਡਾ ਗਿਆਨ, ਸਾਡਾ ਕਥਾ ਕੀਰਤਨ ਸੁਣਨਾ, ਕਰਨਾ, ਪਾਠ, ਅੰਮ੍ਰਿਤ ਵੇਲਾ, ਜਾਪ, ਤਪ, ਜੋ ਅਸੀਂ ਕਰਦੇ ਹਾਂ ਉਹ ਕਿਸ ਵਾਸਤੇ ਹੈ? ਕਿ ਅਸੀਂ ਭੋਲੇ ਬਣ ਜਾਈਏ, ਅਸੀਂ ਬੱਚੇ ਬਣ ਜਾਈਏ ਦੁਬਾਰਾ। ਇੱਕ ਸਾਧੂ ਸੰਤ ਮਹਾਤਮਾ, ਕੋਈ ਤਪਸਵੀ, ਕੋਈ ਬ੍ਰਹਮ ਗਿਆਨੀ ਹੁੰਦਾ ਹੈ, ਉਹ ਬਚਪਨ ਦੀ ਅਵਸਥਾ 'ਚ ਆਇਆ ਹੁੰਦਾ। ਅਸਲ 'ਚ ਉਹਦੇ ਅੰਦਰ ਛਲ ਨਹੀਂ, ਕਪਟ ਨਹੀਂ, ਵੈਰ ਨਹੀਂ, ਵਿਰੋਧ ਨਹੀਂ, ਲੋਭ ਨਹੀਂ, ਲਾਲਚ ਨਹੀਂ, ਈਰਖਾ ਨਹੀਂ, ਨਿੰਦਾ ਨਹੀਂ, ਕਿਸੇ ਨਾਲ ਦੁਸ਼ਮਣੀ ਨਹੀਂ। ਇਹੀ ਗੁਣ ਇੱਕ ਬੱਚੇ ਵਿੱਚ ਹੁੰਦੇ ਨੇ, ਬੱਚੇ ਵਿੱਚ ਸੁਭਾਵਿਕ ਹੁੰਦੇ ਨੇ। ਪਰ ਜਵਾਨੀ ਤੇ ਬੁਢਾਪੇ ਦੀ ਦਹਲੀਜ਼ ਪਹੁੰਚਦੇ ਆ, ਸੰਸਾਰ ਦੇ ਰੰਗਾਂ 'ਚ ਰੰਗਦੇ ਅਸੀਂ ਆਪਣੇ ਗੁਣ ਖੋ ਜਾਂਦੇ ਆ। ਫਿਰ ਅਸੀਂ ਰੱਬ ਵਾਲੇ ਪਾਸੇ ਤੁਰਦੇ ਆ, ਰੱਬਾ ਕਿਤੇ ਮੇਰੇ 'ਚ ਗੁਣ ਆ ਜਾਣ, ਮੈਂ ਤੈਨੂੰ ਪਾ ਲਵਾਂ। ਬਚਪਨਾ ਰੱਬ ਦੇ ਬਹੁਤ ਨੇੜੇ ਹੈ। ਥੋੜੀ ਜਿਹੀ ਦਿਸ਼ਾ ਨਿਰਦੇਸ਼ ਦੇਣ ਦੀ ਲੋੜ ਹੈ, ਥੋੜੀ ਜਿਹੀ ਡਾਇਰੈਕਸ਼ਨ ਦਿਓ, ਬੱਚਾ ਬਹੁਤ ਛੇਤੀ ਧਰਮ ਵਾਲੇ ਪਾਸੇ ਤੁਰਦਾ ਹੈ। ਪਰ ਜੇ ਤੁਸੀਂ ਇਸੇ ਉਮਰ 'ਚ ਨਾ ਸੰਭਾਲਿਆ, ਇਹ ਬੱਚੇ ਹੀ ਅੱਗੇ ਜਾ ਕੇ ਜਵਾਨੀ ਦੀ ਦਹਲੀਜ਼ ਤੇ ਪਹੁੰਚਦੇ ਵਿਗੜੈਲ ਬਣ ਜਾਂਦੇ ਨੇ। ਫਿਰ ਜਦੋਂ ਜਵਾਨੀ ਵਿਗੜ ਜਾਂਦੀ ਹੈ, ਸੰਸਾਰ ਵਿੱਚ ਵੱਡੇ ਵੱਡੇ ਵਿਨਾਸ਼ ਜਵਾਨੀ ਨੇ ਕੀਤੇ ਨੇ। ਜਵਾਨੀ ਨੇ ਕੀਤੇ ਨੇ, ਜਵਾਨਾਂ ਨੇ ਕਤਲ ਵੀ ਕੀਤੇ, ਭਟਕੇ ਹੋਇਆ ਨੇ। ਪਰ ਜਵਾਨੀ ਭਟਕ ਗਈ, ਉਹ ਕਤਲ ਵੀ ਕਰਦੀ ਹੈ, ਡਾਕੇ ਵੀ ਮਾਰਦੀ ਹੈ, ਲੁੱਟਾਂ ਖੋਹਾਂ ਵੀ ਕਰਦੀ ਹੈ, ਬਦਨੀਤੀਆਂ ਵੀ ਕਰਦੀ ਹੈ, ਵਿਚਾਰ ਵੀ ਕਰਦੀ ਹੈ, ਨਸ਼ੇ ਵੀ ਕਰਦੀ ਹੈ। ਭਟਕੀ ਹੋਈ ਜਵਾਨੀ ਸਭ ਕੁਝ ਬਰਬਾਦ ਕਰ ਦਿੰਦੀ ਹੈ। ਪਰ ਜੇ ਜਵਾਨੀ ਸੰਭਲ ਗਈ, ਜੇ ਜਵਾਨੀ ਸੁਧਰ ਗਈ, ਫਿਰ ਉਹ ਚਮਕੌਰ ਦੀ ਗੜੀ 'ਚ ਲੜ ਕੇ ਲੋਕਾਂ ਨੂੰ ਜੀਣ ਤੇ ਮਰਨ ਦੀ ਜਾਂਚ ਸਿਖਾਉਂਦੀ ਹੈ। ਬਚਪਨਾ ਸਵਰ ਜਾਏ, ਦੀਵਾਰਾਂ ਵਿੱਚ ਅਡੋਲ ਖਲੋ ਜਾਂਦਾ ਹੈ, ਪਰ ਕਦੀ ਵੀ ਕਿਸੇ ਜ਼ਾਲਮ ਤੇ ਦੁਸ਼ਮਣ ਦੇ ਅੱਗੇ ਈਨ ਨਹੀਂ ਮੰਨਦਾ। ਬਸ ਇਹ ਚਮਕੌਰ ਤੇ ਸਰਹੰਦ ਸਾਨੂੰ ਇਹੀ ਸੁਨੇਹਾ ਦੇ ਰਹੇ ਨੇ। ਕੋਈ ਕੌਮ ਮਹਿਰਮ ਨੂੰ ਮੰਨਦੀ ਏ, ਵੱਡੇ ਦਿਨਾਂ ਦਾ ਕੋਈ ਧਿਆਨ ਕਰਦਾ। 25 ਦਸੰਬਰ ਇਹਨਾਂ ਦਿਨਾਂ ਦੇ ਅੰਦਰ ਕੋਈ ਮੁਹੱਰਮ ਦੀ ਗੱਲ ਕਰਦਾ, ਕੋਈ ਵੱਡੇ ਦਿਨ, ਕੋਈ ਕ੍ਰਿਸਮਸ, ਪਰ ਕਹਿੰਦੇ ਦਿਨ ਪੋਹ ਦੇ ਸਾਨੂੰ ਵੀ ਭੁੱਲਦੇ ਨਹੀਂ, ਡਿੱਠਾ ਜਦੋਂ ਦਸ਼ਮੇਸ਼ ਨੂੰ ਦਾਨ ਕਰਦਾ। ਇਹ ਪੋਹ ਦੇ ਦਿਨ ਹਨ ਜਦੋਂ ਗੁਰੂ ਦਸ਼ਮੇਸ਼ ਪਿਤਾ ਨੇ ਪੁੱਤਰਾਂ ਦਾ ਦਾਨ ਦਿੱਤਾ। ਲੋਕੀ ਦਾਨ ਕਰਦੇ ਨੇ, ਕੋਈ ਧਨ ਦਾਨ ਕਰਦਾ, ਕੋਈ ਦੌਲਤ ਕਰਦਾ, ਕੋਈ ਸੋਨਾ ਕਰਦਾ, ਕੋਈ ਚਾਂਦੀ ਕਰਦਾ, ਕੋਈ ਆਟਾ, ਲੰਗਰ, ਪਾਣੀ ਦਾਨ ਕਰਦਾ ਹੈ। ਪਰ ਕਹਿੰਦੇ ਦੁਨੀਆ ਦਾ ਇੱਕੋ ਇੱਕ ਦਾਨ ਹੈ ਜਦੋਂ ਇੱਕ ਪਿਤਾ ਨੇ ਆਪਣੇ ਦੇਸ਼ ਕੌਮ ਲਈ ਪਿਤਾ ਤੇ ਪੁੱਤਰ ਦਾ ਦਾਨ ਕੀਤਾ ਹੈ। ਮੇਰੇ ਬਾਜਾਂ ਵਾਲੇ ਪਾਤਸ਼ਾਹ ਦਸ਼ਮੇਸ਼ ਪਿਤਾ ਦੀ ਕੀ ਰੀਸ ਕਰਾਂਗੇ ਅਸੀਂ। ਮੇਰੇ ਬਾਜਾਂ ਵਾਲੇ ਪਾਤਸ਼ਾਹ ਤੂੰ ਜੋਤ ਅਗੰਮੀ, ਤੂੰ ਛੱਤ ਧਰਮ ਦੀ ਰੱਖ ਲਈ, ਦੇ ਸਿਰਾਂ ਦੀ ਥੰਮੀ, ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਜੇ ਨਾ ਜੰਮੀ। ਧੰਨ ਧੰਨ ਮਾਤਾ ਗੁਜਰ ਕੌਰ ਜੀ। ਸਾਹਿਬਜ਼ਾਦੇ, ਉਹਨਾਂ ਦੀ ਜਿਹੜੀ ਪਰਵਰਿਸ਼ ਹੈ, ਬੇਸ਼ੱਕ ਉਹ ਗੁਰੂ ਸਾਹਿਬ ਦੀ ਦੇਖ ਰੇਖ ਵਿੱਚ ਹੋਈ, ਪਰ ਜਦੋਂ ਆਨੰਦਪੁਰ ਦੀ ਕਿਲੇ ਨੂੰ ਘੇਰੇ ਪੈਂਦੇ ਨੇ ਮਹਾਰਾਜ, ਫਿਰ ਉਸ ਮੁਤਾਬਿਕ ਮਾਹੌਲ ਨੂੰ ਚੇਂਜ ਕਰ ਲੈਂਦੇ ਨੇ। ਸਿੱਖਾਂ ਦੀ ਸੋਚ ਵੀ ਚੇਂਜ ਹੋ ਗਈ,
ਬਾਣੀ ਨਾਲ ਤੇ ਜੁੜੇ ਸਾਂ, ਇੱਕਦਮ ਮਾਹੌਲ ਨੂੰ ਸਮਝਦਿਆਂ ਮਹਾਰਾਜ ਨੇ ਸਾਰੇ ਪਾਸੇ ਬਦਲਾਵ ਲੈ ਆਂਦਾ, ਸੋਚ ਵਿੱਚ ਲੈ ਆਂਦਾ, ਕਿਲੇ ਦੀ ਦੇਖ ਰੇਖ ਵਿੱਚ ਬਦਲਾਵ ਲੈ ਆਂਦਾ। ਪਤਾ ਸੀ ਵੀ ਹੁਣ ਭਾਣੇ ਵਾਪਰਨੇ, ਇਹ ਉਹ ਲੋਕ ਨੇ ਜੋ ਚਾਨਣ ਨੂੰ ਭਾਵ ਸੱਚ ਨੂੰ ਬਰਦਾਸ਼ਤ ਨਹੀਂ ਕਰਦੇ, ਇਹ ਟਾਕਰਾ ਹੋਏਗਾ। ਉਦੋਂ ਹੀ ਤਿਆਰੀਆਂ ਹੋ ਗਈਆਂ ਸੀ। ਉਹ ਇਤਿਹਾਸ ਗੁਰੂ ਤੇਗ ਬਹਾਦਰ ਸਾਹਿਬ ਦਾ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਉਹ ਗੁਰੂ ਹਰਗੋਬਿੰਦ ਸਾਹਿਬ ਦੀਆਂ 4 ਜੰਗਾਂ, ਗੁਰੂ ਨਾਨਕ ਸਾਹਿਬ ਦੀ ਬਾਬਰ ਨਾਲ ਟੱਕਰ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਮਾਯੂੰ ਨਾਲ ਟੱਕਰ, ਵਿਚਾਰਕ, ਉੱਥੇ ਵਿਚਾਰਾਂ ਦੀ ਲੜਾਈ ਹੈ। ਫਿਰ ਇਹ ਸੀ ਅੰਦਰ ਦੀ ਪਰਪੱਕਤਾ ਨੂੰ ਕਾਇਮ ਰੱਖਣ ਵਾਸਤੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰਾ ਕੁਝ ਜਾਣਦੇ ਆ, ਪੂਰੀ ਵਿਉਂਤਬੰਦੀ ਕੀਤੀ। ਭਾਣੇ ਵਾਪਰੇ, ਕਿਲਾ ਖਾਲੀ ਕੀਤਾ, ਪਰਿਵਾਰ ਵਿਛੋੜਾ ਹੁੰਦਾ ਹੈ। ਉਹ ਜੱਥਾ ਜਿਹੜਾ 22 ਦਸੰਬਰ ਨੂੰ ਸ਼ਹੀਦੀ ਪਾਉਂਦਾ ਹੈ, 40 ਸਿੰਘਾਂ ਸਮੇਤ ਗੁਰੂ ਦਸ਼ਮੇਸ਼ ਪਿਤਾ ਚਮਕੌਰ ਵਾਲੇ ਪਾਸੇ ਨਿਕਲੇ ਨੇ। ਇੱਧਰ ਹੁਣ ਗੁਰੂ ਕੇ ਛੋਟੇ ਲਾਲ ਤੇ ਸਤਿਕਾਰਯੋਗ ਸਾਡੇ ਬਜ਼ੁਰਗ ਮਾਂ 2 ਲਾਲਾਂ ਸਮੇਤ ਸਭ ਤੋਂ ਪਹਿਲਾ ਡੇਰਾ ਉਹਨਾਂ ਨੇ ਕੀਤਾ ਚੱਕ ਢੇਰਾ, ਪਿੰਡ ਚੱਕ ਢੇਰਾ, ਜਿੱਥੇ ਹੁਣ ਹੈ ਛੰਨ ਬਾਬਾ ਕੁਮਾ ਮਾਚਕੀ। 21 ਦਸੰਬਰ ਦਾ ਦੀਵਾਨ ਸਫਰੇ ਸ਼ਹਾਦਤ ਦੇ ਕਾਫਲੇ ਦੇ ਉੱਤੇ ਪਹਿਲਾ ਸਜਿਆ। ਔਰ ਮੈਂ ਬੇਨਤੀ ਕਰਾਂ ਵੀ ਇਹਨਾਂ 'ਚ ਕੋਸ਼ਿਸ਼ ਕਰਿਆ ਕਰੋ, ਪੋਸੀਬਲ ਹੋਵੇ, ਸੰਭਵ ਹੋਵੇ, ਤੁਹਾਡੇ ਕੋਲ ਸਮਾਂ ਹੋਵੇ ਤੇ ਜ਼ਰੂਰ ਜਾਇਆ ਕਰੋ। ਇਹਨਾਂ ਦਿਨਾਂ 'ਚ ਜਾਣ ਦਾ ਇੱਕ ਸਕੂਨ ਹੈ, ਉੱਥੇ ਇੱਕ ਵੱਖਰਾ ਆਨੰਦ ਹੈ, ਇੱਕ ਵੱਖਰਾ ਤੁਹਾਡੇ ਅੰਦਰ ਨਾ ਇੱਕ ਬੜਾ ਇੱਕ ਅਜੀਬ ਜਿਹਾ ਅਹਿਸਾਸ ਹੁੰਦਾ ਇਹਨਾਂ ਦਿਨਾਂ 'ਚ। ਅਸੀਂ ਬਹੁਤ ਨੇੜੇ ਪਹੁੰਚ ਜੰਨੇ ਆ ਉਹਨਾਂ ਮਹਾਂਪੁਰਖਾਂ ਦੇ। ਕੁੰਮੇ ਮਾਸ਼ਕੀ ਗੰਗੂ, ਕਈਆਂ ਨੇ ਲਿਖਿਆ ਵੀ ਪਿੱਛੋਂ ਹੀ ਨਾਲ ਸੀ, ਕਈਆਂ ਨੇ ਲਿਖਿਆ ਵੀ ਸਰਸਾ ਪਾਰ ਕਰਕੇ ਮਿਲਿਆ, ਪਰ ਗੰਗੂ ਮਿਲਿਆ ਉਹ ਆਪਣੇ ਪਿੰਡ ਸ਼ਹੀੜੀ ਲਾ ਜਾਂਦਾ। ਹੁਣ ਧਿਆਨ ਵਿੱਚ ਰੱਖਿਓ, ਹੋ ਸਕਦਾ ਇਹ ਸੰਭਵ ਨਹੀਂ, ਹੋ ਸਕਦਾ ਜਦੋਂ ਮਾਤਾ ਜੀ ਤੇ ਗੁਰੂ ਕੇ ਲਾਲ ਗੰਗੂ ਨੂੰ ਮਿਲੇ, ਗੰਗੂ ਦੇ ਮਨ 'ਚ ਕੋਈ ਲੋਭ ਲਾਲਚ ਜਾਂ ਕੋਈ ਵੈਰ ਵਿਰੋਧ ਨਾ ਹੋਵੇ, ਜ਼ਰੂਰੀ ਨਹੀਂ ਹੁੰਦਾ। ਪਰ ਇੱਕ ਗੱਲ ਦਾ ਧਿਆਨ ਰੱਖਿਓ, ਮਹਾਰਾਜ ਨੇ ਬਾਣੀ ਵਿੱਚ ਵੀ ਕਿਹਾ, ਇਹ ਮਨ ਦਾ ਕਦੀ ਭਰੋਸਾ ਨਾ ਕਰਨਾ, ਵਿਸ਼ਾ ਨਾ ਕਰਨਾ, ਇਤਨਾ ਖਤਰਨਾਕ ਹੈ, ਇਹਦਾ ਕੁਝ ਪਤਾ ਨਹੀਂ। 1000 ਸਾਲ ਦੀ ਭਗਤੀ ਕਰਨ ਤੋਂ ਬਾਅਦ ਵੀ ਕਈ ਵਾਰੀ ਨਿੱਕੀ ਜਿਹੀ ਗੱਲ ਤੇ ਆ ਕੇ ਬੇਈਮਾਨ ਹੋ ਜਾਂਦਾ ਤੇ ਡੋਲ ਜਾਂਦਾ। ਕਬੀਰ ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਇਆ। ਇਹ ਜਿੰਨਾ ਚਿਰ ਸਾਡੀ ਜ਼ਿੰਦਗੀ ਰੂਪ ਬੇੜੀ ਸੰਸਾਰ ਦੇ ਸਮੁੰਦਰ 'ਚ ਸਾਧ ਸੰਗਤ, ਪਤਾ ਨਹੀਂ ਮਨ ਨੇ ਕਿੱਥੇ ਆ ਕੇ ਡੋਲ ਜਾਣਾ। ਮਤਾ ਮੇਰੇ ਵਰਗੇ ਨੂੰ ਮਾਣ ਹੋ ਜੇ ਵੀ ਮੈਂ ਤੇ ਜੀ ਦੇਖੋ ਗੁਰੂ ਕਾ ਸਿੱਖ ਬਣ ਗਿਆ, ਮੈਂ ਤੇ ਅੰਮ੍ਰਿਤਧਾਰੀ ਹੋ ਗਿਆ, ਮੈਂ ਤੇ ਬੜੀ ਸੇਵਾ ਕਰਦਾ, ਬੜਾ ਦਾਨ ਪੁੰਨ ਕਰਦਾ, ਬੜਾ ਦਸਵੰਧ ਕੱਢਦਾ, ਮੇਰੀ ਤੇ ਪੱਕੀ ਸੇਵਾ ਹੋ ਗਈ। ਨਹੀਂ ਸਾਧ ਸੰਗਤ ਜੀ, ਕਈ ਵਾਰੀ ਚੰਗੇ ਕਰਮ ਕਰਨ ਵਾਲਾ ਬੰਦਾ ਹੀ ਇੱਕ ਨਿੱਕਾ ਜਿਹਾ ਹੰਕਾਰ ਕਰਕੇ ਬੜੀ ਵੱਡੀ ਜ਼ਿੰਦਗੀ ਦੀ ਬਾਜੀ ਹਾਰ ਜਾਂਦਾ। ਭਰੋਸਾ ਨਹੀਂ। ਹਮੇਸ਼ਾ ਮਹਾਰਾਜ ਦੇ ਚਰਨਾਂ 'ਚ ਹੀ ਬੇਨਤੀ, ਦਾਤਾ ਕਿਰਪਾ ਕਰ, ਮਿਹਰ ਕਰੀ, ਡੋਲਣ ਤੇ ਰੱਖੋ ਪ੍ਰਭੂ। ਬਸ ਆਹ ਕਿਰਪਾ ਕਰਦੀ ਸਾਨੂੰ ਰੱਖ ਲਈ, ਪਤਾ ਨਹੀਂ ਮਨ ਨੇ ਕਿੱਥੇ ਡੋਲ ਜਾਣਾ। ਘਰ ਲੈ ਜਾਂਦਾ ਜੀ, ਸਹੇੜੀ ਇਹਦਾ ਘਰ ਹੈ। ਸਹੇੜੀ ਦੇ ਵਿੱਚ ਜਾ ਕੇ ਉਤਾਰਾ ਕਰਾਉਂਦਾ ਹੈ, ਰਾਤ ਹੁੰਦੀ ਹੈ, ਭੋਜਨ ਪਾਣੀ ਦਾ ਪ੍ਰਬੰਧ ਕਰਦਾ ਹੈ। ਭੋਜਨ ਪਾਣੀ ਜੋ ਵੀ ਸੀ ਰੁੱਖਾ ਮਿੱਸਾ ਮਿਲਿਆ ਉਹ ਛਕਿਆ। ਕੁਝ ਵਿਚਾਰਾਂ ਹੋਈਆਂ। ਇਹਨੇ ਕਹਿੰਦੇ ਪਹਿਲਾਂ ਥੋੜਾ ਜਿਹਾ ਅਫਸੋਸ ਵੀ ਜ਼ਾਹਰ ਕੀਤਾ ਵੀ ਮਾਤਾ ਜੀ ਬਹੁਤ ਮਾੜਾ ਹੋਇਆ, ਮੁਗਲੀਆ ਸਰਕਾਰ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ ਗੁਰੂ ਘਰ ਨਾਲ ਇਤਨਾ ਵੱਡਾ ਧਰੋਹ ਕਮਾਇਆ, ਔਰ ਉਹ ਗੁਰੂ ਘਰ ਜਿਹੜਾ ਇਹਨਾਂ ਹਿੰਦੁਸਤਾਨੀਆਂ ਲਈ ਕੁਰਬਾਨੀਆਂ ਦਿੰਦਾ ਰਿਹਾ, ਆਪਣੇ ਸਿਰ ਦੀ ਬਾਜੀ ਲਾਈ, ਉਸ ਗੁਰੂ ਘਰ ਦੇ ਪ੍ਰਤੀ ਐਸਾ ਕੁਝ ਇਹਨੇ ਕੁਝ ਅਫਸੋਸ ਵੀ ਜਤਾਇਆ। ਜਦੋਂ ਇਹ ਪਿੰਡ ਪਹੁੰਚਦਾ ਹੈ, ਅਗਲੇ ਦਿਨ ਸਵੇਰੇ ਇਹਨੂੰ ਇਹ ਪਤਾ ਲੱਗਦਾ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਪੂਰਾ ਪਰਿਵਾਰ ਇਹ ਸਰਕਾਰ ਦਾ ਬਾਗੀ ਹੈ। ਸਰਕਾਰ ਨੇ ਗ੍ਰਿਫਤਾਰੀ ਤੇ ਨਾਮ ਰੱਖਿਆ ਤੇ ਪਨਾਹ ਦੇਣ ਵਾਲੇ ਨੂੰ ਸਜ਼ਾਏ ਮੌਤ ਰੱਖੀ। ਇਹ ਗੱਲ ਸੁਣ ਕੇ ਇਹਦਾ ਮਨ ਫਿਰ ਘਬਰਾਇਆ, ਇਹ ਬਦਲ ਗਿਆ, ਡਰ ਗਿਆ ਅੰਦਰ। ਮੈਂ ਤਾਂ ਹੀ ਆਰੰਭ 'ਚ ਬੇਨਤੀ ਕੀਤੀ ਵੀ ਮਨ ਦੀ ਤਾਕਤ ਬੜੀ ਵੱਡੀ ਹੈ। ਸਾਡੀ ਜ਼ਿੰਦਗੀ 'ਚ ਸਭ ਤੋਂ ਵੱਡਾ ਰੋਲ ਸਾਡੇ ਮਨ ਦੀ ਸ਼ਕਤੀ ਨੇ ਕਰਨਾ ਹੈ। ਇਹ ਤੁਹਾਨੂੰ ਬਚਾਏਗਾ, ਇਹ ਤੁਹਾਨੂੰ ਡੁੱਬੇਗਾ। ਔਰ ਮਨ ਤਕੜਾ ਕਰਨ ਲਈ ਗੁਰਬਾਣੀ ਤੋਂ ਉੱਪਰ ਦੁਨੀਆ 'ਚ ਕੋਈ ਤਾਕਤ ਨਹੀਂ, ਕੋਈ ਵਸਤੂ ਨਹੀਂ, ਕੋਈ ਸ਼ਕਤੀ ਨਹੀਂ ਹੈ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ। ਕੱਲ ਵੀ ਬੇਨਤੀ ਕੀਤੀ ਸੀ, ਅਰਜ਼ੋਈ ਕਰਿਆ ਕਰੋ, ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਈ ਮੈਂ ਤੇਰੀ। ਦਾਤਾ ਜੀ ਤੇਰੇ ਨਾਲ ਜੁੜੇ ਹਾਂ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ। ਇਹਦਾ ਮਨ ਡੋਲ ਗਿਆ ਜੀ। ਹੁਣ ਇਹਨੂੰ ਜਦੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਦੇ ਸਮਾਚਾਰ ਨੇ, ਇਸ ਤਰ੍ਹਾਂ ਦੀ ਮੁਰਾਦ ਹੋਈ ਹੈ, ਇਸ ਤਰ੍ਹਾਂ ਦੀਆਂ ਗੱਲਾਂ ਚੱਲੀਆਂ ਨੇ, ਹੁਣ ਇਹਨੂੰ ਪਤਾ ਸੀ ਵੀ ਲੋਕਾਂ ਨੂੰ ਵੀ ਪਤਾ ਵੀ ਮੈਂ ਗੁਰੂ ਕੇ ਲਾਲ ਤੇ ਮਾਤਾ ਜੀ ਨੂੰ ਲੈ ਕੇ ਆਇਆ। ਉਦੋਂ ਫਿਰ ਕਹਿੰਦੇ ਇਹਨੂੰ ਇਹ ਵੀ ਪਤਾ ਸੀ ਵੀ ਮਾਤਾ ਜੀ ਕੋਲ ਕੁਝ ਧਨ ਹੈ, ਉਹਨੂੰ ਆਪਾਂ ਸੋਨੇ ਦੀਆਂ ਮੋਹਰਾਂ ਦੀ ਗੁਠਲੀ ਵੀ ਕਹਿੰਦੇ ਆ। ਇਹਨੇ ਕੀ ਕੀਤਾ ਜੀ, ਪਹਿਲਾਂ ਤਾਂ ਉਹ ਥੈਲੀ ਖਿਸਕਾ ਲਈ। ਮਾਤਾ ਜੀ ਨੇ ਪੁੱਛਿਆ ਵੀ ਗੰਗੂ ਥੈਲੀ ਸੀ?
कहने लगा जी चोर चोरी करके लै गया। माता जी कहने लगी भी देख हो तो नहीं सकता, पर चलो लै गया, कोई गल नहीं, कोई गल नहीं, धन का कोई लालच नहीं, जे चली गई तो कोई गल नहीं, ते मेरी दौलत वो गुठली नहीं, वो सोने की थैली नहीं, मोहरा नहीं हन, मेरी दौलत या मेरे दो लाल ने, इन्हां तो वध मेरे लिए कीमती कुछ नहीं। फिर इहदा मत्था ठणकिया भी जे माता इन्हां बच्चों नूं प्यार करदी है, सरकार ने इनाम रखिया है, जे मैं इन्हां नूं गिरफ्तार करा दियां, क्योंकि हुण देखो ये परिवार ते उजड़ गया, हुण इन्हां दे गुरु दा कुछ नहीं पता, पिता दा कुछ नहीं पता, सिखां दा कुछ नहीं पता, आनंदपुरी नूं घेरे पै गए ने, सारा परिवार खेरू खेरू हो गया, हुण इन्हां दी किसी ने बात नहीं पुछनी, हुण मेरा दाव लग सकदा है, हुण मैनूं किहने परत के पुछना, किहने मिलना है, मैं इन्हां नूं गिरफ्तार कराउणा, इधरों भी इनाम ते उधरले पैसिਆਂ दी थैली भी मेरी। इत्थे हुण इहदे मन च लालच आए, हुण गुरबाणी वाले पासे आओ। सतगुरु जी ने, मैं कल भी बेनती की सी भी लब लोभ अहंकार तज तृष्णा बहुत नहीं बोलना। सिखो जे इस मार्ग ते तुरना बड़ा कुछ त्याग करना पएगा। महाराज कहते लब ते लोभ तो हमेशा बचियो, ये बड़ी वड्डी मार मारदा बंदे नूं। इहदे मन दे अंदर लोभ जागया। गुरु साहब ने गुरबाणी अंदर लोभी बंदे नूं कुत्ते नाल तशबीह दित्ती है। तुहाडे च जिहड़ियां बाणी पढ़न वालियां रूहां नूं चंगी तरह जाण मन विच लोभ आ जाए, महाराज कहते नूं बंदा ना कहो, वह कुत्ता बन गया, क्योंकि उसकी करतूत कित्थे चली गई है। सुखमनी साहब पावन बाणी, करतूत पशु की मानस जात, लोक पचारा करे दिन रात, बाहर पेख अंतर मलमाया, शब्द नाहे कछ करे छपाया, बाहर ज्ञान ध्यान इशनान, अंतर व्यापै लोभ स्वान। स्वान मीनस कुकर, कुत्ता। कहते बाहरों दे दिखावे, बाहर दे पेख कुछ होर गल कह रहे ने, पर कमाल दी गल अंदर कुछ होर ही बनया होया है। अंदर लोभ दा कुत्ता भौंकदा है। मनमुख निंदा कर कर विगुत्ता, अंतर लोभ भौंकै जिस कुत्ता। मनमुख बंदा कहते पता नहीं कदों निंदा वाले पासे तुर पे, कदों विरोध वाले पासे तुर पे, क्यों उहदे अंदर लोभ दा कुत्ता भौंकदा है। मैं कल फिर बेनती की, क्योंकि बहुत नेड़े दियां घटनावां। लोभी का विसा ना कीजै, जे का पार वसाए। फिर गुरु साहब ने जो कुकर की गल की, कमाल की महाराज ने बाणी के अंदर। साध संगत जेडे नहीं पढ़ते हो बहुत पढ़ो, बाणी बड़ा बड़ा अनमोल खजाना है। एक ज्ञान का वह भंडार है, वह सागर है, वह सूरज है, जो करोड़ों जन्मां के अंधकार नूं भी दूर करके साडे अंदर नूं भी रुशना दिंदा है। यह खजाना जन्मां जन्मां की भुख भी दूर करता है, जन्म जन्म का अंधकार भी दूर करता है। सतगुरु ने गुरबाणी विच तीन तरह के कुत्ते ने, तिन्ने तरह के कुत्तियां की उदाहरण दी है। घट्टो घट चलो माड़े बंदे की तशबीह कुत्ते नाल दित्ती, गल समझ आ गई भी माड़ा बंदा जी कुत्ते नाल तशबीह देती। हुण कुत्ते दियां कुकर दियां तीन किस्मां हुंदियां ने, चौथी कोई किस्म नहीं है, तीन किस्मां ने। पहली है अवारा कुत्ता, जिहदा कोई वाली वारस नहीं, किते भी तुरया फिरदा, किते भी मुंह मारेगा, किते भी जाएगा, अवारा। दूजा हुंदा पालतू कुत्ता, जो असीं घरां च रखदे हां, सियाणा समझदार। तीजा हुंदा हलकिया कुत्ता। जदों कुत्ते नूं कुकर नूं हलक पै जाए, कहंदे उदों फिर अपने मालिक नूं भी वढ लैंदा है, क्योंकि उन्हें पहचान भुल गई। हलक पै गया, वो किसे नूं भी वढेगा, वो मालिक नूं भी वढ जाएगा। गुरु साहब ने बाणी च पंक्तियां रखियां। अवारा कुत्ते की गल करते रहे महाराज तेग बहादुर साहब, कहते सुख कै हेत बहुत दुख पावत, सेव करत जन जन की। उदाहरण कुत्ते की दित्ती, गल बंदे की हो रही है। द्वारे द्वार स्वान ज्यों डोलत, कहते वह कुत्ता जिहड़ा थां थां ते भटक रहा, कदी किसे दर ते जाएगा, किते दर ते जाएगा, किते टुकड़ मिलिया, किते ना मिलिया, किते डांग मिली, किते सोटी मिली, पर भटक रहा। द्वारे द्वार स्वान ज्यों डोलत। उसे तरह नह सुध राम भजन की, बंदा भी कई बारी रब नूं, राम नूं, गुरु नूं छड्ड के थां थां ते भटकदा है। पहली उदाहरण अवारा कुत्ता। दूजी गल कीती महाराज जी ने पालतू कुकर दी। कमाल दी गल, हुण ये पंक्ति बड़ी हैरान करदी है बंदे नूं, पढ़ी आपां बहुत वारी होनी है। महाराज ने कहा भी रब दी भगती कर, बंदगी कर। मैं फिर बेनती करा, हुण गुरु साहब उदाहरण किहड़ी दिंदे ने, कहंदे बंदिया रब दी भगती कर, बंदगी कर, रब नाल एवें जुड़। महाराज किवें जुड़ा? कहंदे जिवें पालतू कुत्ता जुड़दा है। तू पालतू कुत्ते तो सिक्ख्या लै। स्वामी को, श्लोक महला 9, स्वामी को गृह ज्यों सदा, स्वान तजत नहीं नित, नानक एह विध हर भजो, इक मन होए इक चित।
ਇਸ ਵਿਧੀ ਨਾਲ, ਇਸ ਤਰੀਕੇ ਨਾਲ, ਜਿਵੇਂ ਇੱਕ ਪਾਲਤੂ ਕੁੱਤਾ ਆਪਣੇ ਮਾਲਕ ਦੇ ਦਰ ਨਾਲ ਜੁੜਿਆ ਹੋਇਆ ਹੈ, ਉਸੇ ਤਰ੍ਹਾਂ ਬੰਦਿਆ ਤੂੰ ਵੀ ਉਸ ਪਾਲਤੂ ਕੁੱਤੇ ਤੋਂ ਸਿੱਖਿਆ ਲੈ, ਆਪਣੇ ਮਾਲਕ ਦਾ ਹੋ ਜਾ, ਥਾਂ ਥਾਂ ਤੇ ਨਾ ਭਟਕ। ਦੂਜੀ ਉਦਾਹਰਣ, ਹੁਣ ਤੀਜੀ ਆ ਗਈ ਜੀ ਹਲਕੇ ਦੀ। ਜਿਉਂ ਕੁੱਕਰ ਹਰਕਾਇਆ ਤਾਵੈ ਦੈ ਦਿਸ ਜਾਏ, ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ। ਜਿਉਂ ਉਦਾਹਰਣ, ਐਗਜ਼ਾਮਪਲ, ਕਿਉਂਕਿ ਜਿਉਂ ਸ਼ਬਦ ਆ ਗਿਆ, ਕਿਤੇ ਵੀ ਆਏਗਾ ਬਾਣੀ 'ਚ ਪੱਕਾ ਹੀ ਫਾਰਮੂਲਾ ਚੱਲਣਾ ਹੈ। ਕਹਿੰਦੇ ਜਿਵੇਂ ਕੁੱਕਰ ਹਰਕਾਇਆ, ਹਲਕ ਗਿਆ, ਧਾਵੇ ਦੈ ਦਿਸ ਜਾਏ, ਉਹ ਫਿਰ ਹਲਕੇ ਕੁੱਤੇ ਦੀ ਦੂਜੀ ਨਿਸ਼ਾਨੀ ਕਦੇ ਟਿੱਕੇ ਨਹੀਂ ਬੈਠੇਗਾ, ਉਹ ਭੱਜੀ ਜਾਏਗਾ, ਭੱਜੀ ਜਾਏਗਾ, ਭਟਕੀ ਜਾਏਗਾ, ਭਟਕੀ ਜਾਏਗਾ, ਉਹ ਟਿੱਕੇ ਬੈਠ ਹੀ ਨਹੀਂ ਸਕਦਾ। ਹਾਂ, ਜਿਹੜਾ ਮੂਹਰੇ ਆ ਗਿਆ ਉਹਨੇ ਵੱਢ ਲੈਣਾ। ਲੋਭੀ ਜੰਤ ਨ ਜਾਣੀ, ਇਸੇ ਤਰ੍ਹਾਂ ਲੋਭ ਜਿਸ ਦੇ ਅੰਦਰ ਆ ਜਾਏ, ਲੋਭੀ ਬੰਦਾ, ਉਹ ਵੀ ਉਸ ਹਲਕੇ ਕੁੱਤੇ ਦੀ ਨਿਆਈ ਹੈ। ਕੋਈ ਪਤਾ ਨਹੀਂ ਉਹਨੇ ਕਿੱਥੇ ਜਾ ਕੇ ਕਿਹਨੂੰ ਵੱਢ ਲੈਣਾ, ਕਿਹਨੂੰ ਚੱਕ ਮਾਰਨਾ, ਕਿਹਦੇ ਨਾਲ ਧਰੋ ਕਮਾ ਜਾਣਾ ਹੈ। ਗੰਗੂ ਦੀ ਹਾਲਤ ਉਸ ਸਮੇਂ ਲੋਭੀ ਕੁੱਤੇ ਵਾਲੀ ਹੋ ਗਈ। ਪਹਿਲਾਂ ਉਹ ਸ਼ਾਇਦ ਪਾਲਤੂ ਹੈ, ਪਰ ਲੋਭ ਦੇਖ ਕੇ, ਲਾਲਚ ਵੇਖ ਕੇ ਉਹ ਵੀ ਲੋਭੀ ਕੁੱਤੇ ਵਾਂਗ, ਹਲਕੇ ਕੁੱਤੇ ਵਾਂਗ ਹੋ ਜਾਂਦਾ। ਔਰ ਮੈਂ ਬੇਨਤੀ ਕਰਾਂ, ਗੰਗੂ ਨਹੀਂ, ਜਿਸ ਦੇ ਮਨ ਦੇ ਵਿੱਚ ਧਨ ਦਾ ਹਲਕ ਪੈਦਾ ਹੋ ਜਾਏ, ਮਹਾਰਾਜ ਕਹਿੰਦੇ ਲੋਭੀ ਕੁੱਤਾ ਹੋਰ ਕੁਝ ਵੀ ਨਹੀਂ। ਔਰ ਮੈਂ ਬੇਨਤੀ ਕਰਾਂ, ਅੱਜ ਬਾਹਰ ਦੀ ਗੱਲ ਛੱਡੋ, ਅੱਜ ਤੇ ਲੋਕ ਧਰਮ ਦੇ ਪੈਸੇ ਨੂੰ ਵੀ ਲੋਭੀ ਕੁੱਤੇ ਵਾਂਗ ਪੈ ਰਹੇ ਨੇ। ਖਿਮਾ ਕਰਿਓ, ਬਹੁਤ ਥਾਂ ਤੇ ਤੁਹਾਨੂੰ ਪਤਾ ਵੀ ਸਾਰਾ ਕੀ ਹੋ ਰਿਹਾ ਸਾਡੀ ਕੌਮ 'ਚ। ਜਦੋਂ ਬੰਦਾ ਗੁਰੂ ਦੇ ਧਨ ਨਾਲ, ਗੁਰੂ ਦੇ ਚੜਾਵੇ ਨਾਲ, ਗੁਰੂ ਦੀ ਦੌਲਤ ਨਾਲ ਧਰੋ ਕਮਾਉਣ ਲੱਗ ਜਾਏ, ਮਹਾਰਾਜ ਕਹਿੰਦੇ ਲੋਭੀ ਕੁੱਤਾ ਹੀ, ਹੋਰ ਕੀ ਕਰੋਗੇ। ਕਰੋੜਾਂ ਅਰਬਾਂ ਰੁਪਇਆਂ ਦੇ ਘਪਲੇ ਹੋਣ ਲੱਗ ਜਾਣ, ਕਰੋੜਾਂ ਅਰਬ ਰੁਪਇਆ ਕੌਮ ਦਾ, ਗੁਰੂ ਦੇ ਨਾਂ ਤੇ ਚੜਤ ਦਾ ਖਾ ਦਿੱਤਾ ਜਾਏ, ਡਕਾਰ ਲਿਆ ਜਾਏ, ਤੇ ਉਹ ਲੋਭ ਦਾ ਹਲਕ ਨਹੀਂ ਤੇ ਹੋਰ ਕੀ ਹੈ। ਬੜੀ ਮੈਂ ਬੇਨਤੀ ਤਾਂ ਹੀ ਕੀਤੀ ਸੀ, ਕੱਲ ਦਾ ਉਹ ਸ਼ਬਦ ਬਹੁਤ ਪਿਆਰੀ ਗਵਾਹੀ ਕਰਦਾ ਵੀ ਬਹੁਤ ਔਖਾ ਹੈ ਪਿਆਰਿਓ, ਧਰਮ ਦਾ ਮਾਰਗ ਵਿਖਮ ਮਾਰਗ ਹੈ, ਇਹ ਸੌਖਾ ਨਹੀਂ ਹੈ। ਅੱਜ ਕੇ ਸਮੇਂ 'ਚ ਸਾਰਾ ਕੁਝ ਰਲ ਗੱਡ ਹੋ ਗਿਆ। ਅੱਜ ਦੇ ਬੰਦੇ ਨੂੰ ਪਤਾ ਹੀ ਨਹੀਂ ਵੀ ਧਰਮ ਕੀ ਹੈ, ਸਮਾਜ ਕੀ ਹੈ, ਰਾਜਨੀਤੀ ਕੀ ਹੈ, ਸਭ ਕੁਝ ਰਲ ਗੱਡ ਕਰ ਦਿੱਤਾ। ਜੋ ਸੰਸਾਰ 'ਚ ਬਿਜ਼ਨਸਮੈਨ, ਜੋ ਬਿਜ਼ਨਸ ਹੁੰਦਾ, ਜੋ ਕੰਪਨੀਆਂ ਚੱਲਦੀਆਂ, ਜਿਵੇਂ ਸੰਸਾਰ ਦੇ ਧੰਦੇ ਚੱਲਦੇ ਨੇ, ਜੋ ਝੂਠ, ਕੂੜ, ਕਬਾੜ, ਪਾਪ ਪੁੰਨ, ਬੁਰਾ ਭਲਾ ਹੁੰਦਾ, ਉਹ ਸਭ ਕੁਝ ਅੱਜ ਧਰਮ ਵਿੱਚ ਵੀ ਹੋਣ ਲੱਗ ਪਿਆ। ਅੱਜ ਖਿਮਾ ਕਰਿਓ, ਬਹੁਤਾਤ ਰੂਪ ਵਿੱਚ ਧਰਮ ਦੀ ਕੋਈ ਵੱਖਰੀ ਪਹਿਚਾਣ ਨਹੀਂ ਰਹਿ ਗਈ। ਕਿਉਂ? ਕਿਉਂਕਿ ਅਸੀਂ ਲੋਕ ਆਪਣੇ ਮੂਲ ਤੋਂ, ਧੁਰੇ ਤੋਂ, ਗੁਰੂ ਕੀ ਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਤੁਹਾਨੂੰ ਜੁੜਨਾ ਪਏਗਾ, ਕਿਤੇ ਚਲੇ ਜਾਓ, ਕਿਤੇ ਭਟਕੋ, ਛੁਟਕਾਰਾ ਇੱਥੇ ਆ ਕੇ ਹੀ ਹੋਣਾ। ਅੱਜ ਜੁੜ ਜਾਓ, ਅੱਜ ਹੋ ਜਾਏਗਾ। ਕੱਲ ਜੁੜੋਗੇ, ਕੱਲ ਹੋਏਗਾ, ਹੋਏਗਾ ਉਦੋਂ ਜਦੋਂ ਗੁਰੂ ਨਾਲ ਜੁੜ ਜਾਓ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 3 ਤਸਵੀਰਾਂ ਸਾਡੇ ਸਨਮੁਖ ਰੱਖੀਆਂ। ਗੰਗੂ ਦੇ ਮਨ ਦੇ ਅੰਦਰ ਇਹ ਹਲਕਾ ਆਇਆ, ਲੋਭ ਆ ਗਿਆ। ਉਹਨੇ ਤੁਰੰਤ ਜਾ ਕੇ ਮਰਿੰਡੇ ਦੇ ਵਿੱਚ ਜਾਨੀ ਖਾਂ ਤੇ ਮਾਨੀ ਖਾਂ ਨੂੰ ਇੱਕ ਖਬਰ ਦਿੱਤੀ। ਉਹ ਬੜੇ ਖੁਸ਼ ਹੋਏ ਵੀ ਗੁਰੂ ਦੇ ਪੁੱਤਰ ਤੇ ਗੁਰੂ ਦੇ ਮਾਤਾ ਜੀ ਮੇਰੇ ਕੋਲ ਨੇ, ਤੇ ਤੁਸੀਂ ਜਲਦੀ ਆ ਕੇ ਗ੍ਰਿਫਤਾਰ ਕਰੋ, ਹੋ ਸਕਦਾ ਕਿਤੇ ਉੱਥੋਂ ਦੌੜ ਨਾ ਜਾਣ। ਹੁਣ ਇਹ ਖਬਰ ਮੁਗਲਿਆ ਸਲਤਨਤ ਵਾਸਤੇ ਬੜੀ ਵੱਡੀ ਸੀ। ਤੁਰੰਤ ਆਏ, ਗੁਰੂ ਕੇ ਲਾਲਾਂ ਦੀ ਤੇ ਮਾਤਾ ਜੀ ਦੀ ਗ੍ਰਿਫਤਾਰੀ ਹੁੰਦੀ ਹੈ। ਮੁਰਿੰਡੇ ਲਿਆਂਦਾ ਜਾਂਦਾ ਕੋਤਵਾਲੀ ਸਾਹਿਬ, ਕੋਤਵਾਲੀ ਵਿੱਚ ਇੱਕ ਰਾਤ ਬਤੀਤ ਕਰਦੇ ਨੇ। ਉਸ ਰਾਤ ਜਦੋਂ ਗ੍ਰਿਫਤਾਰ ਕੀਤਾ ਜਾਂਦਾ, ਤੁਰੰਤ ਇਹ ਖਬਰ ਸਰਹੰਦ ਪਹੁੰਚਦੀ ਹੈ। ਸਰਹੰਦ ਦਾ ਨਵਾਬ ਵਜ਼ੀਰ ਖਾਨ ਇਸ ਗੱਲ ਨੂੰ ਸੁਣ ਕੇ ਬਹੁਤ ਖੁਸ਼ ਹੁੰਦਾ ਹੈ, ਕਿਉਂਕਿ ਉਹ ਉਦੋਂ ਦਾ ਬੜਾ ਹਤਾਸ਼ ਸੀ ਵੀ ਚਮਕੌਰ ਦੀ ਗੜੀ 'ਚ 10 ਲੱਖ ਦਾ ਘੇਰਾ ਤੋੜ ਕੇ ਗੁਰੂ ਗੋਬਿੰਦ ਸਿੰਘ ਨਿਕਲ ਗਏ, ਮੇਰੇ ਲਈ ਤੇ ਮੌਤ ਹੈ। ਵੀ ਮੈਂ ਕਿਹੜਾ ਮੂੰਹ ਲੈ ਕੇ ਦੁਨੀਆ ਸਾਹਮਣੇ ਜਾਵਾਂ, ਔਰੰਗੇ ਨੂੰ ਕੀ ਮੂੰਹ ਦਿਖਾਵਾਂ। ਪਹਾੜੀ ਰਾਜੇ ਥੂ ਥੂ ਕਰ ਰਹੇ ਨੇ ਵੀ 10 ਲੱਖ ਦਾ ਘੇਰਾ ਤੇ ਇੱਕ ਗੁਰੂ ਨਹੀਂ ਕਾਬੂ ਆਇਆ। ਮੌਤ ਹੈ ਸਾਡੇ ਲਈ, ਮਰਨ ਦੇ ਬਰਾਬਰ ਹੈ। ਨੱਕ ਵੱਡੀ ਗਈ, ਇੱਜ਼ਤ ਖਤਮ ਹੋ ਗਈ। ਪਰ ਜਦੋਂ ਪਤਾ ਲੱਗਾ ਵੀ ਉਸੇ ਗੁਰੂ ਦੇ ਪੁੱਤਰ ਤੇ ਮਾਂ, ਕਹਿੰਦਾ ਵੀ ਇਹ ਖਬਰ ਜ਼ਰੂਰ ਮੇਰੀ ਰੂਹ ਨੂੰ ਸਕੂਨ ਦੇਣ ਵਾਲੀ ਹੈ। ਕਹਿੰਦਾ ਤੁਰੰਤ ਪੇਸ਼ ਕਰੋ। ਅਗਲਾ ਦਿਨ ਸਵੇਰੇ ਗੁਰੂ ਕੇ ਲਾਲਾਂ ਨੂੰ ਤੇ ਮਾਤਾ ਜੀ ਨੂੰ ਰੱਥ ਦੇ ਵਿੱਚ ਬਿਠਾ ਕੇ, ਉਸ ਟਾਈਮ ਗੱਡੇ ਵਗੈਰਾ ਚੱਲਦੇ ਸੀ ਜਾਂ ਰੱਥ ਸੀ, ਇਹ ਨਹੀਂ ਵੀ ਪੈਦਲ ਲੈ ਕੇ ਗਏ। ਕਈ ਵਾਰ ਅਸੀਂ ਭਾਵਨਾ ਚ ਕਹਿ ਦਿੰਦੇ, ਤੁਸੀਂ ਦੇਖੋ ਸਰਕਾਰਾਂ ਦੇ ਮੁਤਾਬਿਕ, ਸਰਕਾਰੀ ਕਾਨੂੰਨ ਦੇ ਮੁਤਾਬਿਕ ਜਦੋਂ ਕਿਤੇ ਕੋਈ ਦੋਸ਼ੀ ਫੜਿਆ ਜਾਂਦਾ ਸਰਕਾਰੀ ਨਜ਼ਰ 'ਚ, ਉਹ ਇਹ ਨਹੀਂ ਕਹਿੰਦੇ ਵੀ ਤੁਰ ਕੇ ਲੈ ਕੇ ਚੱਲੋ, ਤੁਰੰਤ ਅਜੋਕੇ ਸਮੇਂ 'ਚ ਗੱਡੀ 'ਚ ਸੁੱਟਦੇ ਨੇ ਤੇ ਲੈ ਜਾਂਦੇ ਨੇ। ਗੱਡੇ ਵਿੱਚ ਬਿਠਾ ਕੇ ਲੈ ਕੇ ਗਏ। ਇਹ ਗੱਡਾ ਸਰਹੰਦ ਦੀ ਜੂਹ ਦੇ ਵਿੱਚ ਜਦੋਂ ਪ੍ਰਵੇਸ਼ ਕਰਦਾ ਹੈ, ਹੁਣ ਬਹੁਤ ਸਾਰੇ ਉੱਥੇ ਐਸੇ ਲੋਕ ਵੀ ਰਹਿੰਦੇ ਸਨ ਜਿਹੜੇ ਜਾਣਦੇ ਨੇ ਵੀ ਅਨੰਦਪੁਰ ਸਾਹਿਬ ਵਾਲੇ ਗੁਰੂ ਸਾਹਿਬ ਤੇ ਗੁਰੂ ਕੇ ਲਾਲ ਕਈ ਦਿਨ ਤੋਂ ਵੀ ਸੁਖਦ ਸਮਾਚਾਰ ਨਹੀਂ ਸੀ ਆ ਰਹੇ, ਤੇ ਵੀ ਪਤਾ ਸੀ ਵੀ
ਪਰਿਵਾਰ ਵਿਛੋੜਾ ਹੋਇਆ ਹੈ, ਗੁਰੂ ਕੇ ਲਾਲ ਵਿਛੜ ਗਏ ਨੇ, 10ਵੇਂ ਪਾਤਸ਼ਾਹ ਲੱਗ ਨਿਕਲੇ ਨੇ, ਛੋਟੇ ਲੱਗ ਨਿਕਲੇ ਨੇ। ਕਈਆਂ ਨੇ ਸੁਣਿਆ ਹੋਇਆ ਸੀ, ਕਈਆਂ ਨੇ ਦੇਖਿਆ ਵੀ ਹੋਇਆ ਸੀ, ਪਰ ਜਿਨ੍ਹਾਂ ਨੇ ਸੁਣਿਆ ਸੀ ਉਹਨਾਂ ਦੇ ਮਨਾਂ 'ਚ ਖਦਸ਼ਾ ਆ ਗਿਆ ਜਦੋਂ ਉਹ ਗੱਡਾ ਲੰਘਦਾ ਵੇਖਿਆ ਵੀ ਇਹ ਦੋ ਨਿੱਕੀਆਂ ਪਿਆਰੀਆਂ ਸੂਰਤਾਂ ਤੇ ਬਜ਼ੁਰਗ ਮਾਂ, ਇਹ ਜ਼ਰੂਰ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਹੈ, ਇਹ ਹੋਰ ਨਹੀਂ ਹੋ ਸਕਦਾ। ਨਾਲ ਸਿਕਿਉਰਿਟੀ ਵੀ ਜਾ ਰਹੀ ਹੈ ਤੇ ਐਸੀਆਂ ਖਬਰਾਂ ਫਿਰ ਰਹਿੰਦੀਆਂ ਵੀ ਨਹੀਂ। ਤੁਰੰਤ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲੀ ਕਿ ਗੁਰੂ ਜੀ ਦੇ ਮਾਤਾ ਤੇ ਛੋਟੇ ਲਾਲ ਸਰਹੰਦ ਦੇ ਵਜੀਦੇ ਦੀ ਕਚਹਿਰੀ ਦੇ ਵਿੱਚ ਗ੍ਰਿਫਤਾਰ ਹੋ ਕੇ ਪੇਸ਼ ਕਰਨ ਲਈ ਜਾ ਰਹੇ ਹਨ। ਗ੍ਰਿਫਤਾਰੀ ਹੋ ਗਈ। ਹੁਣ ਸੂਬੇ ਨੇ ਕੀ ਕੀਤਾ? ਕਹਿੰਦਾ ਇਹਨਾਂ ਨੂੰ ਰੱਖੋ। ਕਿੱਥੇ ਰੱਖੋ? ਹਵਾਲਾਤ ਵਿੱਚ ਨਹੀਂ, ਠੰਡੇ ਬੁਰਜ ਦੇ ਉੱਪਰ। ਠੰਡੇ ਬੁਰਜ ਰੱਖਣ ਦਾ ਭਾਵ ਕੀ ਹੈ? ਟੌਰਚਰ ਕਰਨਾ, ਤਸੀਹਾ ਦੇਣਾ। ਵੀ ਦੇਖੋ, ਠੰਡ ਦੇ ਵਿੱਚ ਜਦੋਂ ਕਿਸੇ ਨੂੰ ਖੁੱਲੇ ਮੌਸਮ ਦੇ ਵਿੱਚ ਛੱਡ ਦਿੱਤਾ ਜਾਏ, ਖਾਣ ਪੀਣ ਨੂੰ ਕੁਛ ਨਾ ਹੋਵੇ, ਉੱਪਰ ਨੂੰ ਕੱਪੜਾ, ਲੇਫ, ਤਲਾਈ, ਗੱਦਾ ਕੁਛ ਵੀ ਨਾ ਹੋਵੇ, ਠੰਡ ਨਾਲ ਚੰਗੇ ਭਲੇ ਬੰਦੇ ਦਾ ਸਰੀਰ ਵੀ ਨੀਲਾ ਹੋ ਜਾਂਦਾ ਹੈ। ਬੰਦਾ ਕਹਿੰਦਾ ਭਾਈ ਜੋ ਕਰਾਉਣਾ ਕਰਾ ਲਓ, ਜਿੱਥੇ ਸੈਨ ਕਰਾਉਣਾ ਕਰਾ ਲਓ, ਜੋ ਮਨਾਉਣਾ ਮਨਾ ਲਓ, ਰੱਬ ਦਾ ਵਾਸਤਾ ਮੈਨੂੰ ਛੱਡੋ, ਮੈਨੂੰ 2 ਵਕਤ ਦਾ ਭੋਜਨ ਦਿਓ, ਰੋਟੀ ਪਾਣੀ ਦਿਓ, ਝੂਠ ਬੁਲਾਉਣਾ ਝੂਠ ਬੁਲਾਓ, ਸੱਚ ਬੁਲਾਉਣਾ ਸੱਚ ਬੁਲਾਓ, ਪਰ ਮੈਨੂੰ ਇੰਨਾ ਤਸੀਹਾ ਨਾ ਦਿਓ। ਚੰਗਾ ਚੰਗਾ ਬੰਦਾ ਡੋਲ ਜਾਂਦਾ ਜੀ। ਸਰਕਾਰਾਂ ਜਦੋਂ ਟੌਰਚਰ ਕਰਦੀਆਂ ਨੇ ਉਦੋਂ ਇਹ ਕੁਝ ਹੁੰਦਾ ਹੈ। ਇਹ ਤਸੀਹਾ ਸੀ, ਟੌਰਚਰ ਕਰਨ ਦਾ ਯਤਨ ਸੀ। ਔਰ ਉੱਥੇ ਸਤਿਗੁਰੂ ਕੇ ਲਾਲ ਤੇ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਰੱਖਿਆ ਜਾਂਦਾ ਹੈ। ਪਹਿਲੀ ਰਾਤ ਬਤੀਤ ਹੁੰਦੀ ਹੈ। ਅੱਜ ਦੀ ਜਿਹੜੀ ਰਾਤ ਬੀਤ ਚੁੱਕੀ ਹੈ ਨਾ, ਇਸ ਰਾਤ ਆ ਚੁੱਕੇ ਨੇ ਤੇ ਅੱਜ 25 ਦਸੰਬਰ ਨੂੰ ਪਹਿਲੀ ਪੇਸ਼ੀ ਪੈਂਦੀ ਹੈ। ਜਦੋਂ ਠੰਡੇ ਬੁਰਜ ਵਿੱਚ ਆ ਗਏ, ਹੁਣ ਮਾਤਾ ਜੀ ਦਾ ਤਜਰਬਾ ਹੈ, ਕਿਉਂਕਿ ਜਗਤ ਮਾਂ ਮਾਤਾ ਗੁਜਰੀ ਜੀ, ਸਤਿਕਾਰ ਵਜੋਂ ਮਾਤਾ ਗੁਜਰ ਕੌਰ ਵੀ ਕਹਿੰਦੇ ਆ, ਉਹਨਾਂ ਨੇ ਉਹ ਸਮਾਂ ਵੀ ਵੇਖਿਆ ਜਦੋਂ ਉਹਨਾਂ ਦੇ ਪਤੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਕੇਵਲ ਉਹਨਾਂ ਨੂੰ ਮਿਲਿਆ ਸੀ। ਕੱਲਾ ਸੀਸ ਆਇਆ ਵੀ ਸੋਚ ਕੇ ਵੇਖੋ, ਉਸ ਔਰਤ ਦੇ ਇੱਕ ਪਤਨੀ ਹੋਣ ਦੇ ਨਾਤੇ ਆਪ ਸਮੂਹ ਮਾਤਾਵਾਂ ਭੈਣਾਂ ਬੈਠੇ ਵੀ ਦਿਲ ਤੇ ਬੀਤਦੀ ਕੀ ਹੈ। ਬੜਾ ਵੱਡਾ ਪੱਥਰ ਸੀ ਜੋ ਉਹਨਾਂ ਨੇ ਆਪਣੇ ਉੱਪਰ ਜਰ ਲਿਆ। ਇੱਕੋ ਬੇਨਤੀ ਕੀਤੀ ਸੀ ਵੀ ਸਿਰ ਦੇ ਸਾਈਂ ਸਤਿਗੁਰੂ ਜੀ ਤੁਹਾਡੀ ਨਿਭ ਗਈ, ਮਿਹਰ ਕਰਿਓ ਮੇਰੀ ਨਿਭ ਜਾਏ। ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ। ਸਤਿਗੁਰੂ ਜੀ ਦਾ ਸੀਸ ਤੱਕਿਆ, ਪਰ ਆਪਣੇ ਆਪ ਨੂੰ ਅਡੋਲ ਰੱਖਿਆ ਹੈ, ਡੋਲੇ ਨਹੀਂ ਹਨ। ਮੈਂ ਫੇਰ ਬੇਨਤੀ ਕਰਦਾ, ਧਰਮ ਨਾਲ ਜੁੜੋਗੇ, ਅੰਦਰ ਬਹੁਤ ਪਰਪੱਕ ਹੋ ਜਾਏਗਾ, ਹਮੇਸ਼ਾ ਅਡੋਲ ਰਹੋਗੇ। ਵੱਡੇ ਤੋਂ ਵੱਡਾ ਦੁੱਖ ਕਦੀ ਵੀ ਡੋਲਾ ਨਹੀਂ ਸਕੇਗਾ। ਜਿੱਦਣ ਗੁਰੂ ਦਾ ਲੜ ਤੇ ਦਰ ਛੱਡ ਗਏ, ਨਿੱਕੇ ਜਿਹੇ ਦੁੱਖ ਨੇ ਵੀ ਸਾਡੀਆਂ ਚੀਕਾਂ ਕਢਾ ਦੇਣੀਆਂ ਨੇ। ਦੁਨੀਆ 'ਚ ਕੁਝ ਅਸੀਂ ਰੋਜ਼ ਵੇਖਦੇ ਹਾਂ। ਇਹ ਸਾਡੇ ਵਾਸਤੇ ਬੜੀ ਵੱਡੀ ਪ੍ਰੇਰਣਾ ਨੇ ਸ਼ਹੀਦੀਆਂ। ਇਹ ਕੋਈ ਨਾਟਕ ਕਹਾਣੀ ਨਹੀਂ, ਕੋਈ ਫਿਲਮ ਨਹੀਂ ਹੈ, ਕੋਈ ਸਟੋਰੀ ਨਹੀਂ ਹੈ। ਸਾਧ ਸੰਗਤ, ਇਹ ਹਕੀਕਤ ਹੈ, ਇਹ ਸੱਚਾ ਇਤਿਹਾਸ ਹੈ। ਇਹ ਇਤਿਹਾਸ ਪੈਨ ਨਾਲ, ਕਲਮ ਨਾਲ, ਸਿਆਹੀ ਨਾਲ ਨਹੀਂ। ਇਹ ਇਤਿਹਾਸ ਰੱਬ ਨੂੰ ਪਿਆਰ ਕਰਨ ਵਾਲੀਆਂ, ਸੱਚ ਨੂੰ ਜੀਣ ਵਾਲੀਆਂ ਰੂਹਾਂ ਨੇ ਆਪਣੇ ਲਹੂ ਨਾਲ ਲਿਖਿਆ ਹੈ। ਮਾਤਾ ਜੀ ਨੇ ਸਾਰਾ ਮਾਹੌਲ ਸੀ ਉਹਨਾਂ ਦੇ ਅੰਦਰ, ਇੱਕਦਮ ਤਸਵੀਰ ਘੁੰਮ ਗਈ ਵੀ ਪਾਣੇ ਵਾਪਰਨਗੇ। ਉਸ ਰਾਤ, ਪਹਿਲੀ ਰਾਤ ਲਾਲਾ ਨੂੰ ਸਿੱਖਿਆ ਦਿੱਤੀ। ਹੁਣ ਦੇਖੋ, ਜਦੋਂ ਬੈਠੇ ਹੋਣਗੇ ਸੋਚ, ਇਹ ਦੇਖੋ, ਕੇਵਲ ਅਸੀਂ ਇਹਨੂੰ ਰਿਅਲਾਈਜ਼ ਕਰਨਾ, ਮਹਿਸੂਸ ਕਰੋ। ਤੁਸੀਂ ਕੇਵਲ ਕਹਿਣ ਸੁਣਨ ਦੀ ਗੱਲ ਨਹੀਂ, ਸਾਧ ਸੰਗਤ ਇਹਨੂੰ ਮਹਿਸੂਸ ਕਰਕੇ ਵੇਖੀਏ। ਹੁਣ ਆਪਾਂ ਇੱਥੇ ਬੈਠੇ ਆ, ਉਹ ਸਾਨੂੰ ਅਹਿਸਾਸ ਨਹੀਂ ਹੋਣਾ। ਹਾਂ, ਇਹ ਅਹਿਸਾਸ ਉਹਦਾ ਜ਼ਰੂਰ ਹੋਏਗਾ ਤੁਸੀਂ ਖੁੱਲੇ ਅਸਮਾਨ ਦੀ ਛੱਤ ਥੱਲੇ ਤੇ ਕਿਸੇ ਜਾਂ ਉੱਪਰ ਬਿਲਡਿੰਗ ਦੀ ਛੱਤ ਤੇ ਜਾ ਕੇ ਬੈਠੋਗੇ। ਬੱਚਿਆਂ ਨੂੰ ਨਾਲ ਲਓ, ਉਦੋਂ ਉਹਨਾਂ ਨੂੰ ਕਹੋ ਵੀ ਬੇਟਾ ਆਹ ਸਮਾਂ ਸੀ, ਇਸ ਤਰ੍ਹਾਂ ਦਾ ਮਾਹੌਲ ਸੀ, ਇਤਨੀ ਠੰਡ ਸੀ, ਥੱਲੇ ਵੀ ਕੁਝ ਨਹੀਂ ਵਿਛਿਆ ਹੋਇਆ, ਉੱਪਰ ਲੈਣ ਨੂੰ ਕੱਪੜਾ ਨਹੀਂ, ਤੇ ਉੱਪਰੋਂ ਹੋਰ ਗਨੀਮਤ ਕਿ ਛਕਣ ਵਾਸਤੇ ਪ੍ਰਸ਼ਾਦਾ ਵੀ ਨਹੀਂ ਹੈ। ਸਰਦੀਆਂ 'ਚ ਬੰਦੇ ਨੂੰ ਕੁਝ ਨਾ ਕੁਝ ਛਕਣ ਨੂੰ ਵੀ ਮਿਲਦਾ ਰਹੇ ਜੀ ਨਾ, ਪ੍ਰਸ਼ਾਦਾ ਛਕ ਲੋ, ਚਾਹ ਪਾਣੀ ਦੁੱਧ ਛਕ ਲੋ, ਫਿਰ ਵੀ ਆਧਾਰ ਰਹਿੰਦਾ ਬੰਦਾ। ਕਾਫੀ ਹੱਦ ਤੱਕ ਸਰੀਰ ਸਾਡਾ ਉਸ ਗਰਮੀ ਸਰਦੀ ਦੇ ਮਾਹੌਲ ਨੂੰ ਸਹਿ ਲੈਂਦਾ ਹੈ, ਪਰ ਅਡੋਲ ਬੈਠੇ ਨੇ। ਮਾਤਾ ਨੇ ਇੱਕੋ ਗੱਲ ਆਖੀ, ਹੁਣ ਜਿੰਨੀਆਂ ਬਜ਼ੁਰਗ ਦਾਦੀ ਮਾਤਾਵਾਂ ਬੈਠੀਆਂ ਨੇ, ਮਾਵਾਂ ਬੈਠੀਆਂ ਨੇ, ਜਿਨ੍ਹਾਂ ਦੇ ਘਰਾਂ ਦੇ ਅੰਦਰ ਨਿੱਕੇ ਬੱਚੇ ਨੇ, ਪੋਤਰੇ ਨੇ, ਦੋਤਰੇ ਨੇ, ਪੁੱਤਰ ਨੇ, ਉਹਨਾਂ ਵਾਸਤੇ ਬੜੀ ਵੱਡੀ ਪ੍ਰੇਰਣਾ ਹੈ। ਦਾਦੀ ਮਾਂ ਮਾਤਾ ਗੁਜਰੀ ਜੀ ਤੋਂ ਪ੍ਰੇਰਣਾ ਲੈ। ਹਰ ਦਾਦੀ ਮਾਂ ਲਈ, ਹਰ ਨਾਨੀ ਮਾਂ ਲਈ, ਹਰ ਬਜ਼ੁਰਗ ਲਈ ਮਾਤਾ ਗੁਜਰੀ ਜੀ ਰੋਲ ਮਾਡਲ ਹਨ, ਆਈਡਲ ਹਨ ਸਾਡੇ। ਉਹ ਇੱਕ ਫਿਲਮਾਂ 'ਚ ਵੀ ਆਈਡਲ ਹੁੰਦੇ ਨੇ, ਪਰ ਨਹੀਂ, ਸਾਡੇ ਆਈਡਲ ਸੱਚੇ ਹਨ। ਉਹ ਪੈਸਿਆਂ ਲਈ ਐਡਵਰਟਾਈਜ਼ਮੈਂਟ ਕਰਕੇ ਆਈਡਲ ਨਹੀਂ ਬਣਦੇ, ਉਹ ਸਰੀਰ ਦੀਆਂ ਨੁਮਾਇਸ਼ਾਂ ਲਾ ਕੇ ਆਈਡਲ ਨਹੀਂ ਬਣੇ,
ਉਹ ਧਨ ਦੌਲਤ ਦੇ ਲੋਭ ਲਾਲਚ ਵਿੱਚ ਫਸ ਕੇ ਆਈਡਲ ਨਹੀਂ ਹਨ, ਉਹ ਸੱਚ ਨੂੰ ਜੀਣ ਵਾਲੇ ਤੇ ਸੱਚ ਲਈ ਮਰਨ ਵਾਲੇ ਆਈਡਲ ਹਨ। ਕਿਤੇ ਹਰ ਦਾਦੀ, ਹਰ ਬਜ਼ੁਰਗ, ਉਹ ਮਾਂ, ਭੈਣ, ਸਾਡੀ ਪਤੀ, ਕੋਈ ਪਤਨੀ ਹੈ, ਕੋਈ ਔਰਤ ਜ਼ਾਤ, ਉਹ ਕਿਸੇ ਵੀ ਰੁਤਬੇ ਤੇ ਹੈ, ਕਿਸੇ ਵੀ ਪੋਸਟ ਤੇ ਹੈ, ਕਿਸੇ ਪਦਵੀ ਤੇ ਹੈ, ਕਿਸੇ ਰਿਸ਼ਤੇ 'ਚ ਹੈ, ਅਗਰ ਉਹ ਮਾਂ ਗੁਜਰੀ ਨੂੰ ਆਪਣਾ ਰੋਲ ਮਾਡਲ ਮੰਨ ਲੈ, ਸੱਚੀ ਬਾਤ ਹੈ ਜ਼ਿੰਦਗੀ ਭਰ ਨਾ ਆਪ ਭਟਕੇਗੀ, ਨਾ ਆਪਣੇ ਖਾਨਦਾਨ 'ਚ ਆਪਣੇ ਪੋਤਰਿਆਂ ਦੋਤਰਿਆਂ ਨੂੰ ਭਟਕਣ ਦੇਗੀ। ਬਜ਼ੁਰਗਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਜੀ ਬੱਚਿਆਂ ਦੀ ਪਰਵਰਿਸ਼ ਦੇ ਵਿੱਚ। ਔਰ ਉੱਥੇ ਦੋ ਉਮਰਾਂ ਬੈਠੀਆਂ ਨੇ, ਬਚਪਨ ਹੈ ਤੇ ਬੁਢਾਪਾ ਹੈ, ਜਵਾਨੀ ਨਹੀਂ ਹੈ, ਧਿਆਨ ਦਿਓ। ਔਰ ਦੋ ਉਮਰਾਂ ਐਸੀਆਂ ਨੇ ਜਿਹੜੀਆਂ ਸਹਾਰਾ ਭਾਲਦੀਆਂ ਨੇ। ਬੱਚੇ ਨੂੰ ਵੀ ਸਹਾਰਾ ਚਾਹੀਦਾ ਹੈ, ਬਜ਼ੁਰਗ ਨੂੰ ਵੀ ਸਹਾਰਾ ਚਾਹੀਦਾ ਹੈ, ਤੇ ਸਹਾਰਾ ਜਵਾਨ ਬਣਦਾ ਤੇ ਜਵਾਨ ਉੱਥੇ ਕੋਈ ਵੀ ਨਹੀਂ ਹੈ। ਹੁਣ ਦੋਵੇਂ ਇੱਕ ਦੂਜੇ ਦਾ ਸਹਾਰਾ ਬਣ ਗਏ। ਮਾਤਾ ਗੁਜਰੀ ਜੀ ਨੇ ਪ੍ਰੇਰਣਾ ਦਿੱਤੀ ਹੈ। ਹੁਣ ਉੱਥੇ ਕੇਵਲ ਪ੍ਰੇਰਣਾ ਮੀਨਸ ਮਨ ਦੀ ਸ਼ਕਤੀ। ਉਹ ਗਾਥਾ ਸੁਣਾਈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਹੈ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੈ, ਸਿੱਖ ਇਤਿਹਾਸ ਹੈ, ਤੇ ਉਹ ਤੋਂ ਵੀ ਵੱਡੀ ਗੱਲ ਗੁਰੂ ਕੀ ਬਾਣੀ ਦੇ ਸ਼ਬਦ। ਬੇਟਾ ਸਾਡੀ ਸਿੱਖੀ ਸ਼ੁਰੂ ਹੁੰਦੀ ਹੈ ਪਹਿਲਾ ਮਰਨ ਕਬੂਲ, ਜੀਵਨ ਕੀ ਛਡਾਸ, ਹੋ ਸਬਨ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਗੁਰੂ ਬਾਬੇ ਦੇ ਸ਼ਬਦ ਹਨ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਲੋੜ ਪਏਗੀ ਸਿਰ ਦੀਜੈ, ਕਾਣ ਨਾ ਕੀਜੈ। ਇਤੇ ਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਐਸਾ ਸਤਿਗੁਰ ਜੇ ਮਿਲੈ, ਤਿਸਨੋ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਇੱਥੇ ਤੇ ਬਾਰ-ਬਾਰ ਸਿਰ ਦੇਣ ਦੀ ਗੱਲ ਆਏਗੀ। ਇੱਥੇ ਸੁੱਖਾਂ 'ਚ ਫਸਣ ਦੀ ਗੱਲ ਆਉਂਦੀ। ਸੁੱਖਾਂ ਨੂੰ ਤਾਂ ਵੈਸੇ ਹੀ ਬਾਣੀ ਨੇ ਰੋਗ ਕਹਿ ਦਿੱਤਾ। ਬੇਟਾ ਦੁੱਖ ਆਏਗਾ, ਦੁੱਖ ਨੂੰ ਦਾਤ ਤੇ ਦੁੱਖ ਨੂੰ ਦਾਰੂ ਸਮਝ ਲਓ, ਵੱਡੇ ਤੋਂ ਵੱਡਾ ਦੁੱਖ ਵੀ ਟਲ ਜਾਏਗਾ। ਉੱਥੇ ਕੇਵਲ ਪ੍ਰੇਰਣਾ ਹੈ, ਉੱਥੇ ਹੋਰ ਕੁਝ ਵੀ ਨਹੀਂ ਹੈ। ਪ੍ਰੇਰਣਾ ਹੈ, ਸ਼ਬਦਾਂ ਦਾ ਸਹਾਰਾ ਹੈ। ਸਾਰੀ ਰਾਤ ਦਾਦੀ ਮਾਂ ਨੇ ਪੋਤਰਿਆਂ ਨਾਲ ਬੈਠ ਕੇ ਇਹ ਵਿਚਾਰਾਂ, ਇਹ ਗਾਥਾਵਾਂ, ਇਹ ਸ਼ਬਦ ਸਾਂਝੇ ਕੀਤੇ। ਇੰਜ ਕਹਿ ਲਏ ਵੀ ਸ਼ਬਦਾਂ ਦਾ ਨਿੱਘ ਹੀ ਸੀ, ਦਾਦੀ ਮਾਂ ਦੇ ਕਲਾਵੇ ਦਾ ਨਿੱਘ ਸੀ, ਜੋ ਸਾਰੀ ਰਾਤ ਉਹਨਾਂ ਨੂੰ ਗੁਰੂ ਗੁਰੂ ਕਰਦੇ ਉਹਨਾਂ ਦੀ ਰਾਤ ਬਤੀਤ ਹੁੰਦੀ। ਸਵੇਰ ਦਾ ਦਿਨ ਹੁੰਦਾ ਹੈ, ਦਾਦੀ ਮਾਂ ਪਿਆਰ ਕਰਦੀ ਆ, ਉੱਠਦੇ ਨੇ, ਅੰਮ੍ਰਿਤ ਵੇਲਾ ਸਾਂਭਦੇ ਨੇ। ਹੁਣ ਉੱਥੇ ਤੇ ਹੈ ਨਹੀਂ ਵੀ ਸਾਡੇ ਵਾਂਗੂ ਅਜੋਕੇ ਸਮੇਂ 'ਚ ਵੀ ਕੋਈ ਗਰਮ ਪਾਣੀ ਦਾ, ਇਸ਼ਨਾਨ ਪਾਣੀ ਦਾ ਪ੍ਰਬੰਧ ਹੈ, ਬਿਲਕੁਲ ਨਹੀਂ। ਸਵੇਰੇ ਹੀ ਦੋ ਸਿਪਾਹੀ ਆਉਂਦੇ ਨੇ, ਮਾਂ ਤੇਰੇ ਬੱਚਿਆਂ ਨੂੰ ਲੈ ਕੇ ਜਾਣਾ ਹੈ। ਪੁੱਤ ਕੀ ਗੱਲ ਹੈ, ਕਿਉਂ ਲੈ ਕੇ ਜਾਣਾ ਹੈ? ਇਹਨਾਂ ਦੀ ਦਰਬਾਰ ਵਿੱਚ ਪੇਸ਼ੀ ਹੈ, ਇਹ ਜਹਾਂ ਪਨਾਹ ਦਾ ਹੁਕਮ ਹੈ, ਇਹ ਸਰਕਾਰ ਦੇ ਦੋਸ਼ੀ ਹਨ। ਮਾਤਾ ਦਾ ਜੋ ਆਪਣਾ ਸੁਭਾਅ ਹੁੰਦਾ ਬਜ਼ੁਰਗ ਦਾ, ਵੀ ਪੁੱਤੋ ਮੇਰੇ ਬੱਚਿਆਂ ਨੇ ਕੀ ਦੋਸ਼ ਕੀਤਾ, ਇਹ ਕਿਸੇ ਦਾ ਕੀ ਦੋਸ਼ ਕਰਨਗੇ, ਕਿਸੇ ਦਾ ਕੀ ਮਾੜਾ ਕਰਨਗੇ, ਇਹਨਾਂ ਦੀਆਂ ਉਮਰਾਂ ਵੱਲ ਵੇਖੋ। ਬੱਚਾ ਤੇ ਰੱਬ ਦਾ ਰੂਪ ਹੁੰਦਾ ਹੈ। ਕਹਿੰਦੇ ਵੀ ਸਾਨੂੰ ਨਹੀਂ ਪਤਾ, ਅਸੀਂ ਸਰਕਾਰ ਦੇ ਹੁਕਮ ਦੇ ਬੱਧਿਆਂ, ਜੋ ਹੁਕਮ ਹੈ ਅਸੀਂ ਤੇ ਉਹ ਭਗਾਉਣਾ ਹੈ। ਬੱਚਿਆਂ ਨੂੰ ਕਹਿ ਦਿੱਤਾ, ਬੇਟਾ ਵਕਤ ਉਹੀ ਆ ਗਿਆ, ਬਸ ਆਪਣੇ ਅੰਦਰ ਨੂੰ ਅਡੋਲ ਰੱਖਿਓ। ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ, ਗੁਰੂ ਤੇਗ ਬਹਾਦਰ ਦੇ ਪੁੱਤਰ ਹੋ, ਬਸ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਜਾਇਓ, ਬਾਬਾ ਨਾਨਕ ਆਪ ਬੋੜੀ ਕਰੇਗਾ। ਕਚਹਿਰੀ ਅੰਦਰ ਜਾਂਦੇ ਨੇ। ਪਹਿਲੇ ਦਿਨ ਹੀ ਉਹਨਾਂ ਨੂੰ ਪਤਾ ਸੀ ਵੀ ਜਿਹੜੇ ਗੁਰੂ ਕੇ ਲਾਲ ਨੇ ਉਹ ਅਡੋਲ ਨੇ, ਵੀ ਉਹ ਆਮ ਤੇ ਹਨ ਨਹੀਂ। ਇਹਨਾਂ ਨੇ ਜੀ ਪਹਿਲੇ ਦਿਨ ਹੀ, ਕਈਆਂ ਨੇ ਦੂਜਾ ਵੀ ਕਿਹਾ, ਅਸਲ ਵਿੱਚ ਪਹਿਲੇ ਦਿਨ ਹੀ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕੀਤਾ ਸੀ, ਤੇ ਉਹਦੇ ਵਿੱਚ ਨਿੱਕੀ ਟਾਕੀ ਹੁੰਦੀ ਸੀ, ਤਾਕੀ ਵੀ ਕਹਿੰਦੇ ਨੇ, ਉਹਨੂੰ ਖੁੱਲਾ ਰੱਖਿਆ। ਕਿਉਂਕਿ ਆਮ ਬੰਦਾ ਜਦੋਂ ਤਾਕੀ ਵਿੱਚੋਂ ਨਿਕਲਦਾ, ਸਿਰ ਝੁਕਾ ਕੇ ਨਿਕਲਦਾ ਹੈ, ਤੇ ਇਹਦਾ ਭਾਵ ਇਹ ਹੁੰਦਾ ਜੇ ਕੋਈ ਸਿਰ ਨਾ ਵੀ ਝੁਕਾਉਣਾ ਚਾਹੇ ਉਹਦਾ ਤਾਂ ਵੀ ਸਿਰ ਝੁਕਦਾ ਸੀ। ਪਰ ਗੁਰੂ ਕੇ ਲਾਲਾ ਨੇ ਸਿਰ ਨਹੀਂ ਝੁਕਾਇਆ। ਸਾਹਮਣੇ ਬਾਦਸ਼ਾਹ ਬੈਠਾ ਹੈ, ਸਾਹਮਣੇ ਐਂਟਰੀ ਹੈ, ਗੁਰੂ ਕੇ ਲਾਲਾ ਨੇ। ਮੈਂ ਫਿਰ ਬੇਨਤੀ ਕਰਾਂ, ਬਾਬੇ ਕਿਹਾ ਕਿਉਂ ਅਸੀਂ ਉਹਨਾਂ ਨੂੰ? ਬਾਬੇ ਦਾ ਅਰਥ ਹੁੰਦਾ ਬਜ਼ੁਰਗ। ਬਜ਼ੁਰਗ ਦਾ ਭਾਵ ਹੈ ਸਿਆਣਾ, ਜਿਹਦੇ ਕੋਲ ਬਹੁਤ ਅਕਲ ਹੈ, ਮਤ ਹੈ, ਸਿਆਣਪ ਹੈ, ਬੁੱਧੀ ਹੈ, ਜੋ ਬੜੀ ਦੂਰ ਅੰਦੇਸ਼ੀ ਨਾਲ ਗੱਲ ਨੂੰ ਸਮਝ ਸੋਚ ਸਕਦਾ ਹੈ, ਵਿਚਾਰ ਕੇ ਫੈਸਲਾ ਲੈ ਸਕਦਾ ਹੈ। ਉਹ ਗਿਆਨ ਕਰਕੇ ਬੌਧਿਕ ਲੈਵਲ ਤੇ ਬਾਬੇ ਹਨ, ਸਰੀਰ ਕਰਕੇ ਬੇਸ਼ੱਕ ਨਿੱਕੀਆਂ ਜਾਂਦਾ ਹਨ। ਉਹਨਾਂ ਨੇ ਉੱਥੇ ਫਿਰ ਬਾਬੇ ਵਾਲਾ ਗੁਣ ਪ੍ਰਗਟ ਕੀਤਾ। ਉਹਨਾਂ ਨੇ ਸਿਰ ਨਹੀਂ ਝੁਕਾਏ, ਪਹਿਲਾਂ ਪੈਰ ਅੰਦਰ ਕੀਤੇ। ਹੁਣ ਕਮਾਲ ਦੀ ਗੱਲ, ਤੁਸੀਂ ਸੋਚ ਕੇ ਵੇਖੋ ਵੀ ਸੂਬਾ ਤੇ ਸੜ ਗਿਆ ਹੋਣਾ, ਬਲ ਗਿਆ ਹੋਣਾ ਸੂਬਾ, ਉਹਦੇ ਅੰਦਰ ਅੱਗ ਲੱਗ ਗਈ ਹੋਏਗੀ। ਉਹਨੇ ਕਮਾਲ ਦੀ ਗੱਲ ਪਹਿਲੀ ਵਾਰ ਵੇਖਿਆ ਹੋਣਾ ਵੀ ਸਾਹਮਣੀ ਤਾਕੀ ਵਿੱਚੋਂ ਅੱਜ ਸਿਰ ਨਹੀਂ ਆਇਆ, ਅੱਜ ਕਿਸੇ ਦੀ ਜੁੱਤੀ ਆਈ ਹੈ। ਇਹਦਾ ਭਾਵ ਕੀ ਹੈ? ਇਹ ਪ੍ਰਤੀਕ ਹੈ ਵੀ ਸੂਬਿਆ, ਤੇਰੇ ਡਰਾਬੇ, ਤੇਰੇ ਲਾਲਚ, ਤੇਰੇ ਦਾਬੇ, ਤੇਰੀਆਂ ਆਫਰਾਂ, ਤੇਰਾ ਰਾਜ ਪਾਗ, ਤੇਰੇ ਸ਼ਾਹੀ ਦਰਬਾਰ, ਤੇਰੀ ਠਾਠ ਬਾਠ, ਇਹ ਸਭ ਕੁਝ ਸਾਡੀ ਜੁੱਤੀ ਦੀ ਨੋਕ ਤੇ ਹੈ। ਅਸੀਂ ਇਹਨੂੰ ਤੁੱਛ ਮੰਨਦੇ ਹਾਂ। ਪੈਰ ਅੰਦਰ ਕੀਤੇ, ਜਦੋਂ ਪੈਰ ਅੰਦਰ ਹੋ ਗਏ ਉਦੋਂ ਸਿਰ ਇਸ ਤਰ੍ਹਾਂ ਨਹੀਂ ਝੁਕਦਾ, ਕੇਵਲ ਸਰੀਰ ਡਾਊਨ ਹੁੰਦਾ, ਨੀਚੇ ਹੁੰਦਾ, ਬਿਨਾਂ ਝੁਕੇ ਅੰਦਰ ਲਾ।
ਕਚਹਿਰੀ ਅੰਦਰ ਆ ਗਏ ਜੀ। ਹੁਣ ਆਉਣ ਦਾ ਇੱਕ ਦਸਤੂਰ ਹੈ, ਇੱਕ ਨਿਯਮ ਹੈ, ਕਾਨੂੰਨ ਹੈ, ਪ੍ਰੋਟੋਕਾਲ ਹੈ ਕਿ ਵੀ ਜਦੋਂ ਆਉਣਾ ਹੈ ਸੂਬੇ ਨੂੰ ਸਿਰ ਝੁਕਾ ਕੇ ਦੁਆ ਸਲਾਮ ਕਰਨੀ ਹੈ। ਗੁਰੂ ਕੇ ਲਾਲ ਅੰਦਰ ਜਾਂਦੇ ਨੇ, ਨਿੱਕੇ ਬੱਚੇ ਜ਼ਰੂਰ ਧਿਆਨ ਰੱਖਿਓ, ਅਸੀਂ ਜਦੋਂ ਵੀ ਗੁਰੂ ਦਰਬਾਰ ਆਉਣਾ ਹੈ ਅਸੀਂ ਸਤਿਗੁਰੂ ਜੀ ਨੂੰ ਮੱਥਾ ਟੇਕਦੇ ਹਾਂ, ਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਗੁੱਡ ਮਾਰਨਿੰਗ, ਈਵਨਿੰਗ, ਨਾਈਟ, ਹੋਰ ਕੁਝ ਨਹੀਂ, ਕੇਵਲ ਕੀ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਇਹ ਉਹਨਾਂ ਦੀ ਕਮਾਲ, ਮੈਂ ਫੇਰ ਹੈਰਾਨ ਹੁੰਦਾ ਵੀ ਵਾਕਈ ਬੌਧਿਕ ਲੈਵਲ ਬਹੁਤ ਵਿਸ਼ਾਲ ਹੈ। ਸਤਿਗੁਰੂ ਕੈਸੀ ਤੌਫੀਕ, ਕੈਸੀ ਸਿੱਖਿਆ ਦਿੱਤੀ ਹੈ। ਦੋਵੇਂ ਅੰਦਰ ਹੋਏ, ਸਾਹਮਣੇ ਸਾਰੀ ਕਚਹਿਰੀ ਸਜੀ ਹੈ, ਸ਼ਹਿਰ ਦੇ ਪਤਵੰਤੇ ਹਾਜ਼ਰ ਨੇ, ਉੱਥੇ ਹੋਰ ਵੱਡੇ ਵੱਡੇ ਉਸ ਸਮੇਂ ਦੇ ਆਗੂ, ਲੀਡਰ ਜੋ ਰਾਜਨੀਤਿਕ ਨੇ, ਸਭ ਬੈਠੇ ਨੇ, ਸਭ ਦੇਖ ਰਹੇ ਨੇ ਵੀ ਸਾਹਿਬਜ਼ਾਦੇ ਆਏ ਨੇ। ਤੇ ਹੁਣ ਇਹ ਵਜੀਦੇ ਨੂੰ ਦੁਆ ਸਲਾਮ ਕਰਨਗੇ। ਕਿਹਾ, ਕਹਿੰਦੇ ਦੁਆ ਸਲਾਮ ਕਰੋ। ਕਹਿੰਦੇ ਅਸੀਂ ਤੇ ਇੱਕ ਵਾਰ ਨਹੀਂ ਰੋਜ਼ ਕਰਦੇ ਹਾਂ, ਪਰ ਕਿਹਨੂੰ ਕਰਦੇ ਹਾਂ? ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸਾਡੀ ਸਲਾਮ ਹੈ ਉਸ ਮਾਲਕ ਨੂੰ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਦੋਨਾਂ ਨੇ ਇੱਕ ਦੂਜੇ ਨੂੰ ਮੁਖਾਤਬ ਹੋ ਕੇ ਕਿਹਾ, ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਕਚਹਿਰੀ ਦੇ ਅੰਦਰ ਜਦੋਂ ਫਤਿਹ ਦੀ ਗੂੰਜ ਪਈ, ਇੱਕਦਮ ਉੱਥੇ ਸਨਾਟਾ ਪਸਰ ਗਿਆ। ਇੱਕ ਦੂਜੇ ਦਾ ਮੂੰਹ ਵੇਖ ਰਹੇ ਨੇ ਵੀ ਕੀ ਵਾਪਰ ਕੀ ਰਿਹਾ। ਪਹਿਲਾਂ ਜੁੱਤੀ ਆਈ ਹੈ, ਹੁਣ ਫਤਿਹ ਆਈ ਹੈ। ਸੂਬਾ ਸਮਝ ਗਿਆ, ਬਾਕੀਆਂ ਦੇ ਵੀ ਕੰਨ ਹੋ ਗਏ ਵੀ ਵਾਕਈ ਇਹ ਗੋਬਿੰਦ ਦੇ ਲਾਲ ਹਨ, ਇਹ ਨਿੱਕੀਆਂ ਮੋਟੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ। ਇਹਨਾਂ ਨੂੰ ਮੋੜਨਾ, ਇਹਨਾਂ ਨੂੰ ਮਨਾਉਣਾ, ਇਹਨਾਂ ਨੂੰ ਡਰਾਉਣਾ ਧਮਕਾਉਣਾ ਸੌਖਾ ਨਹੀਂ ਹੈ। ਪਹਿਲੇ ਦਿਨ ਦੀ ਜਿਹੜੀ ਪੇਸ਼ੀ ਹੈ ਜੀ, ਉਹਦੇ ਵਿੱਚ ਬੜੀ ਨਰਮਾਈ ਨਾਲ ਪੇਸ਼ ਆਏ। ਸੂਬਾ ਵੀ, ਹੋਰ ਵੀ ਦਰਬਾਰੀ ਵੀ, ਜੋ ਵੀ ਸਨ, ਬੜੇ ਪਿਆਰ ਨਾਲ ਪੇਸ਼ ਆਏ, ਮਿੱਠੀਆਂ ਮਿੱਠਾਂ ਗੱਲਾਂ ਕੀਤੀਆਂ। ਜਿਵੇਂ ਆਮ ਤੌਰ ਤੇ ਅਸੀਂ ਬੱਚੇ ਤੋਂ ਘਰ ਦੇ ਵਿੱਚ ਕੋਈ ਕੰਮ ਕਢਾਉਣਾ ਹੋਵੇ ਨਾ, ਅਸੀਂ ਕਈ ਵਾਰੀ ਬੱਚੇ ਨੂੰ ਲਾਲਚ ਦਿੰਦੇ ਹਾਂ, ਕੋਈ ਮਿੱਠੀ ਜੀ ਪਿਆਰੀ ਜੀ ਗੱਲ ਕਰਦੇ ਵੀ ਬੱਚਾ ਛੇਤੀ ਮੰਨ ਜਾਏ। ਹੁਣ ਬੱਚੇ ਦਾ ਸੁਭਾਅ ਹੈ, ਤੁਸੀਂ ਪਿਆਰੀ ਗੱਲ ਕਰੋਗੇ ਬੱਚਾ ਮੰਨ ਜਾਏਗਾ, ਮੰਨ ਜਾਏਗਾ। ਕਿਤੇ ਕੋਈ ਬੱਚਾ ਬਹੁਤਾ ਜਿੱਦੀ ਹੋਵੇ ਫਿਰ ਸਖਤਾਈ ਵਰਤਣੀ ਪੈਂਦੀ ਹੈ। ਜੋ ਪਿਆਰ ਨਾਲ ਨਾ ਮੰਨੇ ਫਿਰ ਸਖਤਾਈ ਨਾਲ ਤੇ ਮੰਨ ਨਹੀਂ ਜਾਂਦਾ। ਪਹਿਲੇ ਦਿਨ ਬੜੀਆਂ ਮਿੱਠੀਆਂ ਗੱਲਾਂ ਕੀਤੀਆਂ, ਪਿਆਰੀਆਂ ਗੱਲਾਂ ਕੀਤੀਆਂ, ਬੜਾ ਕੁਝ ਕਿਹਾ ਵੀ ਦੇਖੋ ਤੁਹਾਡਾ ਤਾਂ ਸਭ ਕੁਝ ਚਲਾ ਗਿਆ, ਤੁਹਾਡਾ ਪਿਤਾ ਵੀ ਚਲਾ ਗਿਆ, ਭਰਾ ਵੀ ਚਲੇ ਗਏ, ਤੁਹਾਡੀ ਆਨੰਦਪੁਰੀ ਦੀ ਨਗਰੀ ਚਲੀ ਗਈ, ਘਰ-ਬਾਰ ਚਲਾ ਗਿਆ, ਸਭ ਕੁਝ ਉੱਜੜ ਗਿਆ, ਹੁਣ ਕਿੱਥੇ ਜਾਓਗੇ? ਬੱਚਿਓ ਛੱਡ ਦਿਓ ਜਿੱਦ, ਤੁਸੀਂ ਦੀਨ-ਏ ਇਸਲਾਮ ਕਬੂਲ ਕਰੋ। ਔਰ ਦੀਨ-ਏ ਇਸਲਾਮ ਕਬੂਲ ਕਰਨ ਤੋਂ ਬਾਅਦ ਤੁਹਾਨੂੰ ਬਹੁਤ ਕੁਝ ਮਿਲੇਗਾ। ਸ਼ਾਹੀ ਠਾਠ-ਬਾਠ ਹੋਏਗੀ, ਚੰਗਾ ਰਹਿਣ ਸਹਿਣ ਹੋਏਗਾ, ਨੌਕਰ ਚਾਕਰ ਹੋਣਗੇ, ਖਾਣ ਪੀਣ ਨੂੰ ਸੰਸਾਰ ਦੇ ਸ਼ਾਹੀ ਪਦਾਰਥ ਮਿਲਣਗੇ, ਕਿਸੇ ਚੀਜ਼ ਦੀ ਕੋਈ ਕਮੀ ਘਾਟ ਨਹੀਂ ਰਹਿਣ ਦਿੱਤੀ ਜਾਏਗੀ, ਹਰ ਸੁੱਖ ਸਹੂਲਤ ਹੋਏਗੀ। ਕੁਝ ਨਹੀਂ ਕਰਨਾ, ਕੇਵਲ ਦੀਨ-ਏ ਇਸਲਾਮ ਕਬੂਲ ਕਰੋ। ਆਹ ਪਾਠ ਸਾਨੂੰ ਜ਼ਰੂਰ ਪੜ੍ਹਨਾ ਚਾਹੀਦਾ ਸੀ। ਅੱਜ ਬਹੁਤ ਸਾਰੇ ਲੋਕ ਸਿੱਖਾਂ ਦੇ ਵਿੱਚੋਂ, ਦੂਜਿਆਂ ਦੀ ਮੈਂ ਬੇਨਤੀ ਨਹੀਂ ਕਰਦਾ, ਅਸੀਂ ਮਾਇਆ ਦੇ ਨਿੱਕੇ ਨਿੱਕੇ ਸੁੱਖਾਂ ਪਿੱਛੇ ਧਰਮ ਤੇ ਆ ਗਏ। ਅਰਦਾਸ ਜਦੋਂ ਪੜ੍ਹਦੇ ਹੋ ਜੀ, ਉਹਦੇ ਚ ਕੀ ਲਿਖਿਆ ਹੋਇਆ ਹੈ? ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੀ, ਇਹ ਗੁਰੂ ਕੇ ਲਾਲ ਵਿੱਚ ਆਣਗੇ। ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਅੱਜ ਦਾ ਸਿੱਖ ਇੱਥੇ ਗਲਤੀ ਕਰ ਗਿਆ, ਅਸੀਂ ਧਰਮ ਹਾਰ ਗਏ। ਅਸੀਂ ਹੋਰ ਬਹੁਤ ਕੁਝ ਇਕੱਠਾ ਕਰ ਲਿਆ, ਸੰਸਾਰ ਦਾ ਕੂੜ ਕਵਾੜ ਬਹੁਤ ਕਮਾ ਲਿਆ, ਪਰ ਅਸੀਂ ਧਰਮ ਛੱਡ ਬੈਠੇ। ਸਾਡੇ ਸਿਰਾਂ ਤੋਂ, ਬੱਚਿਆਂ ਦੇ ਸਿਰਾਂ ਤੋਂ ਉਤਰਦੀਆਂ ਦਸਤਾਰਾਂ, ਸਾਡੇ ਜਾਂਦੇ ਕੇਸ, ਸਾਡੀਆਂ ਮਾਤਾਵਾਂ ਭੈਣਾਂ ਲਈ ਖੁੱਲੇ ਹੋਏ ਬਿਊਟੀ ਪਾਰਲਰ, ਖਿਮਾ ਕਰਿਓ ਇਸ ਗੱਲ ਦੀ ਗਵਾਹੀ ਭਰਦੇ ਨੇ, ਅਜੋਕਾ ਸਿੱਖ ਬਹੁਤਾਤ ਰੂਪ ਵਿੱਚ ਧਰਮ ਹਾਰ ਚੁੱਕਿਆ। ਸਾਡੀ ਫੈਸ਼ਨ ਪ੍ਰਸਤੀ, ਨੰਗੇਜ਼ਬਾਦ, ਧਰਮ ਹਾਰਨ ਦੀਆਂ ਨਿਸ਼ਾਨੀਆਂ ਨੇ। ਵਿਆਹਾਂ ਦੇ ਵਿੱਚ ਹੁੰਦੇ ਨਾਚ ਗਾਣੇ, ਬੇਫਜ਼ੂਲ ਦੀ ਖਰਚੀ, ਰੋਜ਼ ਹੋ ਰਹੇ ਤਲਾਕ ਤੇ ਵਿਦੇਸ਼ੀ ਜਾਣ ਦੀ ਝਾਕ ਵਿੱਚ ਭੈਣਾਂ ਭਰਾਵਾਂ ਦੇ ਵਿਆਹ, ਧਰਮ ਹਾਰ ਗਏ। ਇੱਕ ਪਾਸੇ ਧਰਮ ਬਚਾਇਆ, ਬਾਕੀ ਸਭ ਕੁਝ ਚਲਾ ਗਿਆ। ਸਿੱਖ ਧਰਮ ਹਾਰ ਗਿਆ, ਇਸ ਬਹੁਤ ਕੁਝ ਸੰਭੀ ਬੈਠਾ। ਮਹਾਰਾਜ ਕਹਿੰਦੇ ਛੋਡੋ ਪ੍ਰਾਣੀ ਕੂੜ ਕਬਾੜਾ। ਕਿਹੜੇ ਚੱਕਰਾਂ 'ਚ ਪਿਆ ਕੂੜ ਕਬਾੜ? ਛੱਡ ਤੂੰ ਸੱਚ ਨੂੰ ਸਾਂਭ। ਸੋਚ ਕੇ ਵੇਖੋ ਵੀ ਅਸੀਂ ਉੱਥੇ ਤਾਂ ਨਹੀਂ ਖੜੇ। ਰਤਨ ਤਿਆਗ, ਰਤਨ ਕੀ ਹੈ? ਰਤਨ ਗੁਰੂ का शब्द है। रतन त्याग कौडी संग रचै, साच छोड़ झूठ संग मचै। बहुते इत्थे ने, सारे नहीं। ਜਿਹੜੇ ਇੱਥੇ ਨੇ ਉਹਨਾਂ ਨੂੰ ਅਗਾਹ ਕਰੋ, ਸੁਚੇਤ ਕਰੋ, ਕਿਤੇ ਨਾ ਹੋਵੇ ਜਨਮ ਜੂਏ ਹਾਰੇ, ਅਸੀਂ ਜੁਆਰੀ ਵਾਂਗ ਜੀਵਨ ਦੀ ਬਾਜ਼ੀ ਹਾਰ ਜਾਈਏ। ਗੁਰੂ ਕੇ ਲਾਲਾਂ ਕੋਲ ਧਰਮ ਦੀ ਸ਼ਕਤੀ ਹੈ। ਧਰਮ ਬੜੀ ਵੱਡੀ ਤਾਕਤ ਹੈ, ਸਭ ਤੋਂ ਵੱਡੀ ਤਾਕਤ ਹੈ ਜੀ ਧਰਮ। ਧਰਮ ਤੋਂ ਉੱਪਰ ਕੁਝ ਵੀ ਨਹੀਂ ਹੁੰਦਾ। ਧਰਮ ਡਰ ਅਤੇ ਲਾਲਚ ਅਧੀਨ ਨਾ ਬਦਲਿਆ ਜਾਏ।
ਇਹ ਬੜਾ ਵੱਡਾ ਪਾਪ ਵੀ ਹੁੰਦਾ ਹੈ। ਹਾਂ, ਆਪਣੀ ਮਰਜ਼ੀ ਨਾਲ ਬਹੁਤ ਸਿੱਖ ਵੀ ਬਣੇ ਨੇ, ਉਹਨਾਂ ਨੂੰ ਚੰਗਾ ਲੱਗਾ, ਉਹਨਾਂ ਨੇ ਕੰਪੇਅਰ ਕੀਤਾ, ਕੰਪੈਰੀਜ਼ਨ ਕੀਤਾ ਵੀ ਨਹੀਂ ਇਹਦੇ ਵਿੱਚ ਕੁਝ ਵਧੀਆ ਗੱਲਾਂ ਨੇ, ਕੁਝ ਖਾਸੀਅਤਾਂ ਨੇ, ਬਹੁਤ ਸਾਰੇ ਅੰਗਰੇਜ਼ ਸਿੱਖ ਵੀ ਬਣੇ। ਪਰ ਦੇਖੋ, ਇੱਕ ਘਰ ਦਾ ਖਜ਼ਾਨਿਆਂ ਨਾਲ ਭਰਿਆ ਪਿਆ, ਹੀਰਿਆਂ ਮੋਤੀਆਂ ਨਾਲ ਭਰਿਆ ਪਿਆ, ਉਹਨੂੰ ਸਮਝ ਨਹੀਂ ਆਈ, ਉਹ ਜਾ ਕੇ ਕਬਾੜੀਆਂ ਨਾਲ ਰਲ ਜਾਏ, ਇਹਨੂੰ ਤੇ ਮੂਰਖਤਾ ਹੀ ਕਹੋਗੇ, ਹੋਰ ਕੀ ਕਹੋਗੇ। ਦਾਤਾ ਮਿਹਰ ਕਰੇ ਇਸ ਪੱਖ ਨੂੰ ਸਮਝਿਓ। ਗੁਰੂ ਕੇ ਲਾਲਾਂ ਨੇ ਧਰਮ ਨਹੀਂ ਹਾਰਿਆ। ਕਚਹਿਰੀ ਵਿੱਚ ਬੜੇ ਫਿਰ ਪਹਿਲੇ ਦਿਨ ਲਾਲਚਾਂ ਦੀ ਗੱਲ ਹੁੰਦੀ, ਉਹਨਾਂ ਨੇ ਕਿਹਾ ਵੀ ਬੱਚੇ ਨੇ, ਠੀਕ ਹੈ ਵੀ ਚਲੋ ਆਮ ਚੀਜ਼ਾਂ ਨਾਲ ਇਹਨਾਂ ਨੂੰ ਵਧੀਆ ਚੀਜ਼ਾਂ ਆਫਰ ਕਰੋ। ਉਹਨਾਂ ਨੇ ਕਹਿੰਦੇ ਜੀ ਬਹੁਤ ਸੋਹਣੀਆਂ ਦੁਕਾਨਾਂ ਲਗਾਈਆਂ, ਕੱਪੜਿਆਂ ਦੀ ਦੁਕਾਨ ਹੈ, ਖਿਡੌਣਿਆਂ ਦੀ ਦੁਕਾਨ ਹੈ, ਉਹਦੇ ਵਿੱਚ ਮਠਿਆਈਆਂ ਦੀ ਦੁਕਾਨ, ਇੱਕ ਸ਼ਸਤਰਾਂ ਦੀ ਦੁਕਾਨ ਵੀ ਸੀ। ਇਹ ਸੀ ਪਰਖਣਾ ਵੀ ਦੇਖੀਏ ਤੇ ਅਸੀਂ ਇਹਨਾਂ ਦੀ ਸੋਚ ਕੈਸੀ ਹੈ। ਬਾਹਰ ਲੈ ਕੇ ਕਹਿੰਦੇ ਆਓ ਬੱਚਿਓ, ਤੁਹਾਨੂੰ ਜੋ ਪਸੰਦ ਹੈ ਉਹ ਲੈ ਲਓ, ਜੋ ਪਸੰਦ ਹੈ ਲੈ ਲਓ। ਆਪਣੇ ਆਪਣੇ ਬੱਚਿਆਂ ਨੂੰ ਦੇਖਿਆ ਕਰੋ ਵੀ ਕੀ ਪਸੰਦ ਹੈ। ਬੱਚੇ ਬਾਜ਼ਾਰ ਜਾਂਦੇ ਨੇ, ਸਭ ਨੂੰ ਪਤਾ ਹੈ, ਆਪਾਂ ਵੀ ਬਚਪਨ ਚੋਂ ਨਿਕਲੇ ਵੀ ਅਸੀਂ ਕਿਹੜੀ ਦੁਕਾਨ ਤੇ ਜਾਂਦੇ ਸੀ, ਕੀ ਮੰਗਦੇ ਸੀ। ਉਹ ਨਾ ਕੱਪੜਿਆਂ ਦੀ ਦੁਕਾਨ ਤੇ ਗਏ, ਨਾ ਖਿਡੌਣਿਆਂ ਦੀ ਦੁਕਾਨ ਤੇ ਗਏ, ਨਾ ਮਠਾਈਆਂ ਦੀ ਦੁਕਾਨ ਤੇ ਗਏ, ਨਾ ਕਿਤੇ ਹੋਰ ਗਏ, ਸਿੱਧੇ ਸ਼ਸਤਰਾਂ ਵੱਲ ਨੂੰ ਹੋਲੇ। ਇੱਕ ਨੇ ਤਲਵਾਰ ਚੱਕ ਲਈ, ਇੱਕ ਨੇ ਨੇਜ਼ਾ ਧੂਲਿਆ, ਕਹਿੰਦੇ ਜਿਹੜਾ ਨੇੜੇ ਆਇਆ ਗਾਟਾ ਲਾ ਦਿਆਂਗੇ। ਧਰਮ ਆਤਮਾ ਦੀ ਖੁਰਾਕ ਸੀ ਉਹਨਾਂ ਦੀ। ਉਹਨਾਂ ਨੇ ਉਦੋਂ ਹੀ ਅੰਦਾਜ਼ਾ ਲਾ ਲਿਆ, ਕਹਿੰਦੇ ਵੀ ਨਹੀਂ ਇਹ ਸਿੱਧੇ, ਇਹ ਉਹ ਘਿਓ ਹੈ ਜਿਹੜਾ ਸਿੱਧੀ ਉਂਗਲੀ ਨਾਲ ਨਹੀਂ ਨਿਕਲਦਾ। ਇਹ ਸਾਡੇ ਇਹਨਾਂ ਆਫਰਾਂ ਨੂੰ ਇਹ ਕੀ ਠਕਰੋ, ਇਹ ਕੀ ਮੰਨਦੇ ਨੇ। ਜਿਹਨੇ ਗੁਰੂ ਕੇ ਲਾਲਾਂ ਨੇ ਪਹਿਲਾਂ ਜੁੱਤੀ ਅੰਦਰ ਕਰ ਦਿੱਤੀ, ਤੁਹਾਡੀਆਂ ਠੋਕਰਾਂ, ਸ਼ਾਹੀ ਤਖਤੋ ਤਾਜ, ਸਾਰੇ ਲੋਭ ਲਾਲਚਾਂ ਨੂੰ ਜੁੱਤੀ ਦੇ ਨੋਕ ਤੇ ਰੱਖ ਲਿਆ, ਉਹਨਾਂ ਨੂੰ ਤੁਸੀਂ ਕੀ ਲਾਲਚ ਦਿਓਗੇ। ਔਰ ਮੈਂ ਬੇਨਤੀ ਕਰਾਂ, ਬੱਚਿਆਂ ਨੂੰ ਕਦੀ ਲਾਲਚ ਦੇ ਕੇ ਕੰਮ ਨਾ ਕਰਾਇਆ ਕਰੋ, ਉਹ ਆਦਤ ਵਿਗੜ ਜਾਂਦੀ ਹੈ। ਅੱਜ 10 ਰੁਪਏ ਦਾ ਲਾਲਚ ਦਿਓਗੇ, ਉਮਰ ਵਧੇਗੀ, ਉਹਨੇ 100 ਤੇ ਆ ਜਾਣਾ। ਜਦੋਂ ਜਵਾਨ ਹੋ ਗਿਆ ਕਹੇਗਾ 1000 ਰੁਪਏ ਦਿਓ ਤਾਂ ਬਾਜ਼ਾਰ ਜਾਊਂਗਾ। ਅਸੀਂ ਆਦਤਾਂ ਵਿਗਾੜ ਦਿੰਦੇ ਆ। ਇਹ ਆਦਤਾਂ ਨਹੀਂ ਵਿਗਾੜੀਆਂ, ਲਾਲਚ ਨਹੀਂ, ਕਿਉਂਕਿ ਬਾਣੀ ਨੇ ਤੇ ਲਾਲਚ ਤੇ ਸਾਧ ਸੰਗਤ, ਫਿਰ ਮੈਂ ਬੇਨਤੀ ਕਰਾਂ ਗੱਲ ਦੂਰ ਨਾ ਨਿਕਲ ਜਾਏ, ਲਾਲਚ ਅਸੀਂ ਖਤਮ ਕਰਨਾ, ਵਧਾਉਣਾ ਨਹੀਂ ਹੈ। ਬਸ ਇੰਨੀ ਗੱਲ ਬੇਨਤੀ ਬਾਣੀ ਚੋਂ ਸਮਝ ਲਿਓ। ਬਾਕੀ ਵਾਪਸ ਆ ਜਾਏ। ਦਾਦੀ ਮਾਂ ਨੂੰ ਬੜਾ ਖੁਸ਼ ਹੋ ਕੇ ਦੱਸਿਆ, ਖੁਸ਼ੀ ਖੁਸ਼ੀ ਆਏ, ਸਾਰੀ ਗੱਲ ਦੱਸੀ, ਮਾਂ ਅੱਜ ਆਹ ਕੁਝ ਹੋਇਆ ਸਾਡੇ ਨਾਲ, ਬੜੀਆਂ ਆਫਰਾਂ ਦਿੱਤੀਆਂ ਸਾਨੂੰ, ਬੜੇ ਪਿਆਰ ਨਾਲ ਸਾਨੂੰ ਕਹਿਣ ਲੱਗੇ ਤੁਹਾਡਾ ਸਭ ਕੁਝ ਚਲਾ ਗਿਆ, ਪਿਤਾ ਚਲੇ ਗਿਆ, ਭਰਾ ਚਲੇ ਗਿਆ, ਸਭ ਕੁਝ ਖਤਮ ਹੋ ਗਿਆ, ਤੁਸੀਂ ਮੂਮਨ ਬਣ ਜਾਓ, ਦੀਨੇ ਇਸਲਾਮ ਕਰਵੋ, ਸਿੱਖੀ ਛੱਡ ਦਿਓ। ਪਰ ਕਹਿੰਦੇ ਵੀ ਅਸੀਂ ਨਹੀਂ ਮੰਨੇ, ਅਸੀਂ ਕਬੂਲ ਨਹੀਂ ਕੀਤਾ, ਅਸੀਂ ਸਭ ਕੁਝ ਠੁਕਰਾਏ ਹਾਂ, ਕਿਉਂਕਿ ਸਾਨੂੰ ਮਾਣ ਹੈ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ। ਇਹ ਮਾਣ ਉਹਨਾਂ ਦਾ ਨਹੀਂ, ਇਹ ਮਾਣ ਤੁਹਾਡਾ ਵੀ ਹੈ, ਇਹ ਸਾਡਾ ਸਭਨਾਂ ਦਾ ਮਾਣ ਹੈ। ਮਾਣ ਕਰਿਆ ਕਰੋ, ਅਸੀਂ ਦਸ਼ਮੇਸ਼ ਪਿਤਾ ਕਲੰਗੀਆਂ ਧਰਮ ਦਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ। ਦਾਦੀ ਮਾਂ ਨੇ ਸ਼ੁਕਰ ਕੀਤਾ ਕਿ ਦਾਤਾ ਤੂੰ ਮਿਹਰ ਕੀਤੀ ਹੈ, ਲਾਜ ਰੱਖੀ ਹੈ। ਬਸ ਇਸੇ ਤਰ੍ਹਾਂ ਸਤਿਗੁਰੂ ਤੂੰ ਲਾਜ ਰੱਖ ਲਈ, ਬਸ ਬੱਚੇ ਡੋਲ ਨਾ ਜਾਣ। ਦੇਖੋ ਬਜ਼ੁਰਗਾਂ ਨੂੰ ਸੁਭਾਵਿਕ ਹੈ ਜੀ, ਫਿਕਰ ਹੋਏਗਾ। ਬਜ਼ੁਰਗ ਨਾ ਹੁੰਦਾ ਹੈ, ਬੱਚਾ ਕਿੰਨਾ ਵੀ ਸਿਆਣਾ ਹੋ ਜਾਏ, ਕਿੰਨਾ ਵੱਡਾ ਹੋ ਜਾਏ, ਕਿੰਨਾ ਇੰਟੈਲੀਜੈਂਟ ਹੋ ਜਾਏ, ਕਿੰਨਾ ਪੜ੍ਹ ਲਿਖ ਜਾਏ, ਕਿੰਨਾ ਸਿਆਣਾ ਹੋ ਜਾਏ, ਮਾਂ ਬਾਪ ਨੂੰ ਇਹੀ ਲੱਗਦਾ ਵੀ ਨਹੀਂ ਮੇਰਾ ਤੇ ਬੱਚਾ ਹੀ ਹੈ, ਕਿਤੇ ਡੋਲ ਨਾ ਜਾਏ। ਮਾਂ ਨੇ ਆਪਣਾ ਫਰਜ਼ ਨਿਭਾਉਂਦੇ ਬੇਨਤੀ ਕੀਤੀ, ਰਾਤ ਹੋਈ, ਦੋਵਾਂ ਨੂੰ ਕਲਾ ਵਿੱਚ ਲਿਆ, ਫਿਰ ਉਹੀ ਵਿਚਾਰਾਂ, ਉਹੀ ਸਿੱਖਿਆਵਾਂ ਵੀ ਬੇਟਾ ਬਹੁਤ ਕੁਝ ਹੋਣਾ ਹੈ। ਅੱਜ ਜੇ ਇਹਨਾਂ ਨੇ ਲਾਲਚ ਦਿੱਤੇ ਨੇ, ਹੋ ਸਕਦਾ ਕੱਲ ਨੂੰ ਧਮਕੀਆਂ ਵੀ ਦੇਣਗੇ, ਡਰਾਉਣਗੇ ਵੀ, ਤੁਹਾਨੂੰ ਮਾਰਨ ਦੀਆਂ ਗੱਲਾਂ ਵੀ ਕਰਨਗੇ, ਪਰ ਤੁਸੀਂ ਆਪਣੇ ਅਕੀਦੇ ਤੇ ਕਾਇਮ ਰਹਿਣਾ ਹੈ। ਬਸ ਅਕੀਦਾ ਨਹੀਂ ਛੱਡਣਾ, ਕਿਉਂਕਿ ਗੁਰੂ ਤੇਗ ਬਹਾਦਰ ਜੀ ਨੇ ਧਰਮ ਨਹੀਂ ਛੱਡਿਆ, ਸਰੀਰ ਛੱਡ ਦਿੱਤਾ, ਠੀਕਰਾ ਭੰਨ ਦਿੱਤਾ, ਸਿਰ ਲੁਹਾ ਲਿਆ। ਜੇ ਨਹੀਂ ਤਿਆਗਿਆ ਤੇ ਧਰਮ ਨਹੀਂ ਤਿਆਗਿਆ। ਬੜੀ ਵੱਡੀ ਪ੍ਰੇਰਣਾ ਸੀ ਜੀ ਉਹਨਾਂ ਵਾਸਤੇ। ਰਾਤ ਹੋਈ, ਰਾਤ ਨੂੰ ਬੈਠੇ ਹੁਣ ਗੱਲਾਂ ਚੱਲੀਆਂ ਆਪਸ ਵਿੱਚ। ਅੱਲਾ ਯਾਰਖਾਂ ਜੋਗੀ ਨੇ ਇੱਥੇ ਬਹੁਤ ਭਾਵਪੂਰਤ ਬਚਨ ਕਹੇ ਨੇ, ਉਹਨੇ ਇੱਕ ਰੰਗ ਭਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦਾ ਹੁਣ ਆਪਸ ਚ ਗੱਲਾਂ ਕਰਦੇ ਨੇ, ਦਾਦੀ ਮਾਂ ਵੱਡੇ ਭਰਾ ਤੇ ਪਿਤਾ ਜੀ ਚਲੇ ਕਿੱਥੇ ਗਏ? ਸਰਸਾ ਤੱਕ ਇਕੱਠੇ ਆਏ ਆ, ਉੱਥੋਂ ਵਿਛੜ ਗਏ, ਉਸ ਤੋਂ ਬਾਅਦ ਸਾਨੂੰ ਮਿਲੇ ਕਿਉਂ ਨਹੀਂ? ਮਾਂ ਨੇ ਕਿਹਾ ਬੇਟਾ ਜੰਗ ਲੱਗ ਗਿਆ। ਕਹਿੰਦੇ ਹੱਦ ਹੋ ਗਈ ਵੀ ਜੰਗ ਲੱਗ ਗਈ, ਜੰਗ ਖਤਮ ਹੋ ਗਈ, ਹੁਣ ਜੰਗ ਤੋਂ ਬਾਅਦ ਉਹ ਸਾਨੂੰ ਭੁੱਲ ਹੀ ਗਏ, ਆਪਣੇ ਵੀਰਿਆਂ ਨੂੰ ਭੁੱਲ ਗਏ, ਹੁਣ ਜੰਗ ਦੇ ਵਿੱਚ ਹੀ ਮਸਤ ਹੋ ਗਏ। दादी से बोले अपने सिपाही किधर गए, दरिया पे हमको छोड़ के राही किधर गए, तड़पा के हाय सूरते माही किधर गए, अब्बा भगा के लश्करे शाही किधर गए, भाई भी हमको भूल गए शौके जंग में, अपना ख्याल तक नहीं जौके तुफंग में। आपस विच गलबात चली। बाबा जुझार सिंह बोले, कहते जब रण अजीत जीत कर तशरीफ लाएंगे, अब्बा के साथ जिस घड़ी जो जुझार आएंगे, करके गिला हर एक से हम रूठ जाएंगे।
ਅਸੀਂ ਰੁੱਸ ਜਾਣਾ, ਅਸੀਂ ਨਹੀਂ ਬੋਲਣਾ ਕਿਸੇ ਨਾਲ। ਵੀ ਜਦੋਂ ਹੁਣ ਦੇਖੋ ਗੱਲ ਚੱਲਦੀ ਨਾ ਆਪਸ ਵਿੱਚ, ਜਦੋਂ ਜੰਗ ਜਿੱਤ ਕੇ ਆਣਗੇ, ਵਾਪਸ ਆਣਗੇ, ਮਿਲਣਗੇ, ਅਸੀਂ ਤੇ ਰੁੱਸ ਜਾਣਾ ਵੀ ਤੁਸੀਂ ਸਾਨੂੰ ਛੱਡ ਕੇ ਕਿਉਂ ਗਏ। उन्हों का आपसी जो गलबात चलती है उम्र के मुताबिक, अब्बा के साथ जिस घड़ी जो जुझार आएंगे, करके गिला हर एक से हम रूठ जाएंगे, माता कभी पिता कभी भाई मनाएंगे, करके गिला हर एक से हम रूठ जाएंगे, गले लगा के हमसे कहेंगे वो बार बार मान जाओ, लेकिन हम नहीं मानेंगे ज़ेनहार। बच्चे का सुभाव जिवें बच्चा गल्लां करदा, दोवें आपस च गल करदे, फिर फतेह सिंह जी पुछदे ने, कहंदे वीरे की आपां फिर मन्नांगे नहीं, कि आपां रुस्से रह जांगे। फिर जोरावर सिंह जवाब दिंदे, कहंदे नहीं, कहंदे असीं मन्नांगे, पर मन्नण तो पहलां एक वादा लवांगे, इकरार लेंगे सबसे बुलाना ना फिर कभी, बारे दिगर बिछड़ के, बारे दिगर दा अर्थ हुंदा दोबारा, अगेन, बारे दिगर बिछड़ के सताना ना फिर कभी, हमको अकेले छोड़ के जाना ना फिर कभी, यूं कहते हैं हमको रुलाना ना फिर कभी, बच्चों की गुफ्तगू जो सुनी दादी जान ने। दादी मां बैठी गल्लां सुन रही है, गुफ्तगू गलबात, बच्चों की गुफ्तगू जो सुनी दादी जाने, उस बेअख्तियार रो दिया उस वाला शान। दादी मां दी अखां भिज गईयां। बच्चों की गलबात चलती भी इन्हां भोलियां नूं की पता है वो किहड़े राहे पै गए ने, वो उस राहे पै गए ने जिस रात परत के कोई वापस नहीं आता। दूसरी रात बीतती है, दादी मां केवल अपने कलावे का निग लैके बैठी है, और इत्थे हुण एक होर पात्र आउंदा इहदे विच, मोती राम जी मेहरा, ਮਹਿਰਿਆਂ ਦੇ ਭਾਈ ਮੋਤੀ ਰਾਮ। ਇਹਨਾਂ ਨੂੰ ਵੀ ਪਤਾ ਲੱਗਾ ਵੀ ਅਨੰਦਪੁਰ ਸਾਹਿਬ ਵਾਲੇ ਗੁਰੂ ਸਾਹਿਬ ਦਾ ਪਰਿਵਾਰ, ਉਹਨਾਂ ਦੇ ਦੋ ਛੋਟੇ ਲਾਲ ਤੇ ਮਾਤਾ ਜੀ ਕਿਲੇ ਦੇ ਵਿੱਚ, ਇੱਥੇ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਨਜ਼ਰਬੰਦ ਨੇ। ਇਹਨੇ ਬੀੜਾ ਚੁੱਕਿਆ ਜੀ। ਮੈਂ ਫੇਰ ਬੇਨਤੀ ਕਰਾਂ ਵੀ ਦੇਖੋ ਸੇਵਾ ਦਾ ਬੀੜਾ ਇਹਨੇ ਚੁੱਕਿਆ, ਪਰ ਇਹਨੂੰ ਵੀ ਪਤਾ ਸੀ ਵੀ ਇਸ ਟਾਈਮ ਦੇ ਵਿੱਚ ਇਸ ਗੁਰੂ ਕੇ ਲਾਲਾਂ ਦੀ ਸੇਵਾ ਕਰਨੀ, ਜਲ ਪਾਣੀ ਦੁੱਧ ਜੋ ਵੀ ਛਕਾਣਾ ਉਹ ਖਤਰੇ ਤੋਂ ਖਾਲੀ ਨਹੀਂ। पर इस प्यो दे पुत ने खतरा मुल ले लिया, पर सेवा करने तो पिछे ना हटिया। कईयां ने 2 रातां दा जिक्र किया, कईयां ने 1 दा किया, जिन्ना भी होवे पर इन्हें सेवा निभाई, दुध दी सेवा निभाई। सरकारी पहरा सख्त है, पर देखो गल भी लालच भी शुरू तो चले आ रहा। अज भी तुसी कोई काम कराउणा होवे, पैसे दिओ, सब पुठा सीधा हो जाता है। इन्हें उदों सोने के गहने दिते, सिपाहियां नूं जिहड़े पहरे ते खड़े सन, गहने देके जी अंदर चला गया ते सेवा करके आया। माता प्रसन्न हुए, कहन लगा मां भी होर तां मेरे कोल इस टाइम कुछ नहीं, सरदा पुजदा कुछ नहीं बनया, मैं बड़ी मुश्किल नाल आ दुध दी एक गड़बी लैके आया, तुसी आ छक लो। बड़ी वड्डी सेवा है जी इस मौके ते। देखो वो ना भी पींदे फर्क कोई नहीं सी पैना, पर उन्हें अपना फर्ज निभाया। मैं बेनती करदा हूं, कल भी कीती सी भी जदों किते मुश्किल बनदी है, उस मुश्किल के समय में सानू सिक्खी दा, गुरु दा, धर्म दा साथ देना चाहिए। यह ना हो साहिब संकट वै, बाणी दे बचन ने, सेवक भजै, सेवक भज जाए, पिछा छड़ा जाए, हथ खड़े कर जाए, साथ छड़ जाए, भी नहीं सतगुरु साडे तो नहीं निभदी सिक्खी, छड़ के चले गए सी ना, परत के लाणता पईयां, फिर वापस आए। साहिब सब संकट वै, सेवक भजै, चिरंग काल ना जीवै, दो कुल लज्जै। दोवां कुलां लोक परलोक विच ओदी बेपत्ती हुंदी है। पर उस मरजीवड़े ने सेवा निभाई। दूसरे दिन भी उन्हें सेवा की, घर वाली भी उहदी भागां वाली सी, पता नहीं उन्होंने किवें मन दे विच मालिक ने दया पा दी भी जदों उन्हें पता लगा भी अज दूजा दिन है, भी गहने ते कल दे आया जो भी सी। वो कहंदी भी कुछ गहने मैं अपने जिहड़े सी छुपा के रखे सन, वो लै जाओ। देखो औरत नूं कुदरती गल है, सुभाविक मातावां भैणां बैठे हो जी, गहने नाल सोने नाल सुभाविक भी प्यार हुंदा है। एक तड़प जी हुंदी है, एक तांग जी हुंदी है भी वध होवे, मेरे कोल ज्यादा होवे, जोड़ा सोना वधावां, बहुत कुछ करा, फिर अगे जाके उन्होंने वंडां दिखावां, बड़ा कुछ जुड़िया होया। पर उस पता नहीं किहड़े प्यो दी धी होएगी, उन्हें भी उस वेले कुर्बानी की है। उहदी घरवाली ने कहा भी जिन्ने भी हन घर भी जिहड़े लुका छुपा के रखे सन, बचा के रखे सन, बच्चियां वास्ते रखे सन, कहंदी इह भी ला जाओ, पर सेवा तो पिछे ना हटे। मोती राम मेहरा भी लैके गए। दूजे दिन फिर वो रिश्वत के रूप च दिते ते सेवा की। ताई कहंदे ने धन मोती जिन पुण्य कमाया, गुर लाला ताई दुध पिलाया। जदों फतेहगढ़ साहब जाओ, लाइना क्रॉस करके नाल ही गुरु घर बनया, उत्थे भी जरूर जाके मत्था टेकिया करो। मालिक तू मेहर कीती है, इस सेवक तो सेवा लई है, कृपा करी समा बने ते असी भी सेवा तो पिछे ना हटीए। प्रेरणा स्रोत है।
दूसरे दिन तीसरा दिन सवेर का वक्त दूसरा दिन सॉरी क्षमा करियो दूसरी कचहरी दे विच पेशी पैनी है 26 दसंबर नूं कल जिहड़ा दिन आउणा है कल दे दिन पेशी पैनी है जी। दूसरा दिन हुंदा है फिर सिपाही आउंदे ने दादी मां ने अज पूरी तरह तैयार कीते बेटा अज तुहाडे नाल इह कुछ वापरन दे चांस ने बहुत ध्यान रखियो अडोल रहियो अरदास करियो। बच्चे गुरु के लाल जाते ने मां अरदास करती है कचहरी च पेशी हुंदी है उस तरह पहला जुत्ती लंघा के अंदर जाते ने गज के फतेह बुलाते ने सूबे के सामने डट के खलो जाते हैं। और मैं बेनती करा जदों अंदर सच हुंदा है तुसीं सीना चौड़ा करके किते भी जाके डट के खलो सकते हो। अंदर सियाणे दी कहावत है अंदर होवे सच ते कोठे चढ़ के नच। पर जे अंदर माड़ा मोटा भी कपट है डर है कोई गलती है बंदा अख नहीं चुक सकता। सरकारां दे नाल मत्था लाउणा खाला जी दा वाड़ा नहीं हुंदा पर उदों खाला जी दा वाड़ा भी एक निक्की जी गल बन जाती है जदों तुहाडे अंदर सच ते बाणी दा शब्द भरिया हुंदा। अज गए अज इहदे विच नवाब मलेरकोटलिया शेर मुहम्मद खां भी आया होया। अज सूबे ने सलाह की सारी कचहरी नाल कहंदे भी कल दी जो गलबात हुई है ਇਹਦੀ पत्नी जैना बेगम ने भी कहा भी देखो निर्दोष बच्चियां नूं सजा देनी बहुत बड़ा गलत है पाप है ਅਸੀਂ ਇਹ पाप ना कमाईए। कहंदे इत्थे नवाब वजीर खां दा मन थोड़ा जिहा पतीज गया उन्हें कहा भी ਅਸੀਂ ਛੱਡ ਦਿੰਨੇ ਹਾਂ पर एक गल दसो भी जे तुहानूं ਛੱਡ दईए तुसीं की करोगे। हुण इत्थे फिर एक बड़ा वड्डा सवाल सी बंदा कहंदा जी ठीक है तुसीं ਛੱਡ दिओ ਅਸੀਂ घर चल जांगे तुसीं अपने घर राजी सी अपने घर राजी। पर जिहड़ा सच हुंदा है ना सच साध संगत पत्थर पाड़ के भी बाहर आ जाता है इहनूं लुकाउणा चाहोगे तां भी कोई नहीं लुकदा। सच सच ही है सच दा नज़ारा ही वखरा है। उन्होंने सच बोलिया कहंदे पहली गल तुसीं छड्डना नहीं अगर छड्डोगे असीं जंगलां विच जावांगे गुरु पिता नूं मिलांगे सिखां नूं लभांगे इकट्ठे करांगे फौज खड़ी करांगे ते उदों तक तुहाडे नाल लड़ांगे जदों तक तुसीं मर नहीं जांदे जां असीं शहीद नहीं हो जांदे उदों तक ये जंग जारी रहेगी। हुण उन्होंने सोचा भी नहीं इत्थे कहंदे सुच्चा नंद ने आके फिर उन्हें बलदी दे उपर तेल पाया। सुच्चा नंद नूं पुछया भी तू की कहना है। वो कहंदा भी मैं ये कहना भी ये सप दे बच्चे सपूलीए हैं भी सप नूं तुसीं मारना चाहुंदे हो। उहदी शब्दावली भाव गुरु साहब नूं असीं लभ रहे हां फड़न दा यतन करदे हां मारन दा यतन करदे हां घेरा पा के रखिया 10 लाख दी फौज लाई ते उसे गुरु दे पुत्तरां नूं तुसीं बचाउण दी गल करदे हो। इन्हां नूं बचाउणा हुकूमत लई खतरे तो खाली नहीं होएगा। इस गल ने कहंदे बलदी ते तेल पाउण दा काम कीता। फिर इन्हां ने डराया धमकियां दित्तियां भी किसी भी तरह इस्लाम कबूल कर लो मुसलमान बन जाओ जाना बच जाणगियां नहीं तो बहुत भयानक तरीके नाल सजा दे के तड़फा तड़फा के मारे जाओगे। निक्कियां उमरां ने दुख नहीं चल होने। पर हुण जिहड़े बंदे ने पढ़िया होवे जो नर दुख में दुख नहीं मानै सुख स्नेह भै नहीं जाके कंचन माटी मानै। जे सुख दे तां तुझे आराधी दुख पी तुझे ते आई जे भुख दे तां इत ही राजा दुख विच सुख मनाई। जिहड़े ए पढ़िया होवे केतियां दुख भूख सदमार एपे दात तेरी दातार वो दुख दी गल सुन के किवें डोलेगा। उहदा अंदर शब्द नाल भरपूर है अंदर बाणी दी नाम दी ताकत है। उन्हों माया संसार लोभ लालच डर नहीं डुला सकते। उत्थे क्या कहते तुर्क ना बना है धर्म ना तजा है कभी तुर्क ना बना है शीश निज दे है जैसे बड़ियों ने दिए हैं। कहते भी गाटा ला देंगे टुकड़े कर देंगे हले भी समय है संभल जाओ सुधर जाओ बदल जाओ। इत्थे फिर कहा साहिबजादियां गरज के कहा सूबे पर्वत दाबियां नाल नहीं हल जांदे पुत्र होण जिहड़े शेर बब्बरां दे कदी भेडां विच नहीं रल जांदे। तू गुरु दे पुत्रां नूं भेडां च रलाउणा चाहुंदा है तू साडा ईमान बदलाउणा चाहुंदा है। तेरे जिउंदे जी ते साडे जिउंदे जी ये सुपना कदी भी पूरा नहीं होएगा। तू पूरा हो जाएगा तू मर जाएगा तेरा ख्वाब मर जाएगा पर गुरु का सिख गुरु दा पुत्र इस्लाम च आ जाए कदी भी नहीं होएगा। कहंदे ये नज़ारा ते तुहाडे औरंगजेब ने वेख्या ही है ना। उन्हें कोशिश की सी गुरु तेग बहादुर साहब नूं बदलाउण दी पर ना बदला सकिया। धमकियां दित्तियां कोई असर ना होया सूबा बुखला गया। हुण जिहड़े बंदे कोल पावर होवे जी शक्ति होवे कुर्सी होवे अहुदा होवे ना गुरूर बहुत हुंदा हंकार बहुत हुंदा। हंकारी बंदा छेती किथे किसी दी गल बर्दाश्त करदा। एकदम क्रोध आ गया हंकार चढ़िया सिर नूं कहंदा भी इन्हां ने तौहीन कीती है बड़ी नापाक कोशिश है सरकार दे खिलाफ काजी साहब इन्हां ते हुणे फतवा ला दे
ਕਾਜ਼ੀ ਕੋਲ ਖਲੋਤਾ ਸੀ। ਹੁਣ ਕਾਜ਼ੀ ਦੇ ਅੰਦਰ ਵੀ ਜੇ ਧਰਮ ਹੁੰਦਾ, ਕਾਜ਼ੀ ਦਾ ਅਰਥ ਹੈ ਧਰਮ ਦਾ ਆਗੂ। ਜਿਵੇਂ ਸਾਡੇ ਸਿੱਖਾਂ ਵਿੱਚ ਜਥੇਦਾਰ ਨੇ, ਹਿੰਦੂਆਂ ਦੇ ਅਲੱਗ ਤੋਂ ਬ੍ਰਾਹਮਣ ਹੁੰਦੇ ਨੇ, ਈਸਾਈਆਂ ਦੇ ਵਿੱਚ ਪੋਪ ਹੈ। ਧਾਰਮਿਕ ਆਗੂ ਰਾਜੇ ਤੋਂ ਵੀ ਉੱਪਰ ਹੁੰਦਾ ਹੈ। ਧਰਮ ਗੁਰੂ ਕਿਹਾ ਜਾਂਦਾ ਸੀ ਨਾ, ਰਾਜੇ ਔਖੇ ਸਮੇਂ 'ਚ ਧਰਮ ਗੁਰੂ ਦੀ ਸਲਾਹ ਲੈਂਦੇ ਸਨ ਵੀ ਤੁਸੀਂ ਦੱਸੋ, ਜੋ ਤੁਸੀਂ ਕਹੋਗੇ ਕਰਾਂਗੇ। ਕਾਜ਼ੀ ਇਮਾਨਦਾਰ ਹੁੰਦਾ, ਕਾਜ਼ੀ ਸੱਚਾ ਹੁੰਦਾ, ਕਾਜ਼ੀ ਅੰਦਰੋਂ ਧਰਮੀ ਹੁੰਦਾ। ਉਹ ਕਦੇ ਵੀ ਇਸਲਾਮ ਨੂੰ ਜਿਹਨੇ ਪੜ੍ਹਿਆ ਹੁੰਦਾ, ਕਦੇ ਵੀ ਗੁਰੂ ਸਾਹਿਬ ਦੇ ਲਾਲਾਂ ਦੇ ਉੱਪਰ ਮੌਤ ਦਾ ਫਤਵਾ ਨਾ ਲਾਉਂਦਾ। ਪਰ ਬਾਣੀ ਨੇ ਬਹੁਤ ਪਹਿਲਾਂ ਕਹਿ ਦਿੱਤਾ ਸੀ, ਭਾਈ ਸਾਹਿਬ ਨੇ ਕਿਹਾ, ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਪੈਸਾ ਦੇ ਕੇ ਗੱਲ ਵੀ ਜੋ ਮਰਜ਼ੀ ਕੰਮ ਕਰ, ਸਪਸ਼ਟ। ਕਾਜ਼ੀ ਵੀ ਲਾਲਚੀ ਸੀ, ਕਾਜ਼ੀ ਵੀ ਬੇਈਮਾਨ ਸੀ, ਕਾਜ਼ੀ ਖਰੀਦਿਆ ਹੋਇਆ ਸੀ, ਵਿਕਿਆ ਹੋਇਆ ਸੀ। ਕਈ ਵਾਰ ਪਹਿਲਾਂ ਹੀ ਸੁਲਾ ਸੰਮਤੀ ਹੋ ਜਾਂਦੀ ਵੀ ਆਪਾਂ ਕਿਹਨੂੰ ਕੀ ਫੈਸਲਾ ਦੇਣਾ ਹੈ, ਕੀ ਫੈਸਲਾ ਸੁਣਾਉਣਾ ਹੈ, ਕੀ ਪਲਾਨ ਹੈ। ਕਾਜ਼ੀ ਨੇ ਤੁਰੰਤ ਕਹਿ ਦਿੱਤਾ, ਜੀ ਇਹ ਸਰਕਾਰ ਦੇ ਦੋਸ਼ੀ ਹਨ, ਇਹ ਬਾਗੀ ਹਨ, ਇਹ ਇਸਲਾਮ ਦੀ ਤੋਹੀਨ ਕਰਨ ਵਾਲੇ ਹਨ। ਇਹਨਾਂ ਦੋਹਾਂ ਨੂੰ ਜਿਉਂਦੇ ਜੀ ਦੀਵਾਰਾਂ ਵਿੱਚ ਚਿਣਕੇ ਖਤਮ ਕਰ ਦਿੱਤਾ ਜਾਏ, ਤਾਂ ਕਿ ਕੱਲ ਨੂੰ ਪਰਤ ਕੇ ਕੋਈ ਦੂਜਾ ਇਹਨਾਂ ਵਾਂਗੂ ਸਰਕਾਰ ਦੇ ਖਿਲਾਫ ਬਗਾਵਤ ਨਾ ਕਰੇ। ਇਹ ਫਤਵਾ ਕਾਜ਼ੀ ਵੱਲੋਂ ਲਾਇਆ ਗਿਆ। ਸਾਰਿਆਂ ਨੇ ਹਾਮੀ ਭਰ ਦਿੱਤੀ। ਕੇਵਲ ਨਵਾਬ ਮੁਹੰਮਦ ਸ਼ੇਰ ਖਾਂ, ਮਲੇਰਕੋਟਲੇ ਦਾ ਨਵਾਬ, ਉਹਨੇ ਹਾਂ ਦਾ ਨਾਰਾ ਮਾਰਿਆ। ਹਾਂ ਦਾ ਨਾਰਾ ਹੁੰਦਾ ਵੀ ਪੱਖ ਦੀ ਗੱਲ ਕੀਤੀ। ਉਹਨੇ ਰੌਲਾ ਪਾਇਆ, ਕਹਿੰਦਾ ਵੀ ਨਹੀਂ, ਬਹੁਤ ਗਲਤ ਹੈ। ਉਹਨੂੰ ਕਹਿੰਦੇ ਤੂੰ ਬਦਲਾ ਲੈਣਾ, ਤੂੰ ਖਤਮ ਕਰ ਦੇ, ਤੇਰੇ ਭਰਾ ਨੂੰ ਵੀ ਤੇ ਇਹਨਾਂ ਦੇ ਪਿਤਾ ਨੇ ਜੰਗ ਦੇ ਮੈਦਾਨ 'ਚ ਮਾਰੀ ਹੈ ਨਾ। ਉਹ ਕਹਿੰਦਾ ਵੀ ਮੇਰਾ ਭਰਾ ਜੰਗ ਦੇ ਮੈਦਾਨ 'ਚ ਲੜਦਾ ਹੋਇਆ ਮਰਿਆ ਹੈ। ਜੇ ਇਹਨਾਂ ਦਾ ਪਿਤਾ ਮੈਨੂੰ ਕਿਤੇ ਜੰਗ ਦੇ ਮੈਦਾਨ 'ਚ ਟੱਕਰਿਆ, ਮੈਂ ਤਲਵਾਰ ਨਾਲ ਮੁਕਾਬਲਾ ਕਰਕੇ ਬਦਲਾ ਲਵਾਂਗਾ। ਪਰ ਨਿਰਦੋਸ਼ ਬੱਚਿਆਂ ਨੂੰ ਖਤਮ ਕਰਨਾ, ਮਾਰਨਾ ਮੇਰੇ ਲਈ ਬੜਾ ਵੱਡਾ ਪਾਪ ਹੈ, ਹਰਾਮ ਹੈ। ਉਹ ਮਰਦ ਸੀ, ਉਹ ਅਸਲੀ ਧਰਮੀ ਸੀ। ਉਹ ਬੰਦਾ ਇਨਕਾਰ ਕਰਕੇ ਨਿਕਲ ਗਿਆ। ਬਦਲਾ ਹੀ लेना होगा, लेंगे हम बाप से, महफूज रखे खुदा हमें ऐसे पाप से। ਉਹਨੇ ਕਿਹਾ ਵਜ਼ੀਦੇ ਨੂੰ, ਇਹ ਬਹੁਤ ਗਲਤ ਕਰ ਰਹੇ ਹੈ, ਬਹੁਤ ਵੱਡਾ ਦੋਸ਼ ਹੈ, ਇਹਦੇ ਨਤੀਜੇ ਚੰਗੇ ਨਹੀਂ ਨਿਕਲਣਗੇ। ਮੈਂ ਸਲਾਹ ਦੇਣਾ, ਹਲੇ ਵੀ ਇਹਨਾਂ ਸ਼ੀਰਖੋਰ ਬੱਚਿਆਂ ਨੂੰ ਛੱਡ ਦੇ, ਵਰਨਾ ਤੇਰੀ ਸਲਤਨਤ ਤਬਾਹ ਹੋ ਜਾਏਗੀ। ਸੱਚ ਤੇ ਸੱਚ ਹੈ ਜੀ। ਪਰ ਜਦੋਂ ਅੱਖਾਂ ਅੰਨੀਆਂ ਹੋ ਜਾਣ, ਹੰਕਾਰ, ਲਾਲਚ, ਈਰਖਾ, ਦਵੈਸ਼ ਬੰਦੇ ਦੇ ਅੰਦਰ ਭਾਂਬੜ ਬਲਦੇ ਹੋਣ, ਫਿਰ ਬੰਦੇ ਨੂੰ ਸੱਚ ਕਿੱਥੇ ਦਿਸਦਾ। ਫਤਵਾ ਲਾ ਦਿੱਤਾ, ਵਾਪਸ ਭੇਜ ਦਿੱਤੇ ਗਏ। ਦਾਦੀ ਮਾਂ ਨੂੰ ਆ ਕੇ ਸਾਰੀ ਗੱਲ ਦੱਸ ਦਿੱਤੀ, ਮਾਂ ਅੱਜ ਆਹ ਕੁਝ ਕਚਹਿਰੀ ਵਿੱਚ ਹੋਇਆ। ਹੁਣ ਸੋਚ ਕੇ ਵੇਖੋ ਵੀ ਜਦੋਂ ਕਿਹਾ ਹੋਵੇ ਵੀ ਮਾਂ ਕੱਲ ਨੂੰ ਅਸੀਂ ਖਤਮ ਹੋ ਜਾਣਾ, ਕੱਲ ਨੂੰ ਸਾਨੂੰ ਦੀਵਾਰਾਂ 'ਚ ਚਿਣਕੇ ਇਹਨਾਂ ਨੇ ਮਾਰ ਦੇਣਾ, ਅਸੀਂ ਸ਼ਹੀਦ ਹੋ ਜਾਣਾ, ਉਹ ਦਾਦੀ ਮਾਂ ਦਾ ਅੰਦਰ ਕਿੰਨਾ ਵੱਡਾ ਅਡੋਲ ਹੋਏਗਾ। ਉਹਨੇ ਕਿਵੇਂ ਗੱਲ ਸੁਣੀ ਹੋਏਗੀ, ਕਿਵੇਂ ਬਰਦਾਸ਼ਤ ਕੀਤੀ ਹੋਏਗੀ। ਕਰਦਾ ਹੋ ਜਾਂਦੀ ਹੈ ਜਦੋਂ ਅੰਦਰ ਬਾਣੀ ਦਾ ਰਸ ਹੈ। ਤੇ ਸੱਚਾਈ ਹੈ ਜੀ, ਮੌਤ ਇੱਕ ਸੱਚਾਈ ਹੈ, ਪ੍ਰਵਾਨ ਤੇ ਕਰਨੀ ਪੈਣੀ ਹੈ। ਮਾਂ ਨੇ ਸ਼ੁਕਰ ਕੀਤਾ ਵੀ ਲਾਲ, ਕਹਿੰਦੀ ਮੈਨੂੰ ਇਸ ਗੱਲ ਦਾ ਬਹੁਤ ਵੱਡਾ ਸੁੱਖ ਹੈ ਤੇ ਮੈਂ ਖੁਸ਼ ਹਾਂ, ਮੈਂ ਸ਼ੁਕਰ ਕਰਦੀ ਹਾਂ ਮੇਰੇ ਲਾਲ, ਤੁਸੀਂ ਇਹ ਖਬਰ ਸੁਣ ਕੇ ਡੋਲੇ ਨਹੀਂ, ਤੁਸੀਂ ਅਡੋਲ ਭਾਵ ਸਾਬਤ ਆਏ ਹੋ। ਅਗਰ ਅੱਜ ਕਦਮ ਡੋਲ ਜਾਂਦੇ, ਰਹਿੰਦੀ ਦੁਨੀਆ ਤੱਕ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਲੋਕਾਂ ਨੇ ਉਂਗਲ ਚੁੱਕਣੀ ਸੀ। ਪਰ ਅੱਜ ਤੁਸੀਂ ਕਚਹਿਰੀ ਵਿੱਚੋਂ ਸਾਬਤ ਹੋ ਕੇ ਪਰਤ ਕੇ ਆਏ ਹੋ। ਤੁਸੀਂ ਆਪਣੇ ਪਿਤਾ ਦੀ ਪੱਗ ਨੂੰ ਉੱਚਿਆ ਕੀਤਾ ਹੈ, ਉਸ ਪੱਗ ਨੂੰ ਅੱਜ ਬੇਦਾਗ ਕਰ ਦਿੱਤਾ ਹੈ। ਹੁਣ ਰਹਿੰਦੀ ਦੁਨੀਆ ਤੱਕ ਸੰਸਾਰ ਤੁਹਾਡੇ ਪਿਤਾ ਨੂੰ ਨਮਸਕਾਰਾਂ ਕਰਿਆ ਕਰੇਗਾ। ਆਰੋ ਗੱਲ ਸੱਚੀ ਹੈ। ਉਹ ਹੋਈ। ਅੱਜ ਵੀ ਦੁਨੀਆ ਉਸ ਧਰਤੀ ਨੂੰ ਨਮਸਕਾਰਾਂ ਕਰਦੀ ਹੈ। ਰਾਤ ਬੀਤੀ ਹੈ, ਜਿਵੇਂ ਕਿਵੇਂ ਕਰਕੇ ਰਾਤ ਬੀਤੀ। ਸਵੇਰ ਦਾ ਸਮਾਂ ਹੁੰਦਾ ਹੈ। ਦਾਦੀ ਮਾਂ ਰਜ਼ੂਈਆਂ ਹੀ ਕਰਦੀ, ਹੋਰ ਉਹਨੇ ਕਰਨਾ ਵੀ ਕੀ ਸੀ, ਹੁਣ ਤੇ ਕੀਤਾ ਵੀ ਕੀ ਜਾ ਸਕਦਾ। ਇਹ ਵੇਲੇ ਇੱਕੋ ਅਰਦਾਸ, ਮਾਲਕ ਮਿਹਰ ਕਰੀ, ਹੁਣ ਆਖਰੀ ਪ੍ਰੀਖਿਆ ਹੈ, ਆਖਰੀ ਪਰਚਾ ਹੈ। ਦੀਵਾਰਾਂ ਦੇ ਵਿੱਚ ਚਿਣੇ ਜਾਣਗੀਆਂ ਰੂਹਾਂ, ਇਹਨਾਂ ਦੇ ਸਰੀਰਾਂ ਨੂੰ ਇੱਟਾਂ ਨੇ ਲੁਕੋ ਲੈਣਾ। ਇਹ ਕੋਮਲ ਸਰੀਰ, ਕੋਮਲ ਮੁਖੜੇ ਨੀਹਾਂ ਵਿੱਚ ਚਿਣੇ ਜਾਣਗੇ। ਦਾਤਾ ਬਸ ਉਸ ਵੇਲੇ ਇਹਨਾਂ ਨੂੰ ਅਡੋਲ ਰੱਖੀ, ਸਿਦਕ ਨਾ ਡੋਲੇ। ਸਵੇਰ ਹੁੰਦੀ ਹੈ ਜੀ, ਸਿਪਾਹੀ ਆ ਜਾਂਦੇ ਨੇ, ਗ੍ਰਿਫਤਾਰ ਕਰਕੇ ਲਿਆਉਣ ਦਾ ਹੁਕਮ ਹੋ ਜਾਂਦਾ ਹੈ। ਦਾਦੀ ਮਾਂ ਬੈਠੀ ਹੈ, ਬੈਠੇ ਗੁਰੂ ਦਾ ਜਾਪ ਕੀਤਾ, ਬਾਣੀ ਪੜ੍ਹੀ, ਜੋ ਸ਼ਬਦ ਸੀ, ਜੋ ਕੁਝ ਸੀ ਉਸ ਸਮੇਂ ਜੋ ਬਣਿਆ, ਉਹ ਫਰਜ਼ ਨਿਭਾਇਆ। ਸਿਪਾਹੀ ਆਏ, ਮਾਂ ਤੇਰੇ ਪੁੱਤਰਾਂ ਨੂੰ ਲੈ ਕੇ ਜਾਣ ਦਾ ਹੁਕਮ ਹੈ। ਮਾਂ ਨੇ ਅੱਜ ਆਖਰੀ ਵਾਰ ਪੁੱਤਰਾਂ ਨੂੰ ਤੱਕਿਆ। ਉੱਥੇ ਫਿਰ ਕਵੀ ਅੱਲਾ ਯਾਰ ਖਾਂ ਜੋਗੀ ਲਿਖਦਾ, ਤੁਰਨ ਲੱਗੇ ਮਾਂ ਕਹਿੰਦੀ ਹੈ, ਜਾने से पहले आओ गले से लगा तो लूं, केसों को कंघी करूं जरा मुंह दुला तो लूं, प्यारे से सरों पे नन्हे से कलंगी सजा तो लूं, मेरे लाल जी मरने से पहले तुमको दुल्हा बना तो लूं। ਅੱਜ ਮੌਤ ਵਿਆਉਣ ਚੱਲਿਓ ਲਾਲੋ, ਤੁਹਾਨੂੰ ਅੱਜ ਤਿਆਰ ਕਰਕੇ ਭੇਜਣਾ। ਦਾਦੀ ਮਾਂ ਨੇ ਲਾਲਾ ਨੂੰ ਤਿਆਰ ਕੀਤਾ।
ਹੁਣ ਕਈ ਵਾਰੀ ਅਸੀਂ ਠੀਕ ਅਸੀਂ ਕਹਿ ਦਿੰਦੇ ਹਾਂ ਜੀ ਕੱਪੜੇ ਨਵੇਂ ਪਾਏ, ਉੱਥੇ ਸਾਧ ਸੰਗਤ ਕਿਹੜੇ ਕੱਪੜੇ? ਜਦੋਂ ਕਿਸੇ ਨੂੰ ਸਰਕਾਰ ਗ੍ਰਿਫਤਾਰ ਕਰਦੀ ਉਹਦਾ ਤਾਂ ਸਭ ਕੁਝ ਹੀ ਖੋ ਕੇ ਬਾਹਰ ਰੱਖ ਲੈਂਦੇ ਨੇ, ਛੱਡਦੇ ਕੀ ਨੇ? ਤਿਆਰੀ ਅੰਦਰ ਦੀ ਹੈ, ਤਿਆਰੀ ਆਤਮਾ ਦੀ ਹੈ, ਤਿਆਰੀ ਮਨ ਦੀ ਸੋਚ ਦੀ ਹੈ। ਉਹ ਤਿਆਰੀ ਕਰਵਾਈ, ਮਾਂ ਨੇ ਅਰਦਾਸ ਕੀਤੀ, ਬਾਣੀ ਦਾ ਜਾਪ ਕੀਤਾ, ਸ਼ੁਕਰਾਨੇ ਦੀ ਅਰਦਾਸ, ਅਡੋਲਤਾ ਦੀ ਅਰਦਾਸ ਕੀਤੀ, ਗੁਰੂ ਕੇ ਲਾਲ ਆਖਰੀ ਵਾਰ ਫਤਿਹ ਬੁਲਾ ਕੇ ਤੁਰ ਪਏ। ਕਵੀ ਸੋਹਣ ਸਿੰਘ ਸ਼ੀਤਲ ਜੀ ਦੀਆਂ ਨਜ਼ਰਾਂ ਅੰਦਰ ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਤੈਨੂੰ ਸੱਚਖੰਡ ਵਿੱਚ ਜਾ ਕੇ। ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ, ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ, ਨਹੀਂ ਤਾਂ ਰੁਸਪੂ ਫਤਿਹ ਸਿੰਘ ਤੇਰਾ ਚਿੱਤ ਪਰਚਾਉਣਾ, ਤੇਰੇ ਬਾਝੋਂ ਲੋਰੀਆਂ ਦੇ ਕਿਨੇ ਸਵਾਉਣਾ ਮਾਂ, ਤੇਰੇ ਬਾਝੋਂ ਸਾਨੂੰ ਸੱਚਖੰਡ ਨਹੀਂ ਪਾਉਣਾ। ਦਾਦੀ ਮਾਂ ਨੇ ਉੱਤਰ ਦਿੱਤਾ, ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ, ਪੁੱਤਰਾਂ ਬਾਝੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤਰਾਂ ਦੁਆਲੇ ਰਾਮਕਾਰ ਮਾਵਾਂ ਦੀਆਂ ਬਾਵਾਂ, ਵੇ ਲੋਕੋ ਤੋਰ ਘਰ ਦੀਆਂ ਰੌਣਕਾਂ ਮੈਂ ਸੱਚਖੰਡ ਵਸਾਵਾਂ। ਘਰ ਦੀ ਰੌਣਕ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੋਰਿਆ, ਵੱਡੇ ਲਾਲ ਤੁਰ ਗਏ ਨੇ ਤੇ ਛੋਟੇ ਕੋਲ ਹਨ, ਉਹਨਾਂ ਨੇ ਵੀ ਤੁਰ ਜਾਣਾ ਤੇ ਭਾਣੇ ਵਾਪਰ ਨੇ ਜਦੋਂ ਥੋੜੇ ਸਮੇਂ ਬਾਅਦ ਆਪ ਵੀ ਸੱਚਖੰਡ ਪਹੁੰਚ ਜਾਣਾ। ਸਾਰੀ ਰੌਣਕ ਕੇਵਲ 5 ਦਿਨਾਂ ਦੇ ਅੰਦਰ ਸੱਚਖੰਡ ਵਿੱਚ ਪਹੁੰਚ ਜਾਂਦੀ ਹੈ। ਇਹ ਦਿਨਾਂ ਨੂੰ ਦੇਖੋ ਸਜਦਾ ਕਰਨ ਵਾਸਤੇ ਆਏ ਹਾਂ। ਪੂਰੇ ਸੰਸਾਰ ਅੰਦਰ ਜਿੱਥੇ ਵੀ ਨਾਨਕ ਨਾਮ ਲੇਵਾ ਸਿੱਖ ਵੱਜਦਾ, ਬੜੀ ਵੱਡੀ ਪ੍ਰੇਰਨਾ ਨੇ ਜੀ ਸਾਡੇ ਵਾਸਤੇ ਦਿਨ। ਬੇਸ਼ੱਕ ਅੱਜ ਲੋਕਾਂ ਨੇ ਕ੍ਰਿਸਮਸ ਵੀ ਸੰਸਾਰ ਮਨਾ ਰਿਹਾ, ਸੰਸਾਰ ਮਨਾਏ ਮੁਬਾਰਕ, ਪਰ ਗੁਰੂ ਨਾਨਕ ਦਾ ਸਿੱਖ ਆਪਣੇ ਸਾਹਿਬਜ਼ਾਦਿਆਂ ਦੇ ਡੁੱਲੇ ਹੋਏ ਖੂਨ ਨੂੰ ਪਿਆਰ ਕਰਨ ਵਾਲਾ ਇੱਥੇ ਆ ਕੇ ਸਜਦਾ ਕਰਦਾ ਹੀ ਸ਼ੋਭਦਾ। ਇਹਨੂੰ ਹਮੇਸ਼ਾ ਧਿਆਨ 'ਚ ਰੱਖਿਓ, ਭਟਕਿਓ ਨਾ। ਇਹੀ ਭਟਕਣਾ ਹੁੰਦੀ ਹੈ। ਭਟਕਣ ਦਾ ਅਰਥ ਇਹ ਨਹੀਂ ਵੀ ਤੁਸੀਂ ਤੁਰੇ ਜਾਂਦੇ ਡੋਲ ਰਹੇ ਹੋ, ਤੁਹਾਡੇ ਪੈਰ ਡਗਮਗਾ ਰਹੇ, ਨਹੀਂ। ਸਾਧ ਸੰਗਤ ਸਾਡਾ ਮਨ ਡਗਮਗਾ ਜਾਂਦਾ ਹੈ, ਮਨ ਨੂੰ ਕੰਟਰੋਲ ਕਰਨਾ। ਗੁਰੂ ਕੇ ਲਾਲ ਤੁਰੇ ਨੇ, ਬਾਹਰ ਖੁੱਲੇ ਅਸਥਾਨ ਤੇ ਲਿਆਂਦੇ ਜਾਂਦੇ ਨੇ, ਉੱਥੇ ਲਿਆ ਕੇ ਫੇਰ ਇੱਕ ਵਾਰ ਵਜੀਦੇ ਨੇ, ਕਾਜ਼ੀ ਨੇ, ਕਹਿੰਦੇ ਇੱਥੋਂ ਤੱਕ 2 ਜਿਹੜੇ ਜਲਾਦ ਆਏ ਨੇ, ਸ਼ਾਸਲ ਵੇਗ ਤੇ ਵਾਸ਼ਲ ਵੇਗ, ਉਹਨਾਂ ਨੇ ਵੀ ਕਿਹਾ ਵੀ ਇੱਕ ਵਾਰ ਤੁਸੀਂ ਦੀਨੇ ਸਲਾਮ ਕਬੂਲ ਕਰ ਲਓ, ਜਿੱਦ ਛੱਡ ਦਿਓ, ਹਲੇ ਵੀ ਬਖਸ਼ ਦਿਆਂਗੇ। ਪਰ ਨਹੀਂ, ਕਹਿੰਦੇ ਜੋ ਬਚਨ ਹੋ ਗਿਆ ਉਹ ਪੱਕਾ ਹੈ, ਪੱਥਰ ਦੀ ਲਕੀਰ ਹੈ, ਹੁਣ ਬਚਨ ਨਹੀਂ ਬਦਲੇਗਾ, ਬਚਨ ਨਹੀਂ ਬਦਲਣਾ। ਭਾਣੇ ਵਾਪਰੇ ਜੀ, ਦੀਵਾਰ ਉਸਰਨੀ ਸ਼ੁਰੂ ਹੁੰਦੀ ਹੈ। ਦੀਵਾਰ ਇੱਕ ਇੱਕ ਇੱਟ ਜਦੋਂ ਲੱਗਦੀ ਹੈ ਨਾ, ਕਹਿੰਦੇ ਹਰ ਇੱਟ ਦੇ ਨਾਲ ਪੁੱਛਦੇ ਨੇ, ਹਲੇ ਵੀ ਦੱਸੋ ਕੀ ਇਰਾਦਾ ਬਦਲਿਆ, ਕਿ ਮਨ ਦੇ ਵਿੱਚ ਕੋਈ ਐਸਾ ਵਿਚਾਰ ਹੈ? ਸ਼ਾਂਤ ਨੇ ਦੋਵਾਂ ਲਾਲਾਂ ਨੇ, ਕਹਿੰਦੇ ਬਾਣੀ ਦਾ ਜਾਪ ਸ਼ੁਰੂ ਕਰ ਲਿਆ। ਅਡੋਲ ਅਵਸਥਾ ਹੈ, ਅੰਦਰ ਦੀ ਨਿਰਭੈਤਾ ਜਿਹੜੀ ਅਸੀਂ ਬਾਣੀ ਦਾ ਸ਼ਬਦ ਪੜ੍ਹਦੇ ਹਾਂ ਨਾ, ਕੱਲ ਵੀ ਭਾਈ ਸਾਹਿਬ ਨੇ ਗਾਇਨ ਕੀਤਾ ਸੀ, ਜਾਗੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ, ਠਾਕੁਰ ਗਾਈਐ ਆਤਮ ਰੰਗ। ਆ ਹੈ ਆਤਮ ਰੰਗ, ਜਿੱਥੇ ਮਨ ਤਨ ਦੇ ਦੁੱਖ ਤੇ ਭੈ ਤੋਂ ਵੀ ਉੱਪਰ ਉੱਠ ਜਾਂਦਾ ਹੈ। ਆਤਮਾ ਨੂੰ ਸੱਚ ਦਾ ਰੰਗ ਸੀ, ਇੱਟਾਂ ਦੇ ਵਿੱਚ ਜਕੜਿਆ ਹੋਇਆ ਸਰੀਰ ਵੀ ਉਹਨਾਂ ਦੇ ਅੰਦਰ ਨੂੰ ਡੁਲਾ ਨਹੀਂ ਸਕਿਆ। ਦੀਵਾਰ ਉਸਰਦੀ ਜਾ ਰਹੀ ਹੈ। ਸਾਹਿਬਜ਼ਾਦੇ, ਹੁਣ ਬਾਬਾ ਫਤਿਹ ਸਿੰਘ ਦਾ ਕੱਦ ਨਿੱਕਾ ਸੀ, ਛੋਟੇ ਸਨ ਉਮਰ ਵਿੱਚ, ਤੇ ਬਾਬਾ ਜ਼ੋਰਾਵਰ ਸਿੰਘ ਥੋੜੇ ਜਿਹੇ ਵੱਡੇ ਸਨ। ਬਾਬਾ ਫਤਿਹ ਸਿੰਘ ਦੀ ਨਾਸਕਾ ਤੱਕ ਦੀਵਾਰ ਆਈ ਨਾ, ਸਾਹ ਰੁਕਿਆ। ਜਦੋਂ ਸਾਹ ਰੁਕਿਆ, ਕਹਿੰਦੇ ਬਾਬਾ ਜ਼ੋਰਾਵਰ ਸਿੰਘ ਇੱਕਦਮ ਉਹਨਾਂ ਦੀ ਅੱਖ ਭਿੱਜ ਗਈ। ਬਾਬਾ ਫਤਿਹ ਸਿੰਘ ਨੇ ਤੱਕਿਆ, ਇਸ਼ਾਰਾ ਕੀਤਾ ਵੀ ਕੀ ਗੱਲ, ਅੱਖ 'ਚ ਹੰਝੂ? ਉਹ ਕਹਿੰਦੇ ਵੀਰਿਆ ਇਸ ਕਰਕੇ ਹੈ, ਆਇਆ ਸੰਸਾਰ 'ਚ ਮੇਰੇ ਤੋਂ ਬਾਅਦ ਹੈ, ਪਰ ਚੱਲਿਆ ਸੰਸਾਰ 'ਚ ਮੇਰੇ ਤੋਂ ਪਹਿਲਾਂ ਹੈ। ਗੁਰੂ ਦਾਦੇ ਦੀ ਗੋਚ ਤੁਸੀਂ ਪਹੁੰਚ ਜਾਣਾ ਹੈ। ਕਹਿੰਦੇ ਵੀ ਘਬਰਾ ਨਾ, ਪਹਿਲਾਂ ਆਇਆ ਵੀ ਤੂੰ ਹੈ ਤੇ ਦੇਖੀ ਜਾਈ ਪਹਿਲਾਂ ਜਾਏਗਾ ਵੀ ਤੂੰ। ਇਹ ਅੱਗੇ ਜਾ ਕੇ ਬੇਨਤੀ ਕਰਦੇ ਆ। ਨਾਸਕਾ ਤੱਕ ਦੀਵਾਰ ਪਹੁੰਚਦੀ ਹੈ। ਦੋਵੇਂ ਸਾਹਿਬਜ਼ਾਦੇ ਉਸ ਦੀਵਾਰ ਵਿੱਚ ਚਿਣੇ ਜਾਂਦੇ ਨੇ। ਸਰੀਰ ਪੂਰੀ ਤਰ੍ਹਾਂ ਦੀਵਾਰਾਂ ਕਵਰ ਕਰ ਲੈਂਦੀਆਂ ਨੇ। ਸਾਹ ਰੁਕ ਜਾਂਦਾ ਹੈ, ਬੇਹੋਸ਼ ਹੁੰਦੇ ਨੇ। ਹੁਣ ਸਰੀਰ ਹੈ ਜੀ, ਸਰੀਰ ਦੀ ਇੱਕ ਲਿਮਟ ਹੈ ਦੁੱਖ ਦਰਦ ਨੂੰ ਝੱਲਣ ਦੀ। ਉਹ ਜਦੋਂ ਸਾਹ ਰੁਕੇ, ਬੇਹੋਸ਼ ਹੋਏ ਸਰੀਰ ਥੋੜੇ ਜਿਹੇ ਹਿੱਲੇ, ਦੀਵਾਰ ਗਿੱਲੀ ਸੀ, ਮਿੱਟੀ ਦੀ ਸੀ, ਜੋ ਵੀ ਸੀ, ਦੀਵਾਰ ਗਿਰ ਗਈ। ਸਾਹਿਬਜ਼ਾਦੇ ਬੇਹੋਸ਼ ਹੋਏ ਨੇ। ਧਿਆਨ ਵਿੱਚ ਰੱਖਿਓ, ਪਹਿਲਾਂ ਬੇਹੋਸ਼ ਹੋਏ, ਦੀਵਾਰ ਗਿਰ ਗਈ, ਕਿਉਂਕਿ ਫਤਵਾ ਲਾਇਆ ਸੀ ਮੌਤ ਦਾ, ਵੀ ਖਤਮ ਕਰਨਾ ਹੈ। ਉਹਨਾਂ ਨੂੰ ਪਤਾ ਸਰਕਾਰ ਨੂੰ ਅਗਰ ਜਿਉਂਦੇ ਰਹਿ ਗਏ, ਪਰਤ ਕੇ ਕੋਈ ਹੋਰ ਕਲੇਸ਼ ਨਾ ਖੜਾ ਹੋ ਜਾਏ, ਪਬਲਿਕ ਵਿੱਚ ਵਿਦਰੋਹ ਹੋ ਸਕਦਾ ਹੈ, ਜਾਂ ਇਹਨਾਂ ਨੂੰ ਫੇਰ ਸਾਨੂੰ ਛੱਡਣੇ ਪੈ ਸਕਦਾ ਹੈ।
ਕਹਿੰਦੇ ਹੁਣ ਇੱਥੇ ਸਲਾਹ ਕੀਤੀ ਵੀ ਕੀ ਕੀਤਾ ਜਾਏ। ਜਲਾਦਾਂ ਨੂੰ ਕਿਹਾ ਵੀ ਤੁਸੀਂ ਕੇਵਲ ਇਹਨਾਂ ਨੂੰ ਖਤਮ ਕਰਨਾ ਹੈ। ਉਦੋਂ ਫਿਰ ਦੋਵੇਂ ਜਲਾਦ ਸ਼ਾਸਲ ਵੇਗ ਤੇ ਵਾਸ਼ਲ ਵੇਗ ਨੇ ਬੇਹੋਸ਼ ਹੋਇਆਂ ਨੂੰ ਜ਼ਿਬਾ ਕੀਤਾ ਹੈ। ਕਟਾਰਾਂ ਸਨ ਉਹਨਾਂ ਦੇ ਪਾਈਆਂ ਹੋਈਆਂ, ਖੰਜਰ ਕਹਿ ਸਕਦੇ ਹੋ। ਉਹ ਖੰਜਰ ਦੇ ਨਾਲ ਉਹਨਾਂ ਦਾ ਸੀਨਾ ਚਾਕ ਕੀਤਾ ਗਿਆ। ਦੋ ਹੁੰਦੇ ਨੇ ਸ਼ਬਦ, ਇੱਕ ਹੁੰਦਾ ਕੋਹਣਾ, ਕੋਇਆ ਜਾਂਦਾ ਜਦੋਂ ਗਲੇ ਦੇ ਉੱਪਰ, ਸਾਹ ਰਗ ਦੇ ਉੱਪਰ ਗੰਡਾਸੀ ਚੱਲੇ, ਬਰਸ਼ੀ ਚੱਲੇ, ਖੰਜਰ ਚੱਲਦਾ ਹੈ। ਜ਼ਿਬਾ ਕਰਨਾ ਹੁੰਦਾ ਸੀਨਾ ਚਾਕ ਕਰਨਾ, ਜਿਸ ਤਰ੍ਹਾਂ ਪੋਸਟਮਾਰਟਮ ਕੀਤਾ ਜਾਂਦਾ। ਉਹਨਾਂ ਨੇ ਗੁਰੂ ਕੇ ਲਾਲਾਂ ਨੂੰ ਜ਼ਿਬਾ ਕੀਤਾ ਹੈ। ਬਾਬਾ ਜ਼ੋਰਾਵਰ ਸਿੰਘ ਨੂੰ ਜ਼ਿਬਾ ਕੀਤਾ, ਉਹਨਾਂ ਦਾ ਸੀਨਾ ਚਾਕ ਕੀਤਾ, ਤੇ ਕੁਝ ਪਲਾਂ ਦੇ ਵਿੱਚ ਬਾਬਾ ਜ਼ੋਰਾਵਰ ਸਿੰਘ ਜੀ ਦੇ ਪ੍ਰਾਣ ਛੁੱਟ ਗਏ। ਬਾਬਾ ਫਤਿਹ ਸਿੰਘ ਜੀ 12 ਮਿੰਟ ਦੇ ਕਰੀਬ ਉਹਨਾਂ ਦਾ ਸਰੀਰ ਹਿਲਦਾ ਰਿਹਾ। ਉਹਨਾਂ ਨੇ ਉਹ ਵਾਅਦਾ ਪੂਰਾ ਕੀਤਾ ਵੀ ਵੀਰ, ਆਇਆ ਵੀ ਪਹਿਲਾਂ ਤੂੰ ਹੈ ਤੇ ਜਾਏਗਾ ਵੀ ਤੂੰ। 12 ਮਿੰਟ ਬਾਅਦ ਸਾਧ ਸੰਗਤ ਜੀ ਬਾਬਾ ਫਤਿਹ ਸਿੰਘ ਜੀ ਦੇ ਪ੍ਰਾਣ ਪੂਰੇ ਹੋਏ। ਗੁਰੂ ਪਿਤਾ, ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪੱਗ ਨੂੰ, ਦਸਤਾਰ ਨੂੰ ਉੱਚਿਆਂ ਕਰਕੇ, ਬੇਦਾ ਕਰਕੇ, ਆਪਣੀ ਜ਼ਿੰਦਗੀ ਨੂੰ ਸੂਰਜ ਵਰਗੀ ਚਮਕ ਦੇ ਕੇ ਸੰਸਾਰ ਤੋਂ ਰੁਖਸਤ ਹੋਏ। ਦੋਵੇਂ ਗੁਰੂ ਕੇ ਲਾਲ ਸ਼ਹੀਦ ਹੋ ਜਾਂਦੇ ਨੇ ਤੇ ਇਹ ਖਬਰ ਉਸੇ ਵੇਲੇ ਮਾਂ ਗੁਜਰੀ ਜੀ ਤੱਕ ਪਹੁੰਚਦੀ ਹੈ। ਉਹ ਮਾਂ ਸਬਰ ਦੀ ਮੂਰਤ, ਸਿਦਕ ਦੀ ਮੂਰਤ, ਅਡੋਲਤਾ ਦੀ ਮੂਰਤ, ਭਾਣਾ ਮੰਨਣ ਵਾਲੀ ਮੂਰਤ, ਪਹਿਲਾਂ ਵੀ ਜਿਹਨੇ ਆਪਣੇ ਕਦੇ ਪਤੀ ਦੀ ਖਬਰ ਸੁਣੀ, ਅੱਜ ਪਤਾ ਨਹੀਂ ਵੀ ਪੁੱਤਰ ਕਿਹੜੇ ਪਾਸੇ ਤੇ ਵੱਡੇ ਲਾਲ ਕਿਹੜੇ ਪਾਸੇ ਤੁਰ ਪਏ। ਪਤਾ ਨਹੀਂ ਕਿੱਡੇ ਸਿਦਕ ਨਾਲ, ਕਿੱਡੇ ਉਹਨੇ ਭਾਰੇ ਤਕੜਾ ਦਿਲ ਕਰਕੇ ਉਹਨੇ ਛੋਟੇ ਲਾਲਾਂ ਦੀ ਖਬਰ ਸੁਣੀ। ਤੇ ਖਬਰ ਸੁਣਨੀ ਸੌਖੀ ਨਹੀਂ ਸੀ, ਕਿਉਂਕਿ ਲਾਲ ਕੋਲੋਂ ਗਏ ਸਨ, ਖੇਡਦੇ ਗਏ ਸਨ, ਲਾਲਾਂ ਨੂੰ ਪ੍ਰੇਰਣਾ ਦਿੱਤੀ ਸੀ, ਲਾਲਾਂ ਨੂੰ ਕੋਲ ਬਹਾ ਕੇ ਸਿੱਖਿਆ ਦਿੱਤੀ। ਉਹ ਲਾਲਾਂ ਦੀ ਖਬਰ ਸੁਣੀ। ਹੁਣ ਇੱਥੇ ਕਈਆਂ ਨੇ ਜ਼ਿਕਰ ਕੀਤਾ ਵੀ ਮਾਤਾ ਗੁਜਰੀ ਜੀ ਨੂੰ ਧੱਕਾ ਦੇ ਕੇ ਉਹਨਾਂ ਨੂੰ ਮਾਰ ਦਿੱਤਾ, ਜਾਂ ਉਹਨਾਂ ਨੇ ਹੀਰਾ ਸੀ ਉਹਨਾਂ ਦੀ ਅੰਗੂਠੀ ਦੇ ਵਿੱਚ, ਉਹ ਹੀਰਾ ਉਹਨਾਂ ਨੇ ਜੀਭ ਨਾਲ ਛੁਹਾਇਆ ਤੇ ਪ੍ਰਾਣ ਨਿਕਲੇ। ਪਰ ਨਹੀਂ, ਖਬਰ ਸੁਣ ਕੇ ਉਸ ਮਾਲਕ ਦਾ ਸ਼ੁਕਰਾਨਾ ਕਰਦਿਆਂ ਉਹਨਾਂ ਦੇ ਪ੍ਰਾਣ ਉੱਥੇ ਹੀ ਪੂਰੇ ਹੋ ਜਾਂਦੇ। ਇਹ ਤਿੰਨ ਰੂਹਾਂ ਸ਼ਹੀਦ ਹੁੰਦੀਆਂ ਨੇ, ਹੁਣ ਇਹ ਸ਼ਹੀਦ ਹੋ ਜਾਂਦੇ ਨੇ। ਹੁਣ ਇਸ ਤੋਂ ਬਾਅਦ ਜਿਹੜਾ ਵੱਡਾ ਮਸਲਾ ਸੀ ਉਹ ਸੀ ਸੰਸਕਾਰ ਦਾ। ਸੁਭਾਵਿਕ ਹੈ, ਜਦੋਂ ਕੋਈ ਪ੍ਰਾਣੀ ਹੁੰਦਾ ਸੰਸਕਾਰ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਰਸਮ। ਤੇ ਇਹਦੇ ਵਾਸਤੇ ਹੁਣ ਫੇਰ ਉਹ ਮਰਜੀਵੜਾ ਸਿੱਖ ਕਹੀਏ ਉਹਨੂੰ, ਗੁਰੂ ਕਾ ਦੀਵਾਨ ਟੋਡਰ ਮੱਲ, ਹੀਰਿਆਂ ਦਾ ਵਪਾਰੀ ਹੈ, ਜ਼ੋਹਰੀ ਹੈ, ਉਹ ਤੁਰੰਤ ਪਹੁੰਚਦਾ। ਉਹਨੇ ਕਿਹਾ ਵੀ ਮੈਨੂੰ ਹੁਕਮ ਦਿਓ, ਮੈਨੂੰ ਆਗਿਆ ਚਾਹੀਦੀ ਹੈ, ਮੈਂ ਇਹਨਾਂ ਤਿੰਨੇ ਸ਼ਰੀਰਾਂ ਦਾ ਸੰਸਕਾਰ ਕਰਨਾ। ਸਰਕਾਰ ਦੇ ਮਨ 'ਚ ਤੇ ਲਾਲਚ ਹੈ ਜੀ, ਉਹਨੂੰ ਪੈਸਾ ਚਾਹੀਦਾ, ਉਹਨੂੰ ਹੋਰ ਕੁਝ ਨਹੀਂ ਚਾਹੀਦਾ। ਉਹਨਾਂ ਨੇ ਆਖਿਆ ਵੇਖ, ਪਹਿਲੀ ਗੱਲ ਤੇ ਇਹ ਵੀ ਬਾਗੀ ਨੇ ਇਹਨਾਂ ਦਾ ਸੰਸਕਾਰ ਇਸ ਸਰਹੰਦ ਦੇ ਵਿੱਚ ਨਹੀਂ ਹੋਏਗਾ, ਸਰਹੰਦ ਦੀ ਜੂ ਤੋਂ ਬਾਹਰਲੇ ਪਾਸੇ ਕਰ ਲੈ, ਉੱਥੇ ਵੀ ਤਾਂ ਹੋਏਗਾ ਜਿੰਨੀ ਜ਼ਮੀਨ ਸੰਸਕਾਰ ਵਾਸਤੇ ਚਾਹੀਦੀ ਹੈ ਉੱਥੇ ਸੋਨਾ ਵਿਛਾਉਣਾ ਪਏਗਾ। ਜਿੰਨੀ ਜ਼ਮੀਨ ਚਾਹੀਦੀ ਹੈ ਉਨੀ ਜ਼ਮੀਨ ਤੇ ਸੋਨਾ ਵਿਛਾਏਗਾ ਤਾਂ ਸੰਸਕਾਰ ਹੋਏਗਾ, ਵਰਨਾ ਜ਼ਮੀਨ ਤੈਨੂੰ ਸੰਸਕਾਰ ਵਾਸਤੇ ਵੀ ਨਹੀਂ ਮਿਲੇਗੀ। ਪਤਾ ਨਹੀਂ ਮਾਲਕ ਨੇ ਕੀ ਮਿਹਰ ਕੀਤੀ, ਉਹਨੂੰ ਕਿੱਡਾ ਵੱਡਾ ਦਿਲ ਵੀ ਦਿੱਤਾ। ਇਹ ਹਕੀਕਤ ਹੈ ਸਾਧ ਸੰਗਤ, ਕਈ ਵਾਰੀ ਬੰਦੇ ਕੋਲ ਧਨ ਦੌਲਤ ਬਹੁਤ ਹੁੰਦਾ ਹੈ ਪਰ ਜਿਗਰਾ ਨਹੀਂ ਹੁੰਦਾ। ਬਾਣੀ ਦੇ ਬਚਨ ਨੇ ਸੁਮੈ ਧਨ ਰਾਖਣ ਕੋ ਦਿਆ, ਮੁਗਧ ਕਹਿ ਧਨ ਮੇਰਾ। ਪਰ ਉਸ ਮਾਂ ਦਾ ਕੋਈ ਜਾਇਆ ਸੀ, ਕੋਈ ਮਰਦ ਸੂਰਮੇ ਪਿਤਾ ਦਾ ਪੁੱਤਰ ਸੀ। ਦੀਵਾਨ ਟੋਡਰ ਮੱਲ ਨੇ ਕਿਹਾ, ਕਹਿੰਦੇ ਸੋਨੇ ਦੀ ਗੱਲ ਛੱਡੋ, ਕਦੀ ਸਮਾਂ ਬਣਿਆ ਇਸ ਧਰਤੀ ਨੂੰ ਸਾਰੀ ਨੂੰ ਸੋਨੇ ਨਾਲ ਮੜ ਦਿਆਂਗਾ, ਪਰ ਅੱਜ ਦਾ ਸਮਾਂ ਇਹ ਹੈ ਮੈਂ ਕੇਵਲ ਗੁਰੂ ਕੇ ਲਾਲਾਂ ਦਾ ਸੰਸਕਾਰ ਕਰਨਾ। ਕਹਿੰਦੇ ਫਿਰ ਜਿੰਨੀ ਜ਼ਮੀਨ ਚਾਹੀਦੀ ਹੈ ਸੋਨੇ ਨਾਲ ਵਿਛਾ ਦੇ। ਉਹਨੇ ਫਿਰ ਸੋਨੇ ਦੀਆਂ ਮੋਹਰਾਂ ਨਾਲ ਉਹ ਤਿੰਨੇ ਸ਼ਰੀਰਾਂ ਦੇ ਸੰਸਕਾਰ ਵਾਸਤੇ ਜਿੰਨੀ ਵੀ ਜ਼ਮੀਨ ਲੋੜੀਂਦੀ ਸੀ, ਅੰਦਾਜ਼ਾ ਲਗਾ ਲਓ, ਮੈਨੂੰ ਲੱਗਦਾ ਵੀ 12 ਬਾਈ 12 ਮੰਨ ਲਓ, ਇਹ ਤੋਂ ਵੱਧ ਜਗ੍ਹਾ ਨਹੀਂ ਹੋ ਸਕਦੀ। 12 ਬਾਈ 12 ਸਕੁਅਰ ਫੁੱਟ ਜ਼ਮੀਨ 'ਚ ਤਿੰਨੇ ਸ਼ਰੀਰਾਂ ਦਾ ਸੰਸਕਾਰ ਹੁੰਦਾ। ਸੋਨਾ ਵਿਛਾ ਕੇ ਜ਼ਮੀਨ ਖਰੀਦਦਾ ਤੇ ਇਹ ਜ਼ਮੀਨ ਅੱਜ ਤੱਕ ਦੇ ਰਿਕਾਰਡ ਵਿੱਚ ਸੰਸਾਰ ਦੇ ਵਿੱਚ ਪੂਰੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ। ਹੁਣ ਕਮਾਲ ਦੀ ਗੱਲ ਦੇਖੋ ਵੀ ਜਿਸ ਗੁਰੂ ਨੇ ਸੰਸਾਰ ਲਈ, ਦੁਨੀਆ ਲਈ, ਹਿੰਦੁਸਤਾਨ ਲਈ, ਤਿਲਕ ਜੰਜੂ ਲਈ
अपना पिता कुर्बान किया, पुत्र कुर्बान किए, अपना आप दिता, अपनी मां भी तोड़ दी, उहदे पुत्रां दा संस्कार भी जमीन खरीद के किया गया है। किसी ने जमीन भी नहीं दी भी तुसीं साडे कोल संस्कार करो। विखम मार्ग चलना, एवें नहीं लोग सिੱਖੀ ਨੂੰ ਛੇਤੀ ਛੱਡ ਜਾਂਦੇ, ਕੱਚੇ ਹੁੰਦੇ ਹਨ, क्योंकि बड़ा औखा मार्ग है साध संगत। पर इते ਚੱਲਣ वाला ਜਦੋਂ ਇਹਦੇ मार्ग ਦਾ ਪੰਧ ਹੀ ਬਣ ਜਾਂਦਾ ਨਾ, ਰਾਹੀ ਬਣ ਜਾਂਦਾ ਹੈ, ਉਹ ਤੇ ਫਿਰ ਇੱਕੋ ਗੱਲ ਕਹਿੰਦਾ ਹੈ, ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਨ। ਪੂਰਨ ਪਰਮਾਨੰਦ ਇਸ ਮਾਰਗ ਤੇ ਤੁਰਨ ਵਾਲਿਆਂ ਨੂੰ ਇਹਦੀ ਮੰਜ਼ਿਲ ਤੇ ਪਹੁੰਚ ਕੇ ਅਵਸ਼ ਮਿਲਦਾ ਹੈ। ਔਰ ਦੂਜੀ ਬਾਤ ਸੱਚੀ ਗੱਲ ਹੈ ਵੀ ਗੁਰੂ ਕੇ ਲਾਲ ਲੋਕ ਜੰਮਦੇ ਵੀ ਨੇ, ਮਰਦੇ ਨੇ, ਮਿੱਟੀ ਵਿੱਚ ਮਿੱਟੀ ਹੋ ਜਾਂਦੇ ਨੇ, ਮਿੱਟੀ ਉੱਪਰ ਹੀ ਫੂਕੇ ਜਾਂਦੇ ਨੇ, ਮਿੱਟੀ ਵਿੱਚ ਦਫਨਾਏ ਜਾਂਦੇ ਨੇ। ਸਾਧ ਸੰਗਤ ਗੁਰੂ ਕੇ ਲਾਲ ਉਹ ਇਨਸਾਨ ਨਹੀਂ, ਉਹਨਾਂ ਦਾ ਹਿਰਦਾ, ਉਹਨਾਂ ਦੀ ਆਤਮਾ ਸੋਨਾ ਹੈ, ਤੇ ਸੋਨੇ ਨੂੰ ਸੋਨੇ ਉੱਪਰ ਹੀ ਸੰਸਕਾਰਿਆ ਜਾ ਸਕਦਾ। ਇਹ ਵੀ ਮੈਂ ਕਹਿੰਦਾ ਵੀ ਅਕਾਲ ਪੁਰਖ ਪਰਮੇਸ਼ਰ ਨੇ ਕੋਈ ਵਿਧ ਬਣਾ ਦਿੱਤੀ। ਸੋਨੇ ਤੋਂ ਘੱਟ ਉਹਨਾਂ ਨੂੰ ਕਿਹਦੇ ਨਾਲ ਤਸ਼ਬੀਹ ਦਿਓਗੇ? ਬਾਣੀ ਤਾਂ ਖੁਦ ਕਹਿ ਰਹੀ ਹੈ ਵੀ ਤੂੰ ਇੱਕ ਵਾਰ ਇਸ ਮਾਰਗ ਤੇ ਤੁਰ। ਤੁਰਨ ਵਾਲਿਆ ਜਿਸ ਦਿਨ ਗੁਰੂ ਨਾਲ ਜੁੜੇਗਾ, ਗੁਰੂ ਐਸੀ ਖੇਡ ਵਰਤਾਉਂਦਾ, ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ। ਇਹ ਤਾਂ ਸਾਨੂੰ ਵੀ ਸੋਨਾ ਕਰਦਾ। ਸੋਨੇ ਵਰਗੀ ਚਮਕ, ਸੋਨੇ ਵਰਗੀ ਸ਼ੁੱਧਤਾ ਤੇ ਸੋਨੇ ਵਰਗੀ ਕੀਮਤ ਦੇ ਦਿੰਦਾ ਹੈ। ਇਹ ਉਦੋਂ ਹੁੰਦੀ ਹੈ ਜਦੋਂ ਅਸੀਂ ਗੁਰੂ ਦੇ ਮਾਰਗ ਤੇ ਚੱਲਦੇ ਹਾਂ। ਤੇ ਇਹਨਾਂ ਤਿੰਨਾਂ ਦਾ ਜਦੋਂ ਸੰਸਕਾਰ ਕੀਤਾ ਜਾਂਦਾ ਹੈ ਨਾ, ਹੁਣ ਧਿਆਨ ਦਿਓ, ਉੱਥੇ ਇਹ ਨਹੀਂ ਹੈ ਵੀ ਉੱਥੇ ਕਾਫੀ ਇਕੱਠ ਹੋ ਗਿਆ ਜੀ, ਅਰਥੀਆਂ ਸੱਜ ਗਈਆਂ, 4-4 ਲੋਕਾਂ ਨੇ ਚੁੱਕੀਆਂ, ਚੁੱਕਣ ਵੀ ਕੋਈ ਨਹੀਂ ਆਇਆ। ਇਹ ਤੇ ਦੀਵਾਨ ਟੋਡਰ ਮੱਲ ਸ਼ਾਹੀ ਬੰਦਾ ਸੀ, ਪੈਸੇ ਵਾਲੇ ਬੰਦਾ ਸੀ, ਰੋਬ ਸੀ, ਉਹਦੀ ਚੱਲ ਗਈ। ਇੱਕ ਸ਼ਰੀਰ ਦੀਵਾਨ ਟੋਡਰ ਮੱਲ ਨੇ ਆਪ ਆਪਣੇ ਕਲਾਵੇ ਵਿੱਚ ਲਿਆ, ਇੱਕ ਸ਼ਰੀਰ ਉਹਦੇ ਨੌਕਰ ਨੇ ਚੁੱਕਿਆ, ਇੱਕ ਸ਼ਰੀਰ ਉਹਦੀ ਪਤਨੀ ਨੇ ਚੁੱਕਿਆ। ਉਥੋਂ 3 ਸ਼ਰੀਰ ਚੁੱਕੇ ਨੇ, ਚੁੱਕ ਕੇ ਗੱਡੇ ਵਿੱਚ ਪਾਏ, ਗੱਡੇ ਵਿੱਚ ਪਾ ਕੇ ਫਿਰ ਸਰਹੰਦੀ ਜੂਹ ਤੋਂ ਬਾਹਰ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਹੈ ਉੱਥੇ ਲਿਜਾ ਕੇ ਫਿਰ ਸੰਸਕਾਰ ਕੀਤਾ ਜਾਂਦਾ। ਪਰ ਕਿਸ ਲਈ? ਧਰਮ ਬਚਾਇਆ, ਧਰਮ ਨੂੰ ਪਿਆਰ ਕੀਤਾ ਹੈ। ਧਰਮ ਕੀ ਹੈ? ਧਰਮ ਸੱਚ ਹੈ। ਸੱਚ ਤੋਂ ਉੱਪਰ ਕੋਈ ਧਰਮ ਨਹੀਂ, ਤੇ ਸਮੁੱਚੀ ਗੁਰਬਾਣੀ ਸਾਨੂੰ ਸੱਚ ਦਾ ਹੀ ਮਾਰਗ ਦਿਖਾਉਂਦੀ ਹੈ। ਕੱਲ ਵੀ ਬੇਨਤੀ ਕੀਤੀ ਸੀ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੱਚ ਦੇ ਪਹਿਰੇਦਾਰ, ਸੱਚ ਦੇ ਲੰਬਰਦਾਰ, ਸੱਚ ਦੇ ਝੰਡਾ ਬਰਦਾਰ ਸਾਡੇ ਵਰਗੇ ਇਹਨਾਂ ਲੱਖਾਂ ਕਰੋੜਾਂ ਮਨੁੱਖਾਂ ਵਾਸਤੇ ਰਹਿੰਦੀ ਦੁਨੀਆ ਤੱਕ ਪੂਰਨੇ ਪਾ ਕੇ ਚਲੇ ਗਏ ਵੀ ਸੱਚ ਲਈ, ਧਰਮ ਲਈ ਸਭ ਕੁਝ ਕੁਰਬਾਨ ਕੀਤਾ ਜਾ ਸਕਦਾ ਹੈ, ਕਿਉਂਕਿ ਸੱਚ ਦੀ ਕੀਮਤ ਸੰਸਾਰ ਨਾਲ ਪੈ ਹੀ ਨਹੀਂ ਸਕਦੀ। ਦਾਤਾ ਮਿਹਰ ਕਰੇ, ਉਹਨਾਂ ਮਹਾਨ ਦਿਨਾਂ ਨੂੰ ਅਸੀਂ ਯਾਦ ਕਰਦੇ ਹਾਂ, ਸਜਦਾ ਕਰਦੇ ਹਾਂ। ਸਾਡਾ ਅਕੀਦਾ ਹੈ, ਸਾਡਾ ਕਰੋੜਾਂ ਵਾਰੀ ਸਜਦਾ ਕਿਤੇ ਦਾਤਾ ਮਿਹਰ ਕਰੇ ਇਸ ਘਰ ਮਹਾਰਾਜ ਦੇ ਚਰਨਾਂ 'ਚ ਸਾਡਾ ਮਹਾਰਾਜ ਸਜਦਾ ਪ੍ਰਵਾਨ ਕਰ ਲੈਣ। ਬਸ ਯਤਨ ਕਰਿਆ ਕਰੋ ਵੀ ਜਿੱਥੇ ਕਥਾ ਕੀਰਤਨ ਦਰਬਾਰ ਹੋਣੇ ਨੇ, ਮੁਬਾਰਕ ਹੈ, ਇਹਨਾਂ ਤੋਂ ਸਾਨੂੰ ਪ੍ਰੇਰਣਾ ਮਿਲਣੀ। ਉੱਥੇ ਨਾਲ ਨਾਲ ਇੱਕ ਫਰਜ਼ ਸਾਧ ਸੰਗਤ ਤੁਹਾਡਾ ਸਾਰਿਆਂ ਦਾ ਬਣਦਾ ਹੈ। ਇਹ ਕੇਵਲ ਇਹ ਨਹੀਂ ਵੀ ਸਾਡਾ ਹੀ ਫਰਜ਼ ਹੈ, ਇਹ ਸਾਡਾ ਸਾਰਿਆਂ ਦਾ ਰਲਵਾਂ ਫਰਜ਼ ਹੈ। ਇਹਨਾਂ ਦਿਨਾਂ ਵਿੱਚ 15 ਦਿਨ ਪਹਿਲਾਂ ਸ਼ੁਰੂ ਹੋ ਜਾਇਆ ਕਰੋ। 1 ਪੋਹ ਤੋਂ ਸ਼ੁਰੂ ਹੋ ਜਾਓ, 15-16 ਤਰੀਕ ਦੇ ਕਰੀਬ ਆਂਦੀ ਹੁੰਦੀ ਹੈ। ਉਸੇ ਦਿਨ ਤੋਂ ਆਪਣੇ ਬੱਚਿਆਂ ਨੂੰ ਆਪਣੇ ਘਰ ਦਾ ਜਿਹੜਾ ਮਾਹੌਲ ਹੈ ਨਾ, ਇੰਨਾ ਕੁ ਸਿੱਖੀ ਨਾਲ ਲਵਰੇਜ ਕਰ ਦਿਓ, ਇੰਨਾ ਕੁ ਭਰਪੂਰ ਕਰ ਦਿਓ, ਤੁਹਾਡਾ ਘਰ ਸਿੱਖੀ ਨਾਲ ਰੁਸ਼ਨਾਏ। ਤੁਹਾਡੇ ਟੀਵੀ ਦੇ ਵਿੱਚ ਬਾਣੀ ਚੱਲੇ, ਤੁਹਾਡੇ ਮੋਬਾਈਲਾਂ ਦੇ ਵਿੱਚ ਬਾਣੀ ਚੱਲੇ, ਗੁਰੂ ਕੇ ਲਾਲਾਂ ਦੀ ਕਹਾਣੀ ਚੱਲੇ, ਗੁਰੂ ਕੇ ਲਾਲਾਂ ਦੀ ਵਿਚਾਰ ਚੱਲੇ, ਸਿੱਖ ਇਤਿਹਾਸ ਚੱਲੇ, ਬਾਣੀ ਦਾ ਪਾਠ ਚੱਲੇ। ਠੀਕ ਹੈ ਵੀ ਸਾਰਾ ਸਾਲ ਚਲੋ ਬਹੁਤ ਔਖਾ ਹੈ ਇੰਨਾ ਮਨ ਨੂੰ ਮੋੜਨਾ, ਪਰ ਜੇ ਇਹ ਦਿਨਾਂ ਵਿੱਚ ਵੀ ਅਸੀਂ ਇੰਨੀ ਕਮਾਈ ਵੀ ਕਰ ਲਈਏ, ਸੁਭਾਵਿਕ ਉਹਦਾ ਅਸਰ ਤੁਹਾਡੇ ਬੱਚਿਆਂ ਤੇ ਪਏਗਾ। ਤੁਹਾਡੇ ਬੱਚੇ ਵੱਡੇ ਹੋਣਗੇ, ਜਵਾਨੀ ਵਿੱਚ, ਬੁਢਾਪੇ ਵਿੱਚ ਕਦੇ ਵੀ ਭਟਕਣਗੇ ਨਹੀਂ, ਆਣ ਮਾਣ ਸ਼ਾਨ ਨਾਲ ਜੀਣਗੇ ਤੇ ਮਾਣ ਕਰਨਗੇ ਕਿ ਅਸੀਂ ਉਸ ਗੁਰੂ ਦੇ ਪੁੱਤਰ ਹਾਂ, ਉਹਨਾਂ ਸਾਹਿਬਜ਼ਾਦਿਆਂ ਦੇ ਭਰਾ ਹਾਂ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਪਾਕ ਰੱਖਿਆ ਹੈ, ਬੇਦਾਗ ਰੱਖਿਆ ਹੈ, ਉੱਚਾ ਚੁੱਕ ਕੇ, ਸਿਰ ਉੱਚਾ ਕਰਕੇ, ਸੀਨਾ ਚੌੜਾ ਕਰਕੇ ਸੰਸਾਰ ਤੋਂ ਗਏ ਨੇ। ਅਸੀਂ ਵੀ ਮਾਣ ਕਰਾਂਗੇ ਤੇ ਕੱਲ ਦੁਨੀਆ ਵੀ ਮਾਣ ਕਰੇਗੀ। ਸਤਿਗੁਰੂ ਕਿਰਪਾ ਕਰਨ। ਤੁਹਾਡਾ ਸਾਰਿਆਂ ਦਾ ਧੰਨਵਾਦ। ਦਾਤਾ ਸਾਰਿਆਂ ਤੇ ਮਿਹਰ ਕਰੇ। ਬੱਚਿਆਂ ਨੂੰ, ਜਵਾਨਾਂ ਨੂੰ, ਬਜ਼ੁਰਗਾਂ ਨੂੰ, ਭੈਣਾਂ ਨੂੰ, ਮਾਤਾਵਾਂ ਨੂੰ, ਛੋਟਿਆਂ ਨੂੰ, ਵੱਡਿਆਂ ਨੂੰ, ਸੇਵਾਦਾਰਾਂ ਨੂੰ, ਵਜ਼ੀਰਾਂ ਨੂੰ, ਸਾਨੂੰ ਤੁਹਾਨੂੰ ਸਭਨਾਂ ਨੂੰ ਤੌਫੀਕ ਬਖਸ਼ੇ, ਸਮਤ ਬਖਸ਼ੇ, ਸਬੁੱਧ ਬਖਸ਼ੇ। ਗੁਰੂ ਕੀ ਕਲਾ ਵਰਤੇ, ਗੁਰੂ ਕਾ ਸ਼ਬਦ ਸਾਡੀ ਰੂਹ ਦੀ ਖੁਰਾਕ ਬਣ ਜਾਏ, ਸਾਡੀ ਆਤਮਾ ਗੁਰੂ ਦੇ ਬਣੀ ਨਾਲ, ਬਚਨਾਂ ਨਾਲ ਕਿਤੇ ਤ੍ਰਿਪਤ ਸਰਸਾਰ ਹੋ ਜਾਏ ਤੇ ਸਾਡਾ ਜੀਵਨ ਸਾਧ ਸੰਗਤ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਹੋ ਜਾਏ।
ਸਭਨਾਂ ਦਾ ਧੰਨਵਾਦ, ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਆਵਾਜ਼ ਦੇ ਕੇ ਸੱਦ ਭੇਜਿਆ, ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਸਤਿਗੁਰੂ ਜੀ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ। ਇਸੇ ਤਰ੍ਹਾਂ ਇਹ ਅਸਥਾਨ ਦੀਆਂ ਰੌਣਕਾਂ ਬਣੀਆਂ ਰਹਿਣ। ਆਇਆ ਕਰੋ, ਹੋਰ ਵੱਧ ਚੜ੍ਹ ਕੇ ਗਿਣਤੀ ਚ ਆਇਆ ਕਰੋ। ਕਿਰਤ ਵੀ ਕਰਨੀ ਹੈ, ਨਾਲ ਨਾਲ ਗੁਰੂ ਦੀ ਕੀਰਤੀ ਵੀ ਕਰਨੀ ਹੈ। ਇਹੀ ਸਾਡੀ ਅਸਲੀ ਕਮਾਈ ਹੋਏਗੀ। ਸਮਾਂ ਕਾਫੀ ਉੱਪਰ ਹੋ ਗਿਆ, ਬੇਸ਼ੱਕ 8 ਵਜੇ ਤੱਕ ਦਾ ਟਾਈਮ ਭਾਈ ਸਾਹਿਬ ਨੇ ਕਿਹਾ ਸੀ। ਮੈਨੂੰ ਲੱਗਦਾ ਵੀ ਸੀ ਸ਼ਾਇਦ ਸਮਾਂ ਉੱਪਰ ਜਾਏਗਾ, ਪਰ ਇਹ ਆਪਣੇ ਵੱਸ ਨਹੀਂ। ਬਸ ਇਹ ਅਰਦਾਸ ਹੈ, ਮਹਾਰਾਜ ਜਿੰਨਾ ਵੀ ਸਮਾਂ ਹੈ ਤੁਸੀਂ ਆਪਣੇ ਚਰਨਾਂ 'ਚ ਪ੍ਰਵਾਨ ਕਰ ਲਿਓ। ਸਭਨਾਂ ਦਾ ਧੰਨਵਾਦ। ਹੋ ਗਈਆਂ ਭੁੱਲਾਂ ਦੀ ਖਿਮਾ। ਦਾਸ ਇਜਾਜ਼ਤ ਲਏਗਾ ਹੁਣੇ ਵਾਪਸ ਜਾਣ ਦੇ ਵਾਸਤੇ। ਮੈਂ ਬੇਨਤੀ ਕਰ ਰਿਹਾ, ਇਹ ਮਤ ਸੋਚਣਾ ਵੀ ਭਾਈ ਸਾਹਿਬ ਗੱਲਾਂ ਕਰਕੇ ਚਲੇ ਗਏ, ਕਿਉਂਕਿ ਫਤਿਹਗੜ੍ਹ ਸਾਹਿਬ ਪਹੁੰਚਣਾ ਹੈ। ਬਾਕੀ ਪਰਿਵਾਰ ਉੱਥੇ ਸਾਰੀ ਸੇਵਾ ਚੱਲ ਰਹੀ ਹੈ, ਉੱਥੇ ਵੀ ਹਾਜ਼ਰੀ ਲਾਉਣੀ ਹੈ। ਇਸ ਲਈ ਮੈਂ ਹੁਣ ਆਪ ਜੀ ਤੋਂ ਆਗਿਆ ਲੈਣਾ। ਭੁੱਲਾਂ ਨੂੰ ਨਾ ਚਿਤਾਰਨਾ। ਅਰਦਾਸ ਕਰਿਓ ਦਾਤਾ ਮਿਹਰ ਕਰੇ, ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀ ਕਲਾ, ਤੌਫੀਕ, ਗੁਰਬਾਣੀ ਗੁਰਮਤਿ ਦੀ ਸੇਵਾ ਲੈਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ।